ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਚੱਲਣੀ ਹੈ, ਹਮੇਸ਼ਾ ਦੀ ਤਰ੍ਹਾਂ ਮੈਂ ਕਹੂੰਗੀ ਕਿ ਇੰਟਰਸਟਿੰਗ ਤਾਂ ਹੈ ਹੀ ਹੈ, ਪਰ ਇਹ ਜਾਣਕਾਰੀ ਭਰਪੂਰ ਗੱਲਬਾਤ ਵੀ ਹੋਏਗੀ। ਜਦੋਂ ਵੀ ਅਸੀਂ ਕੋਈ ਗੱਲਬਾਤ ਕਰਦੇ ਹਾਂ, ਉਹਦਾ ਕਰਨ ਦਾ ਮਕਸਦ ਇਹੀ ਹੁੰਦਾ ਕਿ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ। ਕਈ ਵਾਰ ਅਸੀਂ ਬਚਪਨ ਤੋਂ ਲੈ ਕੇ ਇਹੋ ਜਿਹੇ ਆਪਣੇ ਮਨ ਦੇ ਵਿੱਚ ਵਿਚਾਰ ਬਣਾ ਲੈਂਦੇ ਹਾਂ, ਉਹਨਾਂ ਵਿਚਾਰਾਂ ਤੋਂ ਅਸੀਂ ਖੱਬੇ ਸੱਜੇ ਦੇਖਣ ਦੀ ਜਿਹੜੀ ਉਹ ਕੋਸ਼ਿਸ਼ ਵੀ ਨਹੀਂ ਕਰਦੇ, ਅਸੀਂ ਤਿਆਰ ਵੀ ਨਹੀਂ ਹੁੰਦੇ। ਅਤੇ ਉਹ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇ ਲਈ ਵਿਚਾਰਾਂ ਦਾ ਜਿਹੜਾ ਤਬਾਦਲਾ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਹੈ ਉਹ ਵੀ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ। ਅਸੀਂ ਅਕਸਰ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ। ਮੈਂ ਸਾਲ ਦੇ ਵਿੱਚ ਘੱਟੋ ਘੱਟ ਇੱਕ ਪ੍ਰੋਗਰਾਮ ਜ਼ਰੂਰ ਕਰਦੀ ਹੁੰਦੀ ਹਾਂ ਜਿਹਦੇ ਵਿੱਚ ਆਪਾਂ ਫੈਮਿਲੀ ਵੈਲਿਊਜ਼ ਦੀ ਗੱਲ ਕਰਦੇ ਹੁੰਦੇ ਹਾਂ ਕਿ ਫੈਮਿਲੀ ਵੈਲਿਊਜ਼ ਸਾਡੀਆਂ ਕਿਹੋ ਜਿਹੀਆਂ ਨੇ, ਅਸੀਂ ਉਹ ਨਿਰਧਾਰਿਤ ਕਿਵੇਂ ਕਰਦੇ ਹਾਂ ਜਾਂ ਸਾਡੇ ਉੱਤੇ ਕਿਵੇਂ ਅਸਰ ਹੁੰਦਾ, ਕਿਸ ਤਰ੍ਹਾਂ ਸਾਡੀਆਂ ਫੈਮਿਲੀ ਵੈਲਿਊਜ਼ ਬਣ ਜਾਂਦੀਆਂ ਨੇ ਇੱਕ ਫੈਮਿਲੀ ਤੋਂ ਦੂਸਰੀ ਫੈਮਿਲੀ ਤੱਕ, ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ। ਬਹੁਤ ਸਾਰੀਆਂ ਸਾਨੂੰ ਵੈਲਿਊਜ਼, ਕਦਰਾਂ ਕੀਮਤਾਂ ਸਹਿਜ ਸੁਭਾਅ ਮਿਲ ਜਾਂਦੀਆਂ ਅਤੇ ਅਸੀਂ ਉਹਨਾਂ ਨੂੰ ਅਗਾਂਹ ਤੋੜਦੇ ਰਹਿੰਦੇ ਹਾਂ। ਕਈ ਵਾਰ ਕਈ ਜਨਰੇਸ਼ਨਸ ਉਹਨਾਂ ਨੂੰ ਚੈਲੰਜ ਵੀ ਕਰਦੀਆਂ ਨੇ, ਫਿਰ ਤਬਦੀਲੀ ਆਉਂਦੀ ਹੈ। ਉਹ ਤਬਦੀਲੀ ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ। ਪਰ ਜਦੋਂ ਅਸੀਂ ਸਮੁੱਚੇ ਤੌਰ 'ਤੇ ਆਪਣੇ ਸਮਾਜ ਨੂੰ ਦੇਖਦੇ ਹਾਂ, ਇਹ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਕਦਰਾਂ ਕੀਮਤਾਂ ਸਾਡੇ ਸਮਾਜ ਦੇ ਵਿੱਚੋਂ ਵੀ ਸਾਨੂੰ ਮਿਲਦੀਆਂ ਨੇ, ਪਰ ਅਸੀਂ ਤਾਂ ਸਮਾਜ ਦਾ ਹਿੱਸਾ ਹਾਂ, ਸਮਾਜ ਅਸੀਂ ਹੀ ਬਣਾਇਆ ਹੈ। ਫਿਰ ਕਦਰਾਂ ਕੀਮਤਾਂ, ਖਾਸ ਕਰਕੇ ਜਦੋਂ ਨੈਤਿਕਤਾ ਦੀ ਗੱਲ ਚੱਲਦੀ ਹੈ, ਇਹ ਕੌਣ ਤੈਅ ਕਰਦਾ ਹੈ? ਕਿੱਥੋਂ ਆਉਂਦੀ ਹੈ ਨੈਤਿਕਤਾ? ਇਹਦੇ ਨਾਲ ਜੁੜੇ ਬਹੁਤ ਸਾਰੇ ਹੋਰ ਸਵਾਲ ਨੇ। ਪਿਛਲੇ ਦਿਨੀਂ ਮੈਂ ਸਾਧੂ ਬਿਨਿੰਗ ਉਹਨਾਂ ਦਾ ਇੱਕ ਲੇਖ ਪੜ੍ਹਿਆ ਜਿਹਦੇ ਵਿੱਚ ਮੈਨੂੰ ਵੱਖ-ਵੱਖ ਪਰਸਪੈਕਟਿਵਸ ਦੇਖਣ ਦਾ, ਸਮਝਣ ਦਾ ਮੌਕਾ ਜ਼ਰੂਰ ਮਿਲਿਆ। ਦਿਲ ਕੀਤਾ ਕਿ ਸਾਧੂ ਬਿਨਿੰਗ ਉਹਨਾਂ ਦੇ ਨਾਲ ਸਟੂਡੀਓ ਦੇ ਵਿੱਚ ਬੈਠ ਕੇ ਇਸ ਟੌਪਿਕ 'ਤੇ ਜ਼ਰੂਰ ਗੱਲਬਾਤ ਕੀਤੀ ਜਾਵੇ। ਸੋ ਅੱਜ ਮੁੱਖ ਤੌਰ 'ਤੇ ਜਿਹੜੀ ਅਸੀਂ ਵਿਚਾਰ ਕਰਨੀ ਹੈ, ਵਿਚਾਰ ਵਟਾਂਦਰਾ ਕਰਨਾ ਹੈ, ਜਿਹਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਵੀ ਸ਼ਾਮਿਲ ਕਰਾਂਗੇ, ਉਹ ਹੈ ਕਿ ਨੈਤਿਕਤਾ ਕੀ ਹੈ, ਨੈਤਿਕ ਕਦਰਾਂ ਕੀਮਤਾਂ ਕੀ ਨੇ, ਕਿੱਥੋਂ ਆਉਂਦੀਆਂ ਨੇ, ਕਿਉਂ ਲੋੜ ਪੈਂਦੀ ਹੈ, ਕੀ ਸਾਰੇ ਤਰ੍ਹਾਂ ਦੇ ਸਮਾਜਾਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਇੱਕੋ ਜਿਹੀਆਂ ਹੁੰਦੀਆਂ, ਜਾਂ ਫਿਰ ਇੱਕ ਹੋਰ ਵੱਡਾ ਸਵਾਲ ਮਨ ਦੇ ਵਿੱਚ ਪੈਦਾ ਹੁੰਦਾ ਕਿ ਕੀ ਨੈਤਿਕਤਾ ਹਰ ਵਿਅਕਤੀ ਲਈ ਵੱਖੋ ਵੱਖਰੀ ਹੋ ਸਕਦੀ ਹੈ, ਹਰ ਸਮਾਜ ਲਈ ਵੱਖੋ ਵੱਖਰੀ ਹੋ ਸਕਦੀ ਹੈ? ਇਹਨਾਂ ਸਵਾਲਾਂ ਦੇ ਅੱਜ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਾਧੂ ਬਿਨਿੰਗ ਜੀ ਦਾ। ਸਾਧੂ ਬਿਨਿੰਗ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਨਵਜੋਤ ਜੀ, ਤੁਹਾਨੂੰ ਇੱਕ ਵਾਰੀ ਫੇਰ ਇਹ ਮੈਨੂੰ ਮੌਕਾ ਦੇਣ ਦਾ, ਤੁਹਾਡੇ ਸੁਣਨ ਵਾਲਿਆਂ ਦੇ ਨਾਲ ਸਾਂਝ ਪਾਉਣ ਦਾ। ਸੋ ਇਹ ਲੇਖ ਤੁਹਾਡਾ ਇੱਕ ਲੰਬਾ ਲੇਖ ਹੈ ਜਿਹੜਾ ਮੈਂ ਆਲਰੇਡੀ ਪੜ੍ਹ ਚੁੱਕੀ ਹਾਂ। ਕਈ ਸਮਾਂ ਪਹਿਲਾਂ ਵੀ ਪੜ੍ਹਿਆ ਸੀ, ਮੈਨੂੰ ਦੁਬਾਰਾ ਵੀ ਪੜ੍ਹਨ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਕਿ ਇਹਦੀਆਂ ਬਹੁਤ ਸਾਰੀਆਂ ਪਰਤਾਂ, ਬੇਸ਼ੱਕ ਅਸੀਂ ਸਾਰੀਆਂ ਪਰਤਾਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਛੂਹ ਨਹੀਂ ਸਕਦੇ ਕਿਉਂਕਿ ਇਹ ਲੰਬਾ ਲੇਖ ਹੈ, ਪਰ ਬਹੁਤ ਜਾਣਕਾਰੀ ਭਰਪੂਰ ਲੇਖ ਹੈ। ਜਦੋਂ ਵੀ ਤੁਸੀਂ ਲੇਖ ਲਿਖਦੇ ਹੋ, ਯਕੀਨਨ ਤੌਰ ਦੇ ਉੱਤੇ ਤੁਸੀਂ ਰਿਸਰਚ ਵੀ ਕਰਦੇ ਹੋ, ਤੁਸੀਂ ਹੋਰ ਫਿਲੋਸੋਫਰਸ ਨੂੰ ਪੜ੍ਹਦੇ ਵੀ ਹੋ, ਆਲਾ ਦੁਆਲਾ ਵਾਚਦੇ ਵੀ ਹੋ। ਮੇਰੇ ਮਨ ਦੇ ਵਿੱਚ ਕੁਝ ਸਵਾਲ ਪੈਦਾ ਹੋਏ ਆ, ਇਸੇ ਕਰਕੇ ਅੱਜ ਮੈਂ ਚਾਹੁੰਦੀ ਹਾਂ ਕਿ ਆਪਾਂ ਸੁਣਨ ਵਾਲਿਆਂ ਨਾਲ ਇਸੇ ਵਿਸ਼ੇ 'ਤੇ ਗੱਲਾਂ ਕਰੀਏ। ਜੇ ਨੈਤਿਕਤਾ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਇਸ ਸ਼ਬਦ ਨੂੰ ਕਿਸ ਤਰ੍ਹਾਂ ਤੁਸੀਂ ਪਰਿਭਾਸ਼ਿਤ ਕਰਦੇ ਹੋ? ਨੈਤਿਕਤਾ ਦਰਅਸਲ ਜਿਹੜੀ ਮਤਲਬ ਹਰ ਇਨਸਾਨ ਦੇ ਵਿੱਚ ਜਿੱਥੇ ਵੀ ਬੰਦਾ ਜੰਮਦਾ ਆ, ਪਲਦਾ ਆ, ਉੱਥੋਂ ਦੇ ਜਿਹੜੀ ਆਲੇ ਦੁਆਲੇ ਦੇ ਉਹ ਰਸਮ ਰਿਵਾਜ ਸਿੱਖਦਾ ਆ, ਬੋਲੀ ਸਿੱਖਦਾ ਆ, ਤੌਰ ਤਰੀਕੇ ਸਾਰੇ ਸਿੱਖਦਾ ਆ। ਅਤੇ ਉਹਨਾਂ ਦੇ ਵਿੱਚੋਂ ਮਤਲਬ ਜਿਹੜੀਆਂ ਦੂਜੇ ਵਿਅਕਤੀਆਂ ਦੇ ਨਾਲ, ਤੁਹਾਡੇ ਘਰ ਦੇ ਵੀ ਹੋਣ, ਜਿਹੜੇ ਆਪਣੇ ਖੂਨ ਦੇ ਰਿਸ਼ਤੇ ਆ ਉਹ ਵੀ, ਉਹ ਤੋਂ ਬਾਹਰ, ਅਤੇ ਈਵਨ ਮਤਲਬ ਬਾਕੀ ਦੇ ਜੀਵਨ ਨਾਲ ਵੀ ਤੁਸੀਂ ਕਿਸ ਤਰੀਕੇ ਨਾਲ ਵਿਚਰਦੇ ਆ, ਉਹ ਤਕਰੀਬਨ ਹਰ ਸਮਾਜ ਦੇ ਵਿੱਚ ਉਹਨਾਂ ਦੀ ਕੋਈ ਨਾ ਕੋਈ ਉਹਨਾਂ ਨੇ ਤੈਅ ਕੀਤਾ ਹੁੰਦਾ ਕਿ ਆਹ ਇੱਕ ਵਧੀਆ ਤਰੀਕਾ ਹੈਗਾ ਦੂਜਿਆਂ ਨਾਲ ਕੰਮ, ਉਹਨੂੰ ਅਸੀਂ ਨੈਤਿਕਤਾ ਕਹਿੰਦੇ ਹਾਂ। ਅਤੇ ਉਹ ਜਿਹੜੀ ਨੈਤਿਕਤਾ ਆ, ਮਤਲਬ ਉਹਦੀ ਮੁੱਖ ਤੌਰ 'ਤੇ ਇਹ ਆ ਕਿ ਤੁਸੀਂ ਦੂਜੇ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਵਿਚਰਦੇ ਆ, ਕਿਸ ਕਿਸਮ ਦਾ ਉਹਨਾਂ ਨਾਲ ਵਰਤਾਅ ਕਰਦੇ ਆ, ਅਤੇ ਤੁਹਾਡਾ ਜਿਹੜਾ ਤੁਹਾਡੀ ਸ਼ਖਸੀਅਤ ਆ ਉਹ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਆ, ਕਿਸੇ ਨਾਲ ਗੱਲ ਕਰਦੇ ਆ, ਉਹਨਾਂ ਦੇ ਉੱਤੇ ਕਿਸ ਕਿਸਮ ਦਾ ਅਸਰ ਪਾਉਂਦੀ ਆ, ਮਤਲਬ ਹਾਂ ਪੱਖੀ ਜਾਂ ਨਾ ਪੱਖੀ। ਸੋ ਉਹਨੂੰ ਅਸੀਂ ਨੈਤਿਕਤਾ ਕਹਿੰਦੇ ਹਾਂ ਕਿ ਬੰਦਾ ਜਿਹੜਾ ਨੈਤਿਕਤਾ ਹਰ ਜਗ੍ਹਾ, ਜਿਵੇਂ ਤੁਸੀਂ ਥੋੜ੍ਹਾ ਜਿਹਾ ਇੱਧਰ ਇਸ਼ਾਰਾ ਕੀਤਾ ਹੀ ਆ,
ਵੱਖਰੀ ਹੁੰਦੀ ਆ, ਸਮੇਂ ਤੇ ਸਥਾਨ ਦੇ ਅਨੁਸਾਰ ਜਿਹੜੀ ਨੈਤਿਕਤਾ ਉਹ ਵੱਖਰੀ ਹੁੰਦੀ ਆ, ਹੋ ਸਕਦੀ ਆ। ਤੇ ਪਰ ਉਹ ਜਿੱਥੇ ਇਨਸਾਨ ਰਹਿ ਰਿਹਾ ਹੋਵੇ ਉੱਥੋਂ ਦੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਉਹ ਜੇ ਮਤਲਬ ਸਹੀ ਤਰੀਕੇ ਨਾਲ ਵਰਤਾਅ ਕਰਦਾ ਹੈ ਤਾਂ ਅਸੀਂ ਕਹਿੰਦੇ ਵੀ ਬੰਦਾ ਬੜਾ ਨੈਤਿਕ ਆ, ਬੜਾ ਐਥਿਕਸ ਵਾਲਾ ਬੰਦਾ ਹੈ ਜਾਂ ਮੋਰੈਲਿਟੀ ਵਾਲਾ ਬੰਦਾ ਹੈ। ਸੋ ਜਿਹੜੀ ਉਹਨੂੰ ਅਸੀਂ ਐਥਿਕਸ ਜਾਂ ਮੋਰੈਲਿਟੀ ਕਹਿੰਦੇ ਹੈਗੇ ਹਾਂ ਅੰਗਰੇਜ਼ੀ ਦੇ ਵਿੱਚ, ਅਤੇ ਆਪਣੇ ਸਦਾਚਾਰ ਜਾਂ ਨੈਤਿਕਤਾ ਆਪਾਂ ਪੰਜਾਬੀ 'ਚ ਵਰਤਦੇ ਹਾਂ। ਅੱਛਾ, ਹੁਣ ਦੋ ਸ਼ਬਦ ਆਏ ਆ, ਇੱਕ ਤੁਸੀਂ ਆਪਾਂ ਕਹਿ ਰਹੇ ਨੈਤਿਕਤਾ, ਦੂਸਰੀ ਤੁਸੀਂ ਗੱਲ ਕੀਤੀ ਆ ਕਦਰਾਂ ਕੀਮਤਾਂ। ਹਾਂਜੀ। ਸੋ ਕਦਰਾਂ ਕੀਮਤਾਂ ਤੇ ਨੈਤਿਕਤਾ ਕੀ ਇਹ ਵੱਖ ਚੀਜ਼ ਹੈਗੀ ਆ? ਹਾਂ, ਥੋੜ੍ਹੀ ਜਿਹੀ ਵੱਖ ਵੀ ਆ। ਨੈਤਿਕਤਾ ਜਿਹੜੀ ਆ ਉਹ ਮਤਲਬ ਕਦਰਾਂ ਕੀਮਤਾਂ ਜਿਹੜੀਆਂ ਉਹ ਮਤਲਬ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਬਾਰੇ ਸਮਾਜ ਵੱਲੋਂ ਇੱਕ ਤਰ੍ਹਾਂ ਕੀਤੀਆਂ ਹੁੰਦੀਆਂ ਕਿ ਇਸ ਤਰੀਕੇ ਨਾਲ ਮਤਲਬ ਚਾਹੀਦਾ। ਜਿਹੜੀ ਨੈਤਿਕਤਾ ਆ ਉਹ ਵਿਅਕਤੀ ਆ ਜਿਹੜਾ ਉਹਨਾਂ ਕਦਰਾਂ ਕੀਮਤਾਂ ਨੂੰ ਕਿਸ ਤਰੀਕੇ ਨਾਲ ਸਮਝਦਾ ਆ, ਕਿਸ ਤਰੀਕੇ ਨਾਲ ਵਰਤਦਾ ਆ। ਸੋ ਥੋੜ੍ਹਾ ਜਿਹਾ ਮਤਲਬ ਉਹਦੇ 'ਚ ਇਹ ਫ਼ਰਕ ਹੁੰਦਾ ਆ। ਪਰ ਆਪਾਂ ਉਹਨੂੰ ਮਤਲਬ ਇਹ ਕਹਾਂ ਵੀ ਇਹ ਬੰਦਾ ਵੀ ਚੰਗੀਆਂ ਕਦਰਾਂ ਵਾਲਾ ਆ, ਆਪਾਂ ਉਹਨੂੰ ਮਤਲਬ ਇੱਦਾਂ ਵੀ ਕਹਿ ਦਿੰਦੇ ਹਾਂ। ਪਰ ਉਹ ਫਿਰ ਆਪਾਂ ਉਸ ਵਿਅਕਤੀ ਦੇ ਪੱਖ ਤੋਂ ਦੇਖਦੇ ਹੈਗੇ ਹਾਂ ਜਿਹੜੀ ਨੈਤਿਕਤਾ ਅਤੇ ਜਿਹੜੀ ਕਦਰਾਂ ਕੀਮਤਾਂ ਥੋੜ੍ਹੀਆਂ ਜਿਹੀਆਂ ਸਮਾਜ ਦੀਆਂ ਹੁੰਦੀਆਂ ਆ, ਮਤਲਬ ਜਿਹੜੇ ਮਤਲਬ ਸੈੱਟ ਕੀਤੀਆਂ ਹੁੰਦੀਆਂ। ਅਤੇ ਜੇ ਉਹਨਾਂ ਨੂੰ ਇੱਕ ਵਿਅਕਤੀ ਕਿਸ ਤਰੀਕੇ ਨਾਲ ਸਮਝਦਾ ਆ ਅਤੇ ਕਿਸ ਤਰੀਕੇ ਨਾਲ ਉਹ ਵਰਤਦਾ ਆ। ਆਪਾਂ ਉਦਾਹਰਨ ਦੇ ਤੌਰ 'ਤੇ ਗੱਲ ਕਰ ਸਕਦੇ ਹਾਂ ਕਿ ਵੀ ਆਹ ਚੀਜ਼ਾਂ ਅਸੀਂ ਕਦਰਾਂ ਕੀਮਤਾਂ ਦੇ ਵਿੱਚ ਰੱਖ ਰਹੇ ਹਾਂ, ਅਤੇ ਕਿਸੇ ਇੱਕ ਵਿਅਕਤੀ ਦੇ ਲਈ ਇਹ ਚੀਜ਼ ਨੈਤਿਕ ਹੋ ਸਕਦੀ ਹੈ, ਕਿਸੇ ਦੂਸਰੇ ਵਿਅਕਤੀ ਲਈ ਅਨੈਤਿਕ ਹੋ ਸਕਦੀ ਹੈ, ਜਾਂ ਉਹਦਾ ਜਿਹੜਾ ਪੱਖ ਹੈ ਉਹਨੂੰ ਦੇਖਣ ਦਾ ਉਹ ਵੱਖਰਾ ਹੈ, ਤਾਂ ਉਹ ਨੈਤਿਕ ਅਤੇ ਅਨੈਤਿਕ ਹੋ ਜਾਂਦਾ। ਹਾਂਜੀ, ਜਿਵੇਂ ਹੁਣ ਫਤਿਹਕਲ ਹਰੇਕ ਸਮਾਜ ਦੇ ਆਪਣੇ ਭਾਈਚਾਰੇ ਦੇ ਵਿੱਚ ਜਦੋਂ ਅਸੀਂ ਕਿਸੇ ਆਪ ਤੋਂ ਵੱਡੀ ਉਮਰ ਦੇ ਨੂੰ ਮਿਲਦੇ ਹਾਂ ਅਤੇ ਅਸੀਂ ਉਹਨਾਂ ਨੂੰ ਖਾਸ ਇੱਕ ਸਤਿਕਾਰ ਨਾਲ ਪੇਸ਼ ਕਰਦੇ ਹਾਂ। ਅਸੀਂ ਕਦੀ ਵੀ ਮਤਲਬ ਜਿਹੜੇ ਆਪਣੇ ਭਾਈਚਾਰੇ ਦੇ ਵਿੱਚ ਆਪ ਤੋਂ ਵੱਡੇ ਬੰਦੇ ਦੀ ਜਿਹਦਾ ਅਸੀਂ ਸਤਿਕਾਰ ਕਰਦੇ ਹਾਂ, ਮਤਲਬ ਕਈ ਵਾਰੀ ਕਈਆਂ ਹਾਲਤਾਂ ਦੇ ਵਿੱਚ ਉਹ ਉਸ ਤਰੀਕੇ ਨਾਲ ਨਹੀਂ ਹੁੰਦੀ, ਪਰ ਉਹ ਫਿਰ ਵੀ ਉਹ ਕਦਰਾਂ ਕੀਮਤਾਂ ਦਾ ਹਿੱਸਾ ਹੁੰਦੀ ਵੀ ਅਸੀਂ ਉਹਨਾਂ ਦਾ ਨਾਂ ਨਹੀਂ ਲੈਂਦੇ। ਫਤਿਹਕਲ ਅਸੀਂ ਉਹਨਾਂ ਦਾ ਪਹਿਲਾ ਨਾਂ ਨਹੀਂ ਲੈਂਦੇ। ਜਿਵੇਂ ਇੱਧਰ ਬੜਾ ਹੈਗਾ, ਇਹ ਆਮ ਗੱਲ ਹੈਗੀ ਆ, ਕੋਈ ਕਿੰਨੀ ਮਰਜ਼ੀ ਏਜ ਦਾ ਬੰਦਾ ਹੋਵੇ, ਤੁਸੀਂ ਜਿਹਨੂੰ ਮਾੜਾ ਜਿਹਾ ਉਹਨੂੰ ਮਿਲਦੇ ਅਤੇ ਕੰਮ 'ਤੇ ਹੋਵੋ ਜਾਂ ਕਿਤੇ ਹੋਵੋ, ਤੁਸੀਂ ਉਹਦਾ ਨਾਂ ਲੈਣਾ ਸ਼ੁਰੂ ਕਰ ਦਿੰਦੇ ਹੋ। ਅਤੇ ਸਾਡੇ ਆਪਾਂ ਇੱਦਾਂ ਨਹੀਂ ਕਰਦੇ ਹਾਂ। ਉਹ ਆਪਣੇ ਸਮਾਜ ਦੀ ਇਹ ਕਦਰਾਂ ਕੀਮਤਾਂ ਹੈਗੀਆਂ ਕਿ ਤੁਸੀਂ ਜਦੋਂ ਕਿਸੇ ਆਪ ਤੋਂ ਵੱਡੀ ਉਮਰ ਦੇ ਬੰਦੇ ਨਾਲ, ਔਰਤ ਨਾਲ ਗੱਲ ਕਰਨੀ ਆ ਤਾਂ ਤੁਸੀਂ ਇੱਕ ਸਤਿਕਾਰ ਪੇਸ਼ ਕਰਨਾ ਹੈਗਾ ਉਹਨਾਂ ਨੂੰ। ਅਤੇ ਇੱਦਾਂ ਹੀ ਮਤਲਬ ਆਪਣੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ ਜਿਹੜੇ ਉਹ ਮਤਲਬ ਸਾਰੀਆਂ ਉਹ ਕਦਰਾਂ ਕੀਮਤਾਂ ਆਪਾਂ ਨੂੰ ਕਹਾਂਗੇ ਵੀ ਇਸ ਰਿਸ਼ਤੇ ਦੇ ਨਾਲ ਤੁਸੀਂ ਇਸ ਵਿਅਕਤੀ ਨਾਲ ਇਸ ਤਰੀਕੇ ਨਾਲ ਗੱਲ ਕਰਨੀ ਆ, ਦੂਜੇ ਨਾਲ ਕਰਨੀ ਆ। ਉਹ ਮੇਰਾ ਖਿਆਲ ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਹੁੰਦੀਆਂ ਜਿਹੜੀਆਂ ਵਿਅਕਤੀ ਦੇ ਮਤਲਬ ਵਰਤਾਅ ਦੇ ਲਈ। ਸੋ ਇਸੇ ਚੀਜ਼ ਨੂੰ ਜੋ ਨੈਤਿਕਤਾ ਅਨੈਤਿਕਤਾ ਦੀ ਗੱਲ ਕਰਦੇ ਹਾਂ, ਵੱਖ-ਵੱਖ ਸੁਸਾਇਟੀਜ਼ ਦੇ ਵਿੱਚ ਨੈਤਿਕਤਾ ਬਦਲ ਸਕਦੀ ਹੈ, ਜਾਂ ਸਾਰੀ ਹਿਊਮੈਨਿਟੀ ਦੇ ਲਈ, ਸਾਰੇ ਮਨੁੱਖਾਂ ਦੇ ਲਈ ਜਿਹੜੀ ਨੈਤਿਕਤਾ ਦੀ ਪਰਿਭਾਸ਼ਾ ਉਹ ਇੱਕ ਹੋਏਗੀ? ਕਦਰਾਂ ਕੀਮਤਾਂ ਸਾਡੀਆਂ ਵੱਖੋ ਵੱਖਰੀਆਂ ਹੋ ਸਕਦੀਆਂ ਆਪਣੇ ਕਲਚਰ ਦੇ ਹਿਸਾਬ ਦੇ ਨਾਲ, ਸਾਡਾ ਪਾਲਣ ਪੋਸ਼ਣ ਕਿਸ ਢੰਗ ਦੇ ਨਾਲ ਹੋਇਆ, ਸਾਡਾ ਇਤਿਹਾਸ ਕੀ ਆ, ਇਹ ਆਪਾਂ ਸਮਝਦੇ ਹਾਂ ਕਿ ਕਦਰਾਂ ਕੀਮਤਾਂ ਸਾਡੀਆਂ ਵੱਖਰੀਆਂ ਹੋ ਸਕਦੀਆਂ, ਵੈਲਿਊਜ਼। ਪਰ ਕੀ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੀ ਮੋਰੈਲਿਟੀ ਦੀ ਪਰਿਭਾਸ਼ਾ ਹੈ ਉਹ ਸਾਰੀ ਦੁਨੀਆ ਦੇ ਲਈ ਇੱਕੋ ਹੀ ਹੋਣੀ ਚਾਹੀਦੀ ਹੈ? ਕੁਛ ਗੱਲਾਂ ਜਿਹੜੀਆਂ ਆ ਉਹ ਜ਼ਰੂਰ ਸਾਰੇ ਮਤਲਬ ਹਰ ਜਗ੍ਹਾ ਜਿਹੜੀਆਂ ਉਹ ਬੇਸਿਕ ਹੁੰਦੀਆਂ। ਕੁਛ ਗੱਲਾਂ ਜਿਹੜੀਆਂ ਜਿਨ੍ਹਾਂ 'ਤੇ ਆਧਾਰ ਹੁੰਦਾ, ਮਤਲਬ ਤੁਸੀਂ ਮਤਲਬ ਕਿਉਂਕਿ ਖੁਦ ਤੁਸੀਂ ਚਾਹੁੰਦੇ ਆ ਵੀ ਤੁਹਾਨੂੰ ਕੋਈ ਫਿਜ਼ੀਕਲੀ ਜਾਂ ਕਿਸੇ ਤਰ੍ਹਾਂ ਕੋਈ ਨੁਕਸਾਨ ਨਾ ਪਹੁੰਚਾਵੇ, ਇਹ ਤੁਸੀਂ ਦੂਜਿਆਂ ਦੇ ਨਾਲ ਉਸ ਕਿਸਮ ਦਾ ਵਿਹਾਰ ਕਰਦੇ ਹੈਗੇ। ਸੋ ਜਿਹੜੀਆਂ ਕੁਛ ਗੱਲਾਂ ਉਹ ਬੇਸਿਕ ਹੁੰਦੀਆਂ, ਪਰ ਉਹ ਤੋਂ ਬਿਨਾਂ ਜਿਹੜੀ ਮਤਲਬ ਨੈਤਿਕਤਾ ਆ, ਸਦਾਚਾਰ ਆ, ਉਹ ਤਕਰੀਬਨ ਉਹਦੇ 'ਚ ਵਖਰੇਵੇਂ ਹੁੰਦੇ ਆ। ਹੁਣ ਫਰਜ਼ ਕਰ ਲਓ, ਇੱਕ ਜ਼ਮਾਨਾ ਸੀ ਜਦੋਂ ਮਤਲਬ ਜੇ ਆਪਾਂ ਫਰਜ਼ ਕਰ ਲਓ ਭਾਰਤ ਦੀ ਗੱਲ ਕਰੀਏ ਜਾਂ ਇੱਧਰ ਦੀ ਗੱਲ ਕਰੀਏ, ਜਦੋਂ ਗੁਲਾਮ ਰੱਖਣ ਦਾ ਸੀਗਾ ਮਤਲਬ ਜ਼ਮਾਨਾ, ਮਤਲਬ ਨਾ ਉਹਦੇ ਵਿੱਚ ਜਿਹੜੀ ਇੱਕ ਉਹਨਾਂ ਦੀ ਉਸ ਵੇਲੇ ਐਥਿਕਸ ਸੀਗੀਆਂ ਜਿਹੜੀਆਂ ਉਹਦੇ ਮੁਤਾਬਕ ਚੱਲਦੇ ਸੀ। ਪਰ ਅਸੀਂ ਹੁਣ ਦੇਖਦੇ ਹਾਂ ਵੀ ਇਹ ਤਾਂ ਗੱਲ ਬਿਲਕੁਲ ਸਹੀ ਨਹੀਂ ਹੈ ਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਉਹਦਾ ਮਾਲਕ ਹੋਵੇ ਅਤੇ ਉਹਨੂੰ ਮਤਲਬ ਜਾਨਵਰਾਂ ਵਾਂਗ ਉਹਦੀ ਵਰਤੋਂ ਕਰੇ ਅਤੇ ਉਹਨੂੰ ਟਰੀਟ ਕਰੇ। ਸੋ ਜਿਹੜੀ ਮਤਲਬ ਉਸ ਵੇਲੇ ਉਹ ਐਥੀਕਲੀ ਉਹਦੇ 'ਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਪਰ ਹੁਣ ਆਪਾਂ ਦੇਖਦੇ ਹਾਂ ਇੱਦਾਂ ਹੀ ਮਤਲਬ ਫਰਜ਼ ਕਰ ਲਾ ਜਿਹੜੀ ਆਪਣੇ ਭਾਰਤ ਦੀ ਜਾਤ ਪਾਤ ਦੀ ਜਿਹੜੀ ਹੈਗੀ ਆ, ਉਹਦੇ ਵਿੱਚ ਮਤਲਬ ਕਿਸੇ ਸਮੇਂ ਤਕਰੀਬਨ ਸਾਰਿਆਂ ਵੱਲੋਂ ਹੀ ਇਹ ਗੱਲ ਮੰਨੀ ਹੋਈ ਸੀ ਵੀ ਇਸ ਤਰੀਕੇ ਨਾਲ ਬਿਹੇਵ ਕਰਨਾ ਹੈ। ਜਿਹੜੀ ਮਤਲਬ ਸੋ ਕਾਲ ਜਿਹਨਾਂ ਨੂੰ ਆਪਾਂ ਛੋਟੀਆਂ ਜਾਤਾਂ ਦੇ ਕਹਿੰਦੇ ਹਾਂ, ਉਹ ਅਛੂਤ ਸੀਗੇ ਤੁਸੀਂ ਮਤਲਬ ਨਾ ਉਹਦੇ ਵਿੱਚ ਬਾਕੀ ਨੂੰ ਵੀ ਕੋਈ ਮਤਲਬ ਇਹ ਮੰਨੀ ਹੋਈ ਸੀ ਗੱਲ, ਕਿਉਂਕਿ ਇਹ ਸਾਨੂੰ ਮਤਲਬ ਸਾਡੇ ਧਾਰਮਿਕ ਗ੍ਰੰਥਾਂ ਨੇ ਦੱਸੀ ਸੀਗੀ ਉਹਦੇ ਵਿੱਚ ਮਤਲਬ ਉਹ। ਸੋ ਹੁਣ ਮਤਲਬ ਭਾਵੇਂ ਹਜੇ ਵੀ ਬਹੁਤ ਕੁਛ ਇਸ ਕਿਸਮ ਦਾ ਹੁੰਦਾ ਆ, ਪਰ ਅਸੀਂ ਉਹਨੂੰ ਐਥੀਕਲ ਨਹੀਂ ਸਮਝਦੇ, ਅਸੀਂ ਉਹਨੂੰ ਨੈਤਿਕਤਾ ਦੇ ਪੱਖੋਂ ਸਹੀ ਨਹੀਂ ਸਮਝਦੇ ਵੀ ਇਹ ਗੱਲ ਜਿਹੜੀ ਆ ਇਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਇਸ ਤਰੀਕੇ ਦੇ ਨਾਲ ਮਤਲਬ ਉਹ ਟਰੀਟ ਕਰੇ ਜਾਂ ਉਹਦੇ ਬਾਰੇ ਸੋਚੇ, ਜਾਂ ਉਹਦੇ ਹੱਥ ਲੱਗਣ ਵਾਲੇ ਤੁਸੀਂ ਸ਼ੁਰੂ ਹੋ ਜਾਂਦੇ ਆ, ਤੁਹਾਨੂੰ ਜਾ ਕੇ ਨਹਾਉਣਾ ਪੈਂਦਾ ਆ, ਮਤਲਬ ਇਸ ਕਿਸਮ ਦੀਆਂ ਗੱਲਾਂ। ਸੋ ਇਹ ਬਦਲਦੀਆਂ ਹੈਗੀਆਂ
ਅਤੇ ਉਹਦੇ ਨਾਲ ਜਿਹੜੀਆਂ ਫਿਰ ਸਮਾਜ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਵੀ ਮਤਲਬ ਉਹਦੇ ਕਰਕੇ ਹੁਣ ਮਤਲਬ ਬਦਲ ਜਾਂਦੀਆਂ ਉਸ ਹਰੇਕ ਥਾਂ ਹੀ। ਅੱਛਾ, ਮੈਨੂੰ ਇਹ ਮਹਿਸੂਸ ਹੋ ਰਿਹਾ ਜਿੱਦਾਂ ਆਪਣੀ ਹੁਣ ਗੱਲ ਅੱਗੇ ਵੱਧਦੀ ਜਾ ਰਹੀ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਸਮੇਂ ਦੇ ਨਾਲ ਬਦਲ ਵੀ ਰਹੀਆਂ, ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਵੀ ਹੈਗੀਆਂ, ਪਰ ਜਿਹੜਾ ਨੈਤਿਕਤਾ ਦਾ ਕਨਸੈਪਟ ਹੈ ਉਹ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵੀ ਉਹ ਸ਼ਾਇਦ ਮਨੁੱਖਤਾ ਦੇ ਨੇੜੇ ਜ਼ਿਆਦਾ ਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਬਿਲਕੁਲ ਬਿਲਕੁਲ, ਤੁਹਾਡੀ ਸਹੀ ਗੱਲ ਹੈ। ਦੇਖੋ, ਜਿਹੜੇ ਇਨਸਾਨ ਆ ਨਾ, ਉਹਨੂੰ 3 ਚੀਜ਼ਾਂ ਉਹਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਹੈ ਨਾ। ਇੱਕ ਤਾਂ ਮਤਲਬ ਉਹਨੇ ਜਿਹੜੀ ਮਤਲਬ ਆਪਣਾ ਮਤਲਬ ਜੀਣ ਦੇ ਲਈ ਹੈ ਨਾ, ਗਾਂ ਦੀ ਸੰਤਾਨ ਜਿਹੜੀ ਪੈਦਾ ਕਰਨੀ ਆ। ਦੂਜਾ ਹੈਗਾ ਆ ਮਤਲਬ ਵੀ ਉਹਨੂੰ ਖਾਣ ਲਈ ਚਾਹੀਦਾ ਕੁਛ ਨਾ ਕੁਛ ਹੈ ਨਾ, ਅਤੇ ਮਤਲਬ ਉਹਦੇ ਲਈ ਉਹ ਜੋ ਕੁਛ ਕਰੇ। ਤੀਜਾ ਹੈਗਾ ਵੀ ਉਹ ਕਿਸੇ ਹੋਰ ਦਾ ਖਾਣਾ ਨਾ ਬਣੇ, ਯਾਨੀ ਕਿ ਜਿਹੜੀ ਸੇਫਟੀ ਆ। ਸੋ ਜਿਹੜੀ ਸੇਫਟੀ ਆ ਅਤੇ ਗਾਹਾਂ ਦੀ ਜਨਰੇਸ਼ਨ ਪੈਦਾ ਕਰਨੀ ਆ, ਅਤੇ ਤੁਸੀਂ ਮਤਲਬ ਜਿਹੜਾ ਤੁਹਾਡੇ ਲਈ ਮਤਲਬ ਜੀਣ ਦੇ ਲਈ ਜਿਹੜੀਆਂ ਤੁਹਾਨੂੰ ਚੀਜ਼ਾਂ ਚਾਹੀਦੀਆਂ। ਸੋ ਇਹ 3 ਚੀਜ਼ਾਂ ਜਿਹੜੀਆਂ ਬੇਸਿਕ ਹੈਗੀਆਂ ਮਤਲਬ ਉਹ ਜਿਹੜੀਆਂ ਉਹ ਲੋੜਾਂ ਆ ਜਿਹੜੀਆਂ, ਕਿਉਂਕਿ ਮਤਲਬ ਤਕਰੀਬਨ ਆਪਾਂ ਨੂੰ ਇੱਦਾਂ ਕਈ ਵਾਰੀ ਲੱਗਦਾ ਪਈ ਮਤਲਬ ਵੱਖਰੀਆਂ ਵੱਖਰੀਆਂ ਥਿਊਰੀਆਂ ਹੈਗੀਆਂ। ਫਰਕ ਲੋਕ ਕੁਛ ਲੋਕ ਇਹ ਮਹਿਸੂਸ ਕਰਦੇ ਆ ਕਿ ਅਸੀਂ ਇੱਥੇ ਤੱਕ ਪਹੁੰਚੇ ਹੈਗੇ ਹਾਂ ਕੌਨਫਲਿਕਟ ਦੇ ਕਰਕੇ। ਅੱਛਾ, ਇਨਸਾਨਾਂ ਦੇ ਵਿੱਚ ਕੌਨਫਲਿਕਟ ਆ, ਉਹਦੇ ਕਰਕੇ ਅਸੀਂ ਮਤਲਬ ਵਧੇ ਹਾਂ ਮਤਲਬ ਕੌਨਫਲਿਕਟ ਦੇ ਨਾਲ ਜਿਹੜੀ ਉਹ। ਦੂਜੀ ਹੈਗੀ ਆ ਵੀ ਕੋਆਪਰੇਸ਼ਨ, ਹੈ ਨਾ, ਵੀ ਕੋਆਪਰੇਸ਼ਨ ਦੇ ਨਾਲ। ਸੋ ਜਿਹੜੀ ਮਤਲਬ ਜੇ ਆਪਾਂ ਪਰਟੀਕੁਲਰ ਧਰਮ ਨੂੰ ਵੀ ਵਿੱਚ ਲੈ ਆਈਏ ਥੋੜ੍ਹਾ ਜਿਹਾ, ਆਪਣੇ ਵੀ ਜਾਂ ਦੂਜਿਆਂ ਥਾਂ 'ਤੇ ਮੰਨਿਆ ਜਾਂਦਾ ਵੀ ਜਿਹੜੀ ਨੈਤਿਕਤਾ ਹੈ ਨਾ, ਉਹ ਧਰਮ ਦੀ ਦੇਣ ਹੈਗੀ ਆ। ਵੀ ਧਰਮ ਜਿਹੜਾ ਬੰਦੇ ਨੂੰ ਉਹ ਚੰਗਾ ਬਣਾਉਂਦਾ ਆ, ਹੈ ਨਾ। ਉਹਦੇ 'ਚ ਮਤਲਬ ਜਿਹੜੀ ਧਰਮ 'ਚੋਂ ਸਿੱਖਿਆ ਮਿਲਦੀ ਆ, ਅਤੇ ਜਿਹੜਾ ਡਰ ਵੀ ਆ, ਹੈ ਨਾ, ਵੀ ਤੁਸੀਂ ਮਤਲਬ ਜੇ ਆਹ ਕੰਮ ਨਾ ਕੀਤਾ ਤਾਂ ਤੁਹਾਨੂੰ ਇਸ ਕਿਸਮ ਦੀ ਸਜ਼ਾ ਮਿਲੂਗੀ ਜਾਂ ਤੁਸੀਂ ਨਰਕ 'ਚ ਜਾਓਗੇ। ਸੋ ਜਿਹੜਾ ਡਰ ਆ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਉਹ ਬੰਦੇ ਨੂੰ ਨੈਤਿਕ ਬਣਾਉਣੀਆਂ। ਪਰ ਜਿਹੜੀ ਦੂਜੀ ਇਹਦਾ ਵਿਚਾਰ ਹੈਗਾ ਆ, ਜਿਹਨੂੰ ਆਪਾਂ ਵਿਗਿਆਨਕ ਮਤਲਬ ਪਹੁੰਚ ਕਹਿ ਸਕਦੇ ਹਾਂ, ਉਹਦੇ ਵਿੱਚ ਇਹ ਹੈ ਵੀ ਇਨਸਾਨ ਦੀ, ਕਿਉਂਕਿ ਸਾਰੇ ਮਤਲਬ ਜੇ ਦੇਖਦੇ ਆ ਕਿ ਜਾਨਵਰ ਵੀ ਝੁੰਡਾਂ 'ਚ ਰਹਿੰਦੇ ਆ, ਲੜਦੇ ਵੀ ਇੱਕ ਦੂਜੇ ਨਾਲ ਉਹ, ਪਰ ਉਹ ਝੁੰਡਾਂ ਦੇ ਵਿੱਚ ਰਹਿੰਦੇ ਆ। ਜਦੋਂ ਵੀ ਉਹ ਕਿਸੇ ਇੱਕ ਥਾਂ ਤੋਂ ਜਾਂਦੇ ਦੂਜੇ ਥਾਂ ਨੂੰ ਜਾਂਦੇ ਆ, ਮਤਲਬ ਸਾਰੇ ਨਹੀਂ ਪਰ ਬਹੁਤੇ ਜਿਹੜੇ ਜਾਨਵਰ ਆ। ਇੱਦਾਂ ਹੀ ਇਨਸਾਨ ਵੀ ਆ ਜਿਹੜਾ ਉਹ ਲੜਾਈ ਝਗੜੇ ਵੀ ਕਰਦਾ ਹੈਗਾ। ਪਰ ਜਦੋਂ ਫਰਕ ਕਰਾਂ ਮਤਲਬ ਲੜਾਈ ਹੋ ਰਹੀ ਹੈ, ਰਸ਼ੀਆ ਦੀ ਅਤੇ ਯੂਕਰੇਨ ਦੀ ਲੜਾਈ ਹੋ ਰਹੀ ਹੈ, ਰਸ਼ੀਅਨ ਇਕੱਠੇ ਆ, ਦੂਜੇ ਪਾਸੇ ਯੂਕਰੇਨੀਅਨ ਇਕੱਠੇ ਆ ਨਾ। ਬਿਲਕੁਲ। ਸੋ ਜਦੋਂ ਵੀ ਮਤਲਬ ਜਿਹੜਾ ਕੌਨਫਲਿਕਟ ਆ, ਉਹਦੇ ਵਿੱਚ ਕੌਨਫਲਿਕਟ ਹੋ ਰਿਹਾ ਹੁੰਦਾ, ਲੜਾਈ ਹੋ ਰਹੀ ਹੁੰਦੀ ਆ, ਪਰ ਫਿਰ ਉਹਦੇ ਵਿੱਚ ਹੀ ਜਿਹੜੀ ਮਤਲਬ ਇਨਸਾਨ ਦੇ ਨਾਲ ਜਿਹੜੀ ਨੇੜਤਾ ਆ, ਜਿਹੜੀ ਹੁਣ ਤੁਸੀਂ ਬਹੁਤ ਮਤਲਬ ਫਿਲਮਾਂ ਜਾਂ ਕਹਾਣੀਆਂ ਆਪਾਂ ਦੇਖੀਆਂ ਹੈਗੀਆਂ, ਜਿਹੜੀਆਂ ਮਤਲਬ ਯੁੱਧਾਂ ਦੇ ਦੌਰਾਨ, ਜੰਗਾਂ ਦੇ ਦੌਰਾਨ ਲੋਕਾਂ ਦੀ ਇੱਕ ਦੂਜੇ ਦੇ ਲਈ ਜਿਹੜੀ ਮਤਲਬ ਉਹ ਕੁਰਬਾਨੀ ਕਰਦੇ ਹੈਗੇ, ਜਿਸ ਤਰੀਕੇ ਨਾਲ ਇੱਕ ਦੂਜੇ ਨਾਲ ਡੀਲ ਕਰਦੇ ਆ, ਉਹਨਾਂ ਨੂੰ ਮਤਲਬ ਬਚਾਉਂਦੇ ਆ, ਉਹ ਸਾਰੀਆਂ ਜਿਹੜੀਆਂ ਆ ਉਹ ਨੈਤਿਕਤਾ ਮਤਲਬ ਉੱਥੋਂ ਪੈਦਾ ਹੁੰਦੀ ਹੈ, ਜਿਹੜੀ ਲੋੜ ਆ। ਜਿੱਥੇ ਜਦੋਂ ਆਪਾਂ ਇਨਸਾਨ ਦੀ ਗੱਲ ਕਰੀਏ, ਤਾਂ ਇਨਸਾਨ ਦਾ ਬੱਚਾ ਜਿਹੜਾ ਆ ਉਹਨੂੰ ਲੰਮਾ ਸਮਾਂ ਚਾਹੀਦਾ ਕੰਪੈਰੇਟਿਵਲੀ ਦੂਜਿਆਂ ਪਰਟੀਕੁਲਰ ਮਤਲਬ ਜਿਹੜੇ ਜੀਵ ਹੈਗੇ ਉਹਨਾਂ ਦੇ ਮੁਕਾਬਲੇ 'ਤੇ ਆਪਣੇ ਪੈਰੀ ਹੋਣ ਲਈ ਅਤੇ ਗਾਹਾਂ ਦੀ ਸੰਤਾਨ ਪੈਦਾ ਕਰਨ ਲਈ। ਬਿਲਕੁਲ, ਹੈ ਨਾ। ਮਤਲਬ ਸੋ ਉਹ ਇੱਕ ਲੋੜ ਜਿਹੜੀ ਆ ਉਹ ਮਤਲਬ ਜਿਹੜੀ ਉਹ ਇਕੱਲੀ ਮਾਂ ਜਿਹੜੀ ਆ ਉਹਨੂੰ ਪੂਰਾ ਨਹੀਂ ਕਰ ਸਕਦੀ। ਉਹਦੇ ਲਈ ਸਾਨੂੰ ਜਿਵੇਂ ਕਹਿੰਦੇ ਹੁੰਦੇ ਯੂ ਨੀਡ ਅ ਵਿਲੇਜ ਟੂ ਰੇਜ਼ ਕੇ ਨਾ, ਅੱਗੇ ਜਿਹੜੀਆਂ ਕਹਾਵਤਾਂ ਸੀਗੀਆਂ। ਸੋ ਉਹਦੇ ਲਈ ਜਿਸ ਕਿਸਮ ਦੀ ਇੱਕ ਦੂਜੇ ਦੇ ਨਾਲ ਨੇੜਤਾ ਚਾਹੀਦੀ ਸੀਗੀ, ਜਿਹੜੀ ਸਹਿਯੋਗ ਚਾਹੀਦਾ ਸੀਗਾ, ਉਸ ਸਹਿਯੋਗ ਦੇ ਵਿੱਚੋਂ ਹੀ ਸਾਡੀ ਜਿਹੜੀ ਜ਼ੁਬਾਨ ਇਨਸਾਨ ਦੀ ਪੈਦਾ ਹੋਈ ਆ। ਉਸ ਸਹਿਯੋਗ ਦੇ ਵਿੱਚੋਂ ਹੀ ਜਿਹੜੀ ਆ ਇਹ ਨੈਤਿਕਤਾ ਪੈਦਾ ਹੋਈ ਆ। ਵੀ ਜੇ ਫਰਕ ਮੈਂ ਕਿਸੇ ਤਰ੍ਹਾਂ ਤੁਹਾਨੂੰ ਨੁਕਸਾਨ ਪਹੁੰਚਾਊਂਗਾ ਤਾਂ ਤੁਸੀਂ ਮੈਨੂੰ ਪਹੁੰਚਾਓਗੇ, ਤਾਂ ਉਹ ਸਾਡੇ ਦੋਨਾਂ ਲਈ ਚੰਗੀ ਗੱਲ ਨਹੀਂ ਆ। ਮਤਲਬ ਲੜਾਈ ਝਗੜੇ ਵੀ ਹੁੰਦੇ ਆ ਹਰ ਜਗ੍ਹਾ, ਮਤਲਬ ਫੈਮਲੀਆਂ 'ਚ ਵੀ ਹੁੰਦੇ ਆ, ਕਮਿਊਨਿਟੀਆਂ 'ਚ ਵੀ ਹੁੰਦੇ ਆ, ਹਰ ਜਗ੍ਹਾ ਹੁੰਦੇ, ਪਰ ਜਿਹੜੀ ਸਹਿਯੋਗ ਹੈ ਜਿਹੜਾ ਉਹ ਅਸਲੀ ਮੇਰੇ ਖਿਆਲ ਦੇ ਵਿੱਚ ਮੈਂ ਮਤਲਬ ਇਹ ਮਹਿਸੂਸ ਕਰਦਾ ਹਾਂ, ਜਾਂ ਮੇਰਾ ਇਹ ਮੰਨਣਾ ਆ ਵੀ ਸਹਿਯੋਗ ਹੈ ਜਿਹੜਾ ਉਹ ਦਰਅਸਲ ਤੁਹਾਨੂੰ ਅੱਗੇ ਲਿਜਾਂਦਾ ਹੈਗਾ ਆ। ਕੌਨਫਲਿਕਟ ਦਾ ਵੀ ਰੋਲ ਹੈਗਾ ਉਹਦੇ 'ਚ, ਪਰ ਜ਼ਿਆਦਾ ਸਹਿਯੋਗ ਦਾ ਹੈਗਾ। ਜਿੱਥੇ ਤੱਕ ਹੁਣ ਇਨਸਾਨ ਆਇਆ, ਮਤਲਬ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ, ਅੱਗੇ ਵੀ ਸ਼ਾਇਦ ਇਹ ਗੱਲ ਕੀਤੀ ਹੋਵੇ ਵੀ 1 ਬਿਲੀਅਨ ਤੱਕ ਪਹੁੰਚੀ ਸੀ ਆਪਣੀ ਪਾਪੂਲੇਸ਼ਨ, ਹੈ ਨਾ। ਹੁਣ 200 ਸਾਲ ਦੇ ਵਿੱਚ ਅਸੀਂ 8 ਬਿਲੀਅਨ ਹੋਣ ਵਾਲੇ ਹਾਂ ਜੀ। ਅਤੇ ਸੋ ਉਹ ਸਹਿਯੋਗ ਹੈ ਜਿਹੜਾ ਉਹ ਮੇਰਾ ਖਿਆਲ ਇਨਸਾਨ ਨੂੰ ਅੱਗੇ ਲਿਜਾਂਦਾ ਹੈ। ਸਾਧੂ ਬਿਨਿੰਗ ਜੀ, ਆਪਾਂ ਥੋੜ੍ਹਾ ਜਿਹਾ ਵਿਚਾਰ ਕੀਤਾ ਨੈਤਿਕਤਾ ਅਤੇ ਕਦਰਾਂ ਕੀਮਤਾਂ ਬਾਰੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਨੈਤਿਕਤਾ ਜਾਂ ਇਹ ਚਲੋ ਕਦਰਾਂ ਕੀਮਤਾਂ ਵੀ ਜੇ ਆਪਾਂ ਦੂਸਰਾ ਨਾਮ ਇਹਦਾ ਰੱਖ ਲੈਂਦੇ ਹਾਂ, ਇਹ ਆ ਕਿੱਥੋਂ ਰਹੀ ਹੈਗੀ ਆ? ਤੁਸੀਂ ਕਿਉਂਕਿ ਨੈਤਿਕਤਾ ਅਤੇ ਧਰਮ ਇਸ ਲੇਖ ਦੇ ਵਿੱਚ ਇੱਕ ਥਾਂ 'ਤੇ ਮੈਨਸ਼ਨ ਕੀਤਾ, ਕਹਿੰਦੇ ਕਿ ਇੱਕ ਚੰਗਾ ਇਖਲਾਕੀ ਜਾਂ ਨੈਤਿਕ ਇਨਸਾਨ ਬਣਨ ਵਿੱਚ
ਸਭ ਤੋਂ ਵੱਡਾ ਹੱਥ ਧਰਮ ਦਾ ਹੁੰਦਾ ਹੈ, ਇਹ ਗੱਲ ਮੰਨੀ ਜਾਂਦੀ ਹੈ। ਕਈ ਸਮਾਜਾਂ ਦੇ ਵਿੱਚ, ਖਾਸ ਕਰਕੇ ਸਾਡੇ ਆਪਣੇ ਸਮਾਜ ਦੇ ਵਿੱਚ, ਪੰਜਾਬੀ ਜਾਂ ਭਾਰਤੀ ਸਮਾਜ ਦੇ ਵਿੱਚ ਇਹ ਗੱਲ ਪੱਕੇ ਤੌਰ 'ਤੇ ਮੰਨੀ ਜਾਂਦੀ ਰਹੀ ਹੈ, ਹਾਲੇ ਵੀ ਮੰਨੀ ਜਾਂਦੀ ਹੈ ਕਿ ਬੰਦੇ ਨੂੰ ਸਮਾਜ ਵਿੱਚ ਵਿਚਰਨ ਲਈ ਇੱਕ ਚੰਗਾ, ਇਖਲਾਕੀ ਜਾਂ ਨੈਤਿਕ ਇਨਸਾਨ ਬਣਾਉਣ ਵਿੱਚ ਸਭ ਤੋਂ ਵੱਡਾ ਹੱਥ ਧਰਮ ਦਾ ਹੁੰਦਾ ਹੈ। ਅਤੇ ਨਾਲੇ ਵੀ ਗੱਲ ਲਿਖੀ ਹੈ, ਕਹਿੰਦੇ ਇਸ ਸਮਝ ਅਨੁਸਾਰ ਜੇ ਬੰਦਾ ਧਰਮ ਵੱਲੋਂ ਪ੍ਰਚਾਰੇ ਰੱਬ ਦੇ ਡਰ ਵਿੱਚ ਰਹਿ ਕੇ ਚੱਲੇ ਤਾਂ ਉਹ ਖੁਦ ਨੂੰ ਵੀ ਅਤੇ ਦੂਜਿਆਂ ਨੂੰ ਵੀ ਸਮਾਜ ਵਿੱਚ ਸੁਖੀ ਅਤੇ ਖੁਸ਼ ਰੱਖ ਸਕਦਾ ਹੈ। ਦੂਜੇ ਪਾਸੇ ਜੇ ਬੰਦੇ ਦੇ ਮਨ ਵਿੱਚੋਂ ਰੱਬ ਦਾ ਡਰ ਚੁੱਕਿਆ ਜਾਵੇ ਅਤੇ ਉਹ ਆਪਣੀ ਧਾਰਮਿਕ ਸਿੱਖਿਆ ਅਨੁਸਾਰ ਵਿਵਹਾਰ ਨਾ ਕਰੇ ਤਾਂ ਸਮਾਜ ਦਾ ਕਾਰੋਬਾਰ ਠੀਕ ਤੌਰ 'ਤੇ ਚੱਲਣਾ ਅਸੰਭਵ ਹੋ ਜਾਵੇ, ਇਹ ਸਮਝਿਆ ਜਾਂਦਾ। ਸੋ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਹੈ ਕਿ ਤੁਸੀਂ ਵੀ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਕਿ ਲੋਕ ਇਹ ਸਮਝਦੇ ਆ ਕਿ ਵੀ ਧਰਮ ਦੇ ਨਾਲ ਇਹਨੂੰ ਜੋੜ ਕੇ ਦੇਖਦੇ ਹੈਗੇ ਆ, ਕਿ ਇਸ ਤਰ੍ਹਾਂ ਸੋਚਿਆ ਜਾਣਾ ਕੁਐਸਚਨੇਬਲ ਹੈ? ਬਿਲਕੁਲ, ਮੇਰੇ ਖਿਆਲ ਦੇ ਵਿੱਚ ਕੁਐਸਚਨੇਬਲ ਹੈ, ਕਿਉਂਕਿ ਇਹ ਅਸਲੀਅਤ ਨਹੀਂ ਹੈ। ਹੁਣ ਤੱਕ ਮਤਲਬ ਅਸੀਂ ਇਸੇ ਹੀ ਸੋਚ ਨਾਲ, ਮਤਲਬ ਸਾਰੀ ਦੁਨੀਆ ਦੇ ਲੋਕ ਜਿਹੜੇ ਆ, ਜੇ ਅਸੀਂ ਜਿਹੜੀ ਵਿਕਾਸਵਾਦੀ ਮਤਲਬ ਜਿਹੜੀ ਸੋਚ ਹੈਗੀ ਆ ਡਾਰਵਿਨ ਤੋਂ ਜਿਹੜੀ ਸਾਨੂੰ ਮਿਲੀ ਆ, ਜੇ ਅਸੀਂ ਉਹਦੇ ਅਨੁਸਾਰ ਦੇਖੀਏ ਤਾਂ ਇਨਸਾਨ ਜਿਹੜਾ ਆ ਉਹ ਮਤਲਬ ਇੱਥੇ ਤੱਕ ਪਹੁੰਚਣ ਨੂੰ ਕਾਫੀ ਲੰਮਾ ਸਮਾਂ ਲੱਗਾ, ਮਤਲਬ ਇੱਕ ਜਾਨਵਰ ਤੋਂ ਇਨਸਾਨ ਤੱਕ। ਅਤੇ ਉਹਦੇ ਵਿੱਚ ਮਤਲਬ ਸ਼ੁਰੂ ਦੇ ਵਿੱਚ ਇਨਸਾਨ ਜਦੋਂ ਆਲੇ ਦੁਆਲੇ ਕੁਦਰਤੀਆਂ ਮਤਲਬ ਜਿਹੜੀਆਂ ਦੇਖਦਾ ਸੀ, ਜਿਹੜੇ ਵਰਤਾਰੇ, ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਉਂ ਹੋ ਰਿਹਾ ਇਹ, ਹੈ ਨਾ। ਉਹ ਹੌਲੀ ਹੌਲੀ ਮਤਲਬ ਉਹਨੂੰ ਸਮਝਣ ਦੇ ਜਿਹੜਾ ਅਮਲ ਸੀਗਾ, ਉਹਦੇ ਵਿੱਚੋਂ ਮਤਲਬ ਜਿਹੜੀ ਰੱਬ ਦਾ ਕੌਨਸੈਪਟ ਜਿਹੜਾ ਆ ਉਹ ਨਿਕਲਿਆ। ਮਤਲਬ ਜਿਹੜੀ ਵਿਗਿਆਨਕ ਪਹੁੰਚ ਆ ਉਹਦੇ ਅਨੁਸਾਰ ਮਤਲਬ ਇੱਦਾਂ ਸੋਚਿਆ ਜਾਂਦਾ, ਜਿਹਨੂੰ ਮੈਂ ਮਤਲਬ ਸਹੀ ਮੰਨਦਾ ਹੈਗਾ ਵੀ ਮਤਲਬ ਉਹ ਜਿਹੜਾ ਰੱਬ ਦਾ ਸੀ ਉਹਦੇ ਹਰੇਕ ਜਗ੍ਹਾ ਮਤਲਬ ਇਹ ਤਾਂ ਮਤਲਬ ਸਾਂਝ ਹੈਗੀ ਆ ਹਰ ਜਗ੍ਹਾ, ਵੀ ਉਹਨਾਂ ਨੇ ਇਸ ਕਿਸਮ ਦਾ ਸੋਚਿਆ ਵੀ ਕੋਈ ਸ਼ਕਤੀ ਆ ਜਿਹੜੀ ਇਹ ਕਰਾਉਂਦੀ ਹੈਗੀ ਆ, ਉਹਦੇ ਕੀ ਰੂਪ ਆ ਉਹ ਹਰ ਜਗ੍ਹਾ ਵੱਖਰੇ ਵੱਖਰੇ ਆ। ਮਤਲਬ ਜੇ ਤਾਂ ਫਰਕੁਲਰ ਮਤਲਬ ਇਸ ਕਿਸਮ ਦੀ ਸੀ ਨਾ ਵੀ ਉੱਤੋਂ ਜਿਹੜੀ ਕੋਈ ਇਸ ਕਿਸਮ ਦੀ ਗੱਲ ਹੈਗੀ ਆ ਵੀ ਉਹ ਸ਼ਕਤੀ ਹੈਗੀ ਆ ਅਤੇ ਉਹਨੇ ਇਨਸਾਨ ਨੂੰ ਇੱਥੇ ਭੇਜਿਆ, ਜਿੱਦਾਂ ਸਾਰੇ ਧਰਮ ਜਿਹੜੇ ਮੰਨਦੇ ਹੈਗੇ ਆ ਵੀ ਉਹਨੇ ਇਨਸਾਨ ਨੂੰ ਇੱਥੇ ਭੇਜਿਆ ਅਤੇ ਉਹਨੇ ਜਿਵੇਂ ਫਰਕੁਲਰ ਈਸਾਈ ਧਰਮ ਦੇ ਵਿੱਚ ਆ ਵੀ 6 ਦਿਨਾਂ ਦੇ ਵਿੱਚ ਉਹਨਾਂ ਨੇ ਸਭ ਕੁਛ ਇਹ ਜਿਹੜਾ ਸਿਰਜ ਦਿੱਤਾ, ਹੈ ਨਾ। ਵੱਖਰੇ ਵੱਖਰੇ ਧਰਮਾਂ 'ਚ ਵੱਖਰੇ ਵੱਖਰੀ ਜਿਹੜੀਆਂ ਜਿਹਨੂੰ ਆਪਾਂ ਹੁਣ ਮਿਥ ਕਹਿੰਦੇ ਆ, ਉਹ ਇਸ ਕਿਸਮ ਦੀਆਂ ਜਿਹੜੀਆਂ ਥਿਊਰੀਜ਼ ਹੈਗੀਆਂ। ਸੋ ਜਿਹੜੀ ਉਹ ਹੈਗੀ ਆ ਉਹਦੇ ਅਨੁਸਾਰ ਜਿਹੜਾ ਹੈ ਮਤਲਬ ਜਿਹੜੀ ਇਨਸਾਨ ਦੀ ਮਤਲਬ ਧਰਮ ਆ ਜਿਹੜਾ ਉਹ ਮਤਲਬ ਜਿਹੜੀ ਨਾਸਤਕ ਲੋਕ ਜਾਂ ਜਿਹੜੇ ਲੋਕ ਨਹੀਂ ਮੰਨਦੇ ਜਾਂ ਜਿਹੜੇ ਵਿਗਿਆਨਕ ਸੋਚ ਨਾਲ ਸੋਚਦੇ ਆ, ਉਹਨਾਂ ਦਾ ਖਿਆਲ ਵੀ ਇਹ ਬੰਦੇ ਦੀ ਪੈਦਾਇਸ਼ ਹੈਗੀ ਹੈ, ਨਾ ਕਿ ਬੰਦਾ ਪਰਮਾਤਮਾ ਦੀ ਪੈਦਾਇਸ਼। ਸੋ ਜਿਹੜੀ ਮਤਲਬ ਜੇ ਬੰਦੇ ਨਹੀਂ ਉਹ ਪੈਦਾ ਕੀਤੀ ਹੈਗੀ, ਹਰ ਜਗ੍ਹਾ ਵੱਖਰੀ ਵੱਖਰੀ ਆ, ਅਤੇ ਉਹਦੇ ਵਿੱਚ ਜਿਹੜੀਆਂ ਮਤਲਬ ਫਿਰ ਕਦਰਾਂ ਕੀਮਤਾਂ ਵੀ ਜਿਹੜੀਆਂ ਉਹ ਵੀ ਇਨਸਾਨ ਨੇ ਪੈਦਾ ਕੀਤੀਆਂ ਸਾਰੀਆਂ ਜਿਹੜੀਆਂ। ਸੋ ਜਿਹੜੀ ਮਤਲਬ ਇਹ ਗੱਲ ਆਪਣੇ ਆਪ ਜਦੋਂ ਮਤਲਬ ਸ਼ੁਰੂ ਦੇ ਵਿੱਚ ਇਹ ਬਹੁਤ ਵਧੀਆ ਸੀਗੀ ਕਿ ਤੁਸੀਂ ਮਤਲਬ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਮਤਲਬ ਉਹਨੂੰ ਜਥੇਬੰਦ ਕਰਨਾ ਨਾ, ਅਤੇ ਜਦੋਂ ਮਤਲਬ ਅਜੇ ਇਨਸਾਨ ਜਿਹੜਾ ਉਹ ਉਹਨਾਂ ਜਦੋਂ ਹੁਣ ਫਰਜ਼ ਕਰ ਲਓ ਆਪਾਂ ਦੇਖਦੇ ਹਾਂ ਇਸ ਵੇਲੇ ਮਤਲਬ ਪਿਛਲੇ 5-6 ਸਾਲ ਦਾ ਤੁਸੀਂ ਦੇਖੋ ਜਿਹੜਾ ਸਫ਼ਰ ਆ, ਇੱਕ ਸ਼ਰਮਨ ਬੰਦਾ ਹੈ, ਉਹਦੀ ਕਿਤਾਬ ਆ ਦ ਮੋਰਲ ਆਰਕ, ਜਿੱਥੇ ਉਹ ਦੇਖੋ ਅਤੇ ਉਹਨੇ ਮਤਲਬ ਪਿਛਲੇ ਲੰਮੇ ਸਮੇਂ ਤੋਂ ਉਹਨੇ ਮਤਲਬ ਇਹ ਡਿਸਕਸ਼ਨ ਕੀਤੀ ਹੈਗੀ ਆ ਵੀ ਪਹਿਲਾਂ ਇਸ ਚੀਜ਼ ਬਾਰੇ ਇਸ ਕਿਸਮ ਦਾ ਲੋਕਾਂ ਦਾ ਬਿਹੇਵੀਅਰ ਸੀਗਾ, ਹੁਣ ਇਸ ਕਿਸਮ ਦਾ ਆ ਬਦਲਦਾ ਰਿਹਾ ਔਰ ਚੰਗੇ ਪਾਸੇ ਨੂੰ ਬਦਲ ਰਿਹਾ। ਮਤਲਬ ਇਹ ਵੀ ਉਹਦੀ ਹੈਗੀ ਆ ਵੀ ਮਤਲਬ ਸਹੀ ਪਾਸੇ ਨੂੰ ਅਸੀਂ ਜਾ ਰਹੇ ਹਾਂ। ਕੋਈ ਚੀਜ਼ ਲਾ ਲਓ ਤੁਸੀਂ, ਮਤਲਬ ਔਰਤਾਂ ਦੀ ਸਥਿਤੀ ਲਾ ਲਓ, ਬਹੁਤੇ ਸਮਾਜਾਂ ਦੇ ਵਿੱਚ ਔਰਤਾਂ ਦੀ ਸਥਿਤੀ, ਔਰ ਜਿਹੜੇ ਧਰਮ ਆ ਉਹ ਸਾਰੇ ਇਨਸਾਨ ਬੰਦੇ ਦੀ ਸੋਚ ਆ, ਔਰਤਾਂ ਨੇ ਬਹੁਤ ਘੱਟ ਉਹਦੇ 'ਚ ਕੰਟਰੀਬਿਊਟ ਕੀਤਾ ਹੈਗਾ ਹਰ ਜਗ੍ਹਾ, ਹਰ ਧਰਮ ਦੇ ਵਿੱਚ। ਅਤੇ ਸੋ ਜਿਹੜੀ ਬੰਦੇ ਦੀ ਸੋਚ ਆ ਉਹਦੇ 'ਚ ਬੰਦੇ ਦੀ ਸੋਚ ਆ, ਜਿਹੜਾ ਪਰਮਾਤਮਾ ਉਹ ਵੀ ਬੰਦਾ ਹੀ ਆ, ਅਤੇ ਮਤਲਬ ਜਿਹੜਾ ਬੰਦਾ ਹਰ ਜਗ੍ਹਾ ਉਹ ਮਤਲਬ ਉੱਤੇ ਆ ਔਰਤ ਨਾਲੋਂ ਤਕਰੀਬਨ ਹਰ ਧਰਮ ਦੇ ਵਿੱਚ। ਭਾਵੇਂ ਹੁਣ ਉਹਨੂੰ ਬਹੁਤ ਕੁਛ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸਮਾਜ ਜਿਹੜਾ ਜਾਂ ਲੋਕਾਂ ਦੀ ਸੋਚ ਜਿਹੜੀ ਆ ਉਹ ਬਦਲ ਰਹੀ ਆ। ਸੋ ਜਿਹੜੀ ਉਹਦੇ ਨਾਲ ਜਿਹੜੇ ਧਰਮ ਆ ਉਹ ਫਿਰ ਆਪਣੀ ਥੋੜ੍ਹੀ ਜਿਹੀਆਂ ਪੋਜੀਸ਼ਨਾਂ ਬਦਲ ਲੈਂਦੇ ਆ, ਅਤੇ ਉਹ ਇਹ ਮਤਲਬ ਇਹ ਕੰਟੀਨਿਊ ਰਹਿੰਦੀ ਹੈ ਗੱਲ, ਮਤਲਬ ਇਹ ਰੁਕਦੀ ਨਹੀਂ ਕਿਤੇ ਨਾ, ਮਤਲਬ ਇਹਦਾ ਕੋਈ ਹੈ। ਸੋ ਜਿਹੜੀ ਮਤਲਬ ਇਹ ਵੀ ਮਤਲਬ ਇਸ ਤਰੀਕੇ ਨਾਲ ਬੰਦਾ ਜਿਹੜਾ ਆ ਉਹ ਵਧੀਆ ਉਹਦੀ ਨੈਤਿਕਤਾ ਹੋ ਸਕਦੀ ਆ। ਉਹ ਕਿਸੇ ਟਾਈਮ ਇਹ ਗੱਲ ਬਿਲਕੁਲ ਕੰਮ ਕਰਦੀ ਸੀ ਕਿ ਧਰਮ ਆ ਜਿਹੜਾ ਉਹੀ ਬੰਦੇ ਨੂੰ ਸਿਖਾਉਂਦਾ ਹੈਗਾ, ਅਤੇ ਰੱਬ ਦਾ ਡਰ ਆ ਜਿਹੜਾ, ਜਾਂ ਮਤਲਬ ਨਰਕ ਸੁਰਗ ਦਾ ਡਰ ਜਾਂ ਕਰਮਾਂ ਦੀ ਗੱਲ ਫਰਕ ਆਪਣੇ ਭਾਰਤੀ ਜਿਹੜੇ ਮਿਥ ਦੇ ਵਿੱਚ, ਉਹ ਗੱਲਾਂ ਬੰਦੇ ਨੂੰ ਸੇਧ 'ਚ ਰੱਖਦੀਆਂ, ਫਿਰ ਬੰਦਾ ਇੱਧਰ ਉੱਧਰ ਬਹੁਤ ਘੱਟ ਹੁੰਦਾ ਆ। ਪਰ ਅਸਲੀਅਤ ਦੇ ਵਿੱਚ ਇਹ ਗੱਲ ਸਹੀ ਨਹੀਂ ਹੈ। ਮਤਲਬ ਤੁਸੀਂ ਜਿੱਥੇ ਵੀ ਦੇਖੋ, ਜਿੱਥੇ ਜ਼ਿਆਦਾ ਧਰਮ ਹੈਗੇ, ਇਸ ਵੇਲੇ ਦੇਖ ਲਓ ਤੁਸੀਂ ਨਾ,
ਜਿੱਥੇ ਲੋਕ ਜ਼ਿਆਦਾ ਧਰਮ ਵਿੱਚ ਯਕੀਨ ਕਰਦੇ ਆ ਉੱਥੇ ਜ਼ਿਆਦਾ ਹੇਰਾ ਫੇਰੀ, ਉੱਥੇ ਜ਼ਿਆਦਾ ਲੜਾਈ ਝਗੜੇ, ਉੱਥੇ ਜ਼ਿਆਦਾ ਲੋਕਾਂ ਦੇ ਨਾਲ ਹਰ ਕਿਸਮ ਦੀ ਮਤਲਬ ਬੇਈਮਾਨੀ, ਉਹ ਮਤਲਬ ਕਿਉਂਕਿ ਇੱਕ ਸ਼ੀਲਡ ਮਿਲ ਜਾਂਦੀ ਸਾਨੂੰ, ਰੱਬ ਜਿਹੜਾ ਉਹਦੇ ਪਿੱਛੇ ਲੋਕੇ ਤੁਸੀਂ ਜੋ ਮਰਜ਼ੀ ਕਰੀ ਜਾਓ, ਉਹਲੇ 'ਚ ਹੋ ਰਿਹਾ ਹੈ ਨਾ, ਉਹਲੇ 'ਚ। ਦੂਜਾ ਇਹ ਆ ਵੀ ਤੁਸੀਂ ਮਤਲਬ ਬੜੀ ਗੱਲ ਹੈਗੀ, ਤੁਸੀਂ ਕੋਈ ਹੇਰਾਫੇਰੀ ਕਿਸੇ ਨਾਲ ਕੀਤੀ ਆ, ਹੈ ਨਾ, ਮਿਲੀਅਨ ਦੀ ਹੇਰਾਫੇਰੀ ਕੀਤੀ ਆ, $2-3,000 ਤੁਸੀਂ ਕਰਕੇ ਖੰਡ ਪਾਠ ਬਹੁਤ ਵਧੀਆ ਕਰਾ ਦਿਓ, ਸਾਰੇ ਲੋਕ ਖੁਸ਼ ਵੀ ਬੰਦਾ ਕਿੰਨਾ ਧਾਰਮਿਕ ਹੈਗਾ, ਜਾਂ ਚੜਾਵਾ ਚੜਾ ਦਿਓ, ਜਾਂ ਕੋਈ ਮਤਲਬ ਧਾਰਮਿਕ ਥਾਂ ਦੇ ਵਿੱਚ ਕੋਈ ਚੀਜ਼ ਬਣਾ ਦਿਓ। ਇੱਦਾਂ ਹੀ ਜਿਹੜੇ ਅਮੀਰ ਆ ਉਹ ਜਿਹੜੇ ਬਹੁਤ ਮਤਲਬ ਧਰਮ ਨੂੰ ਪੈਸਾ ਦਿੰਦੇ ਹੈਗੇ ਆ, ਅਤੇ ਉਹਦੇ ਨਾਲ ਇਹ ਹੁੰਦਾ ਵੀ ਉਹ ਸੋ ਜਿਹੜੀ ਇਹ ਗੱਲ ਹੈਗੀ ਆ ਕਿ ਨੈਤਿਕਤਾ ਜਿਹੜੀ ਆ ਉਹ ਧਰਮ ਤੋਂ ਆਉਂਦੀ ਆ। ਇਹ ਗੱਲ ਹੁਣ ਜਿਹੜੀ ਵਿਗਿਆਨਕ ਪਹੁੰਚ ਦੇ ਨਾਲ ਇਹ ਗੱਲ ਸਹੀ ਨਹੀਂ ਲੱਗਦੀ ਹੈ। ਨੈਤਿਕਤਾ ਆਉਂਦੀ ਆ ਬੰਦੇ ਦੀ, ਜਿਵੇਂ ਪਹਿਲਾਂ ਗੱਲ ਕੀਤੀ ਸੀ, ਬੰਦੇ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਆ ਉਹਦੇ ਵਿੱਚ ਜਿਹੜਾ ਸਹਿਯੋਗ ਦੀ ਲੋੜ ਹੈਗੀ ਆ, ਫਰਜ਼ ਕਰ ਲਓ ਧਰਮ ਵੀ ਆ ਜਿਹੜੇ, ਉਹ ਜੇ ਉਹ ਸਹਿਯੋਗ ਉੱਥੇ ਨਾ ਹੁੰਦਾ ਇਨਸਾਨਾਂ ਦੇ ਵਿੱਚ ਤਾਂ ਧਰਮ ਕਿੱਥੋਂ ਆ ਜਾਂਦਾ, ਹੈ ਨਾ। ਸ਼ਾਇਦ ਮੈਨੂੰ ਲੱਗਦਾ ਕਿ ਧਰਮ ਦੇ ਨੇੜੇ ਤਾਂ, ਜਾਂ ਧਰਮ ਦਾ ਆਪਾਂ ਇਹਨੂੰ ਤਾਂ ਮੰਨਦੇ ਹਾਂ ਕਿਉਂਕਿ ਬਹੁਤੀ ਵਾਰੀ ਇਹੀ ਕਿਹਾ ਜਾਂਦਾ ਕਿ ਜਿਹੜਾ ਧਰਮ ਆ ਉਹ ਸਾਨੂੰ ਉਹੀ ਏਕਤਾ ਹੀ ਸਿਖਾਉਂਦਾ, ਇੱਕ ਵਾਲੀ ਜਿਹੜੀ ਚੀਜ਼ ਆ ਉਹ ਸਿਖਾਉਂਦਾ। ਆਪਾਂ ਬੜੀ ਵਾਰੀ ਸੁਣਿਆ ਧਰਮਾਂ ਦੇ ਮਾਮਲੇ ਦੇ ਵਿੱਚ ਕਿ ਸਾਰੇ ਧਰਮ ਇਹ ਕਹਿੰਦੇ ਆ ਕਿ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਆਪਾਂ ਸਾਰੇ ਉਹਦੇ ਬਣਾਏ ਹੋਏ ਆ। ਉਹਦੇ ਵਿੱਚ ਅਗੇਨ ਉਹ ਯੂਨਿਟੀ ਵਾਲੀ ਗੱਲ, ਇਕਜੁੱਟਤਾ, ਇੱਕ ਮੁੱਠਤਾ ਦੀ ਗੱਲ, ਕੋਆਰਡੀਨੇਸ਼ਨ ਦੀ ਗੱਲ, ਕੋਆਪਰੇਸ਼ਨ ਦੀ ਗੱਲ, ਉਹ ਸਾਰੀਆਂ ਗੱਲਾਂ ਆ ਜਾਂਦੀਆਂ। ਸ਼ਾਇਦ ਇਸ ਕਰਕੇ ਵੀ ਇਹ ਕਿਹਾ ਜਾਂਦਾ ਕਿ ਵੀ ਇਹ ਧਰਮ ਦੇ ਵਿੱਚੋਂ ਹੀ ਪੈਦਾ ਹੋਈ ਹੈ। ਕਿਹਾ ਜਾਂਦਾ, ਮੈਂ ਮਤਲਬ ਇਹ ਨਾ ਵੀ ਕਿਹਾ ਜਾਂਦਾ, ਪਰ ਇੱਦਾਂ ਹੈ ਨਹੀਂ। ਜਿਵੇਂ ਫਰਜ਼ ਕਰ ਲਓ ਈਸਾਈ ਧਰਮ ਆ, ਬਹੁਤ ਵੱਡਾ ਧਰਮ ਆ, ਕਿਉਂਕਿ ਉਹ ਮਤਲਬ ਦੁਨੀਆ 'ਤੇ ਰਾਜ ਕਰਦੇ ਰਹੇ, ਉਹਨਾਂ ਨੇ ਜਾ ਕੇ ਲੋਕਾਂ ਨੂੰ ਦੂਜੇ ਥਾਂ ਵੀ ਮਤਲਬ ਈਸਾਈ ਬਣਾ ਦਿੱਤਾ। ਈਸਾਈ ਧਰਮ ਦੇ ਵਿੱਚ 35,000 ਸੈਕਟ ਆ, 35,000 ਹਾਂ। ਸਾਡਾ ਸਿੱਖ ਧਰਮ ਹੈ ਜਿਹੜਾ ਬੜਾ ਨਵਾਂ ਆ, ਇਹਦੇ 'ਚ ਦੇਖੋ ਕਿੰਨੇ ਵਖਰੇਵੇਂ ਹੈਗੇ ਲੋਕਾਂ ਦੇ ਵਿੱਚ। ਸਰੀ ਦੇ ਵਿੱਚ ਜਿੰਨੇ ਗੁਰਦੁਆਰੇ ਆ ਸ਼ਾਇਦ ਸਾਰਿਆਂ ਦੀ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਨਾ ਬਣਦੀ ਹੋਵੇ, ਹੈ ਨਾ। ਸੋ ਜੇ ਉਹ ਇੱਕ ਜੀ ਹਾਂ, ਜੇ ਫਰਜ਼ ਕਰ ਲਓ ਕੱਲ੍ਹ ਨੂੰ ਮਤਲਬ ਇਸ ਕਿਸਮ ਦੀ ਕੋਈ ਸਿਚੁਏਸ਼ਨ ਪੈਦਾ ਹੋ ਜਾਂਦੀ, ਜੇ ਕੀਤੀ ਜਾ ਸਕਦੀ ਆ, ਲੋੜ ਪੈ ਜਾਂਦੀ ਆ, ਮਤਲਬ ਜਿਵੇਂ ਹੁਣ ਇਸ ਵੇਲੇ ਹਿੰਦੁਸਤਾਨ 'ਚ ਹੋ ਰਿਹਾ, ਲੋੜ ਦੇ ਵਿੱਚੋਂ ਹੀ ਫਿਰ ਇਕੱਠਤਾ ਆਏਗੀ। ਹਾਂ, ਉਹਦੇ 'ਚੋਂ ਫਿਰ ਮਤਲਬ ਸਾਰੇ ਲੋਕ ਇਕੱਠੇ ਹੋ ਜਾਣਗੇ। ਜਿੱਦਾਂ ਹੁਣ ਫਰਜ਼ ਕਰ ਇਸ ਵੇਲੇ ਭਾਰਤ ਦੇ ਵਿੱਚ ਜਿਹੜਾ ਧਰਮ ਉੱਥੇ ਇਸ ਵੇਲੇ ਪਾਵਰ ਦੇ ਵਿੱਚ ਆ, ਉਹ ਜੋ ਕੁਛ ਜਿਸ ਕਿਸਮ ਦੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਦੂਜੇ ਧਰਮਾਂ ਦੇ ਖਿਲਾਫ, ਉਹ ਆਪਣੇ ਆਪ ਦੇ ਵਿੱਚ ਹੈਗੀ ਆ। ਮਤਲਬ ਹੁਣ ਉਹ ਸਾਰੇ ਲੋਕ ਉਹਦੇ 'ਚ ਇਕੱਠੇ ਹੋਏ ਆ, ਦੂਜਿਆਂ ਨੂੰ ਵੀ ਇਕੱਠੇ ਹੋਣ ਦੀ ਲੋੜ ਪੈਣੀ ਆ। ਹਾਂ, ਉਦੋਂ ਤਾਂ ਜ਼ਰੂਰ ਇਕੱਠੇ ਹੋ ਜਾਂਦੇ ਆ, ਪਰ ਉੱਦਾਂ ਮਤਲਬ ਪਈ ਤੁਸੀਂ ਇੱਕ ਧਰਮ ਨੂੰ ਮੰਨਦੇ ਆ, ਇੱਕ ਧਰਮ ਤਾਂ ਮਤਲਬ ਕੋਈ ਇੱਕ ਗੁਰਦੁਆਰੇ ਦੇ ਵਿੱਚ 2-4 ਬੰਦੇ ਨਹੀਂ ਮਤਲਬ ਸਹਿਮਤ ਹੋ ਸਕਦੇ ਕਿਸੇ ਚੀਜ਼ ਨਾਲ, ਜਾਂ ਇੱਕ ਮੰਦਿਰ ਦੇ ਵਿੱਚ ਜਾਂ ਇੱਕ ਮਸਜਿਦ ਦੇ ਵਿੱਚ, ਮਤਲਬ ਸੋ ਇਹ ਗੱਲ ਜਿਹੜੀ ਆ ਇਹ ਕਹਿਣ ਨੂੰ ਠੀਕ ਲੱਗਦੀ ਹੈਗੀ ਆ, ਪਰ ਅਸਲ ਨਹੀਂ। ਸੋ ਜਿਹੜੀ ਨੈਤਿਕਤਾ ਦਾ ਸੋਮਾ ਆ ਜਿਹੜਾ, ਉਹ ਇਨਸਾਨ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਆ ਉਹਨਾਂ ਦੇ ਵਿੱਚੋਂ ਪੈਦਾ ਹੋਇਆ, ਅਤੇ ਉਹਨਾਂ ਲੋੜਾਂ ਦੇ, ਕਿਉਂਕਿ ਇਨਸਾਨ ਇੱਕ ਦੂਜੇ ਦੇ ਨਾਲ ਸਹਿਯੋਗ ਕਰਦਾ ਸੀ, ਉਹਦੇ ਵਿੱਚੋਂ ਹੀ ਜਿਹੜੀ ਆ ਮਤਲਬ ਦੂਜੀਆਂ ਚੀਜ਼ਾਂ ਪੈਦਾ ਹੋਈਆਂ ਸਣੇ ਧਰਮ ਦੇ। ਸੋ ਇਹ ਨਹੀਂ ਵੀ ਧਰਮ ਨੇ ਪੈਦਾ ਕੀਤੀ ਹੈ ਨੈਤਿਕਤਾ ਨੇ ਧਰਮ ਪੈਦਾ ਕੀਤਾ। ਮੈਨੂੰ ਇਹ ਲੱਗਦਾ, ਮੈਨੂੰ ਇਹ ਗੱਲ ਸਹੀ ਲੱਗਦੀ ਹੈ। ਅੱਛਾ, ਜਿੱਥੇ ਹੁਣ ਤੁਸੀਂ ਸੋਮੇ ਦੀ ਗੱਲ ਕੀਤੀ ਹੈ ਕਿ ਨੈਤਿਕਤਾ ਦਾ ਸੋਮਾ ਕੀ ਹੈ, ਤੁਸੀਂ ਕਿਹਾ ਵੀ ਜਿਹੜੀਆਂ ਮੁੱਖ ਲੋੜਾਂ ਆ ਉਹਨਾਂ ਦੇ ਵਿੱਚੋਂ ਹੀ ਇਹ ਚੀਜ਼ ਪੈਦਾ ਹੋਈ ਹੈ। ਹੁਣ ਜਿਹੜੇ ਲੋਕ ਧਰਮ ਦੇ ਵਿੱਚ ਯਕੀਨ ਨਹੀਂ ਕਰਦੇ, ਜਾਂ ਰੱਬ ਦੇ ਵਿੱਚ ਯਕੀਨ ਨਹੀਂ ਕਰਦੇ, ਜਾਂ ਉਸ ਪਾਵਰ ਦੇ ਵਿੱਚ ਯਕੀਨ ਨਹੀਂ ਕਰਦੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਕਰਦੇ ਹੋ ਸਕਦੇ ਹੈਗੇ ਆ ਆਪਾਂ, ਪਰ ਹੈਗੇ ਅਗੇਨ ਸਾਰੇ ਮਨੁੱਖ ਹੈਗੇ ਆ, ਸਾਡੇ ਦਿਮਾਗ ਵੀ ਇੱਕੋ ਜਿਹੇ ਆ, ਸਾਡੀ ਬਣਤਰ ਵੀ ਇੱਕੋ ਜਿਹੀ ਹੈਗੀ ਆ। ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਜਿਹੜੇ ਲੋਕ ਯਕੀਨ ਨਹੀਂ ਕਰਦੇ ਰੱਬ ਦੇ ਵਿੱਚ, ਜਾਂ ਧਰਮ ਦੇ ਵਿੱਚ ਯਕੀਨ ਨਹੀਂ ਕਰਦੇ, ਹੁਣ ਦੇਖਣ ਦੇ ਵਿੱਚ ਤਾਂ ਇਹ ਆਉਂਦਾ ਕਿ ਵੀ ਉਹਨਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੀਆਂ ਬਹੁਤ ਵਧੀਆ ਹੋ ਸਕਦੀਆਂ, ਉਹ ਨੈਤਿਕ ਹੋ ਸਕਦੇ ਹੈਗੇ ਆ, ਪਰ ਆਪਣੇ ਆਪ ਦੇ ਵਿੱਚ ਅਗੇਨ ਹੀ ਵੱਡਾ ਸਵਾਲ ਬਣਦਾ ਹੈਗਾ ਕਿ ਕੀ ਜਿਹੜੇ ਲੋਕ ਨੈਤਿਕਤਾ ਨੂੰ ਧਰਮ ਦੇ ਵਿੱਚੋਂ ਹੀ ਪੈਦਾ ਹੋਇਆ ਸਮਝਦੇ ਆ, ਦੈਨ ਉਹਨਾਂ ਦੀ ਨਜ਼ਰ ਦੇ ਵਿੱਚ ਤਾਂ ਫਿਰ ਇਹ ਹੋਏਗਾ ਕਿ ਜਿਹੜੇ ਯਕੀਨ ਨਹੀਂ ਕਰ ਰਹੇ ਸਾਰੇ ਕਾਸੇ ਦੇ ਵਿੱਚ, ਉਹ ਅਨੈਤਿਕਤਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੋ ਰਿਹਾ ਇਸ ਵੇਲੇ। ਜਿਹੜੇ ਧਾਰਮਿਕ ਲੋਕ ਹੈਗੇ ਆ, ਉਹ ਜਿਹੜੇ ਲੋਕੀ ਧਾਰਮਿਕ ਹੈ, ਜਿਹੜੇ ਲੋਕੀ ਧਰਮ ਨੂੰ ਜਾਂ ਮਤਲਬ ਉਹਨਾਂ ਨੂੰ ਚੀਜ਼ਾਂ ਨੂੰ ਨਹੀਂ ਮੰਨਦੇ ਜਾਂ ਰੱਬ ਦੇ ਵਿੱਚ ਨਹੀਂ ਯਕੀਨ ਕਰਦੇ, ਉਹਨਾਂ ਨੂੰ ਉਹ ਨੈਤਿਕ ਨਹੀਂ ਸਮਝਦੇ ਹੈ। ਮਤਲਬ ਨਾਸਤਿਕ ਬੰਦੇ ਨੂੰ ਮਤਲਬ ਆਪਣੇ ਖਾਸ ਤੌਰ 'ਤੇ ਆਪਣੇ ਭਾਈਚਾਰੇ ਦੇ ਵਿੱਚ, ਇੱਧਰ ਤਾਂ ਚਲੋ ਫਿਰ ਵੀ ਥੋੜ੍ਹਾ ਜਿਹਾ ਫਰਕ ਹੈਗਾ ਆ, ਮਤਲਬ ਜਿੱਥੇ ਜ਼ਿਆਦਾ ਕਈ ਥਾਈਂ ਤਾਂ ਜੇ ਮਤਲਬ 13 ਮੁਲਕ ਇਸ ਕਿਸਮ ਦੀ ਦੁਨੀਆ 'ਚ ਹੈਗੇ ਜਿੱਥੇ ਨਾਸਤਿਕ ਨੂੰ ਜੀਣ ਦਾ ਹੱਕ ਨਹੀਂ ਹੈ, ਮੌਤ ਦੀ ਸਜ਼ਾ ਮਿਲ ਜਾਂਦੀ, ਪਤਾ ਲੱਗ ਜਾਵੇ ਤੁਸੀਂ ਨਾਸਤਿਕ ਆ। ਸੋ ਜਿਹੜੀ ਮਤਲਬ ਬਿਲਕੁਲ ਧਾਰਮਿਕ ਲੋਕ ਇਹੀ ਮਹਿਸੂਸ ਕਰਦੇ ਆ ਕਿ ਇਹ ਕੋਈ ਨੈਤਿਕਤਾ ਨਹੀਂ ਹੈ। ਨੈਤਿਕ ਬੰਦਾ ਜਿਹੜਾ ਉਹੀ ਹੋ ਸਕਦਾ ਜਿਹਦਾ 'ਚ ਰੱਬ ਯਕੀਨ ਹੋਵੇ, ਜਿਹਨੂੰ ਰੱਬ ਦਾ ਡਰ ਹੋਵੇ, ਜਿਹੜਾ ਪੂਰੀ ਤਰ੍ਹਾਂ ਧਰਮ ਦੀਆਂ ਜਿਹੜੀਆਂ ਮਾਨਤਾ ਸਾਰੀਆਂ ਨੂੰ ਮੰਨਦਾ ਹੋਵੇ, ਉਹ ਹੀ ਬੰਦਾ ਨੈਤਿਕ ਹੋ ਸਕਦਾ, ਕਿਉਂਕਿ ਨੈਤਿਕਤਾ ਦਾ ਸੋਮਾ ਉਹਨਾਂ ਦੇ ਲਈ ਉਹ ਆ।
ਸੋ ਇਹ ਗੱਲ ਬਿਲਕੁਲ ਸਹੀ ਆ। ਉਹ ਨਹੀਂ ਮਤਲਬ ਇਸ ਗੱਲ ਨੂੰ ਮਾਨਤਾ ਦਿੰਦੇ ਕਿ ਤੁਸੀਂ ਧਰਮ ਨੂੰ ਮਤਲਬ ਛੱਡ ਕੇ ਅਤੇ ਰੱਬ ਨੂੰ ਛੱਡ ਕੇ ਤਾਂ ਤੁਸੀਂ ਚੰਗੇ ਬੰਦੇ ਬਣ ਸਕਦੇ ਆ। ਉਹਨਾਂ ਦੇ ਲਈ ਇਹ ਸੰਭਾਵਨਾ ਨਹੀਂ ਲੱਗਦੀ ਹੈ। ਅੱਛਾ, ਹੁਣ ਚਲੋ ਰੱਬ ਨੂੰ ਵੀ ਇੱਕ ਪਾਸੇ ਰੱਖ ਦਈਏ, ਧਰਮ ਨੂੰ ਵੀ ਇੱਕ ਪਾਸੇ ਰੱਖ ਦਈਏ, ਕੁਦਰਤ ਦੇ ਵਿੱਚ ਜਿਹੜੇ ਲੋਕ ਸਿਰਫ ਕਹਿੰਦੇ ਆ ਕਿ ਵੀ ਹਾਂ ਕੁਦਰਤ ਹੈ, ਕੁਦਰਤ ਦੇ ਵਿੱਚ ਅਸੀਂ ਯਕੀਨ ਕਰਦੇ ਹਾਂ, ਅਤੇ ਕੁਦਰਤ ਦੇ ਨਿਯਮ ਅਤੇ ਨੈਤਿਕਤਾ, ਕੀ ਇਹ ਸੇਮ ਚੀਜ਼ ਹੈ? ਨਹੀਂ, ਇਹਨਾਂ ਦਾ ਐਕਚੁਅਲੀ ਕੋਈ ਸੰਬੰਧ ਨਹੀਂ ਇੱਕ ਦੂਜੇ ਨਾਲ। ਜਿਵੇਂ ਫਰਕ ਕਰ ਲਓ ਹੁਣ ਮਤਲਬ ਆਪਣੇ ਅਗੇਨ ਮਤਲਬ ਧਰਮਾਂ ਦੇ ਵਿੱਚ ਆਮ ਤੌਰ 'ਤੇ ਇਹ ਹੁੰਦੀ ਆ ਵੀ ਦੇਖੋ ਜੀ ਇਹ ਐਤਕੀ ਮੀਂਹ ਤਾਂ ਜ਼ਿਆਦਾ ਪਏ ਆ, ਮਤਲਬ ਲੋਕਾਂ ਦੇ ਵਿੱਚ ਬੇਈਮਾਨੀ ਬਹੁਤ ਵੱਧ ਗਈ ਆ। ਇਸ ਕਿਸਮ ਦੀ ਜਿਹੜੇ ਕਨੈਕਸ਼ਨ ਜੁੜੇ ਹੁੰਦੇ ਆ, ਜਾਂ ਫਰਜ਼ ਕਰ ਲਓ ਤੁਸੀਂ ਇੱਥੇ ਯੱਗ ਕਰਾਓ ਅਤੇ ਮੀਂਹ ਪੈ ਜਾਊਗਾ, ਜਾਂ ਮਤਲਬ ਜੇ ਕੋਈ ਭੁਚਾਲ ਆ ਗਿਆ ਤਾਂ ਉਹ ਇਸ ਕਰਕੇ ਆਇਆ, ਜੇ ਮਤਲਬ ਬਿਜਲੀ ਕਿਸੇ ਦੇ ਡਿੱਗ ਪਈ ਤਾਂ ਉਹ ਇਸ ਕਰਕੇ, ਯਾਨੀ ਕਿ ਉਹ ਬੰਦੇ ਦੀ ਜਿਹੜੀ ਬਿਹੇਵੀਅਰ ਹੈ ਜਾਂ ਨੈਤਿਕਤਾ ਜਿਹੜੀ ਜਾਂ ਮਤਲਬ ਕਿਸੇ ਸਮਾਜ ਦੀ ਕਿਸੇ ਭਾਈਚਾਰੇ ਦੀ ਉਹਦੇ ਨਾਲ ਜੋੜ ਦਿੰਦੇ ਆ ਵੀ ਇਹਨਾਂ ਦੇ ਨਾਲ ਇਹਨਾਂ ਦੇ ਉੱਤੇ ਆਫਤ ਜਿਹੜੀ ਆ ਕੁਦਰਤੀ ਆਫਤ ਇਸ ਕਰਕੇ ਆਈ ਆ। ਉਹਦਾ ਕੋਈ ਸੰਬੰਧ ਨਹੀਂ। ਜਿਹੜੀ ਮਤਲਬ ਕੁਦਰਤ ਆ ਨਾ, ਉਹਦਾ ਨੈਤਿਕਤਾ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੀ ਕੁਦਰਤ ਆ ਉਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਮਤਲਬ ਉਹ ਕੁਦਰਤੀ ਵਰਤਾਰੇ ਹੈਗੇ ਆ। ਸੋ ਕੁਦਰਤ ਤਾਂ ਕੋਈ ਖਰਾਬ ਕੰਮ ਫਿਰ ਕਰੇ ਹੀ ਨਾ ਹੜ੍ਹ ਆਉਣ, ਨਾ ਭੁਚਾਲ ਆਉਣ, ਕੋਈ ਸੰਬੰਧ ਨਹੀਂ ਉਹਦਾ ਨੈਤਿਕਤਾ ਦੇ ਨਾਲ। ਅੱਛਾ, ਹੈ ਨਾ। ਦੂਜੀ ਗੱਲ ਇਹ ਆ ਵੀ ਜਿਹੜੀ ਕਿਉਂਕਿ ਆਪਾਂ ਤਾਂ ਚੰਗਾ ਮਾੜਾ ਦੇਖਦੇ ਆ ਨਾ, ਵੀ ਸਾਨੂੰ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ। ਅਗੇਨ ਸਾਡੀ ਲੋੜ ਦੀ ਗੱਲ ਹੋ ਗਈ, ਰਾਈਟ। ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ? ਸਾਨੂੰ ਮੀਂਹ ਦੀ ਲੋੜ ਸੀ, ਸਾਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਮੌਸਮ ਦੀ ਲੋੜ ਸੀ, ਜਾਂ ਹੋਰ ਤਰ੍ਹਾਂ ਦੇ ਕਲਾਈਮੇਟ ਦੀ ਜ਼ਰੂਰਤ ਸੀ। ਅਸੀਂ ਚੰਗਾ ਅਤੇ ਮਾੜਾ ਦੋ ਚੀਜ਼ਾਂ ਦੇ ਵਿੱਚ ਵੰਡ ਲਿਆ ਹੋਇਆ। ਜਦੋਂ ਅਸੀਂ ਨੈਤਿਕਤਾ ਦੀ ਗੱਲ ਕਰਦੇ ਹਾਂ ਕਿ ਆਹ ਚੀਜ਼ਾਂ ਚੰਗੀਆਂ, ਆਹ ਚੀਜ਼ਾਂ ਮਾੜੀਆਂ, ਇਹ ਗਲਤ ਆ, ਆਹ ਸਹੀ ਹੈ, ਫਿਰ ਕੁਦਰਤ ਤਾਂ ਕੁਝ ਵੀ ਗਲਤ ਸਾਡੇ ਲਈ ਕਰੇ ਹੀ ਨਾ। ਜੇ ਕੁਦਰਤ ਬਿਲਕੁਲ, ਜੇ ਉਹਦਾ ਕੋਈ ਕਨੈਕਸ਼ਨ ਹੋਵੇ ਇਸ ਤਰੀਕੇ ਨਾਲ ਨਾ, ਜੇ ਸਾਡੀਆਂ ਫਟਕਲ ਜਿਹੜੀਆਂ ਮੇਰੀਆਂ ਭਾਵਨਾਵਾਂ ਆ, ਜਿਹੜੀ ਮੇਰੀ ਖਾਸ਼ ਆ, ਜੇ ਉਹਦੇ ਮੁਤਾਬਕ ਕੁਦਰਤ ਦੇ ਵਿੱਚ ਕੋਈ ਤਬਦੀਲੀ ਹੋ ਸਕਦੀ ਹੋਵੇ ਤਾਂ ਫਿਰ ਤਾਂ ਮਤਲਬ ਹਰ ਜਗ੍ਹਾ ਬੰਦਾ ਮਤਲਬ ਜਿਹੜੇ ਜਿੱਥੇ ਵੀ ਲੋਕ ਰਹਿੰਦੇ ਆ, ਬਹੁਤ ਕਈ ਥਾਈਂ ਤਾਂ ਬਹੁਤ ਲੋਕ ਮਤਲਬ ਸਾਰਾ ਸਮਾਂ ਆਪਣਾ ਧਰਮ ਵੱਲ ਲਾਉਂਦੇ ਆ। ਉਹ ਤਾਂ ਫਿਰ ਜੋ ਉੱਥੇ ਮਰਜ਼ੀ ਕਰ ਲੈਣ, ਹੈ ਨਾ, ਮਤਲਬ ਜੋ ਕੁਛ ਮਰਜ਼ੀ ਕਰਾ ਲੈਣ ਮਤਲਬ ਉਹਨਾਂ ਸ਼ਕਤੀਆਂ ਤੋਂ। ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ। ਕੁਦਰਤ ਦਾ ਇਨਸਾਨ ਦੀਆਂ ਜਿਹੜੀਆਂ ਖਾਸ਼ਾਂ ਆ ਜਾਂ ਸੋਚਾਂ ਆ ਜਾਂ ਉਹਦੀ ਜਿਹੜੀ ਮਤਲਬ ਇਹ ਨੈਤਿਕਤਾ ਦੀ ਆਪਾਂ ਗੱਲ ਕਰਦੇ ਹਾਂ ਜਾਂ ਧਰਮ ਨਾਲ, ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਕੁਦਰਤ ਦਾ। ਕੁਦਰਤ ਜਿਹੜੀ ਆ ਉਹ ਆਪਣੇ ਤਰੀਕੇ ਦੇ ਨਾਲ ਜਿਹੜੀ ਮਤਲਬ ਇਸੇ ਤਰ੍ਹਾਂ ਕੁਦਰਤੀ ਗੱਲ ਆ ਨਾ, ਉਹ ਕੁਦਰਤ ਹੈਗੀ ਆ, ਉਹਦੇ ਨਾਲ ਤੁਸੀਂ ਮਤਲਬ ਕੋਈ ਇੱਧਰ ਉੱਧਰ ਨਹੀਂ ਕਰ ਸਕਦੇ। ਹਾਂ, ਬੰਦੇ ਨੂੰ ਕਈ ਵਾਰੀ ਮਤਲਬ ਕੋਇਨਸੀਡੈਂਸ ਹੋ ਜਾਂਦੀ ਆ ਵੀ ਤੁਸੀਂ ਕੋਈ ਆਹ ਗੱਲ ਕੀਤੀ ਸੀ ਤਾਂ ਉਹ ਹੋ ਗਈ, ਤੁਸੀਂ ਫਿਰ ਉਹਦੇ ਨਾਲ ਜੋੜ ਲੈਂਦੇ ਆ ਨਾ। ਉਹ ਫਿਰ ਅਸੀਂ ਹੋਰ ਤਰ੍ਹਾਂ ਬੋਲਦੇ ਹਾਂ, ਅਸੀਂ ਕਹਿੰਦੇ ਕਿ ਰੱਬ ਕਿੰਨਾ ਡਾਢਾ। ਹਾਂ, ਹੈ ਬਿਲਕੁਲ, ਇਹ ਰੱਬ ਨੇ ਕਹਿਰ ਕਮਾ ਦਿੱਤਾ। ਬਿਲਕੁਲ। ਜੇ ਫਰਜ਼ ਕਰ ਲਾ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ, ਉਹਦੇ 'ਚ ਮਤਲਬ 100 ਬੰਦਾ ਬੈਠਾ ਸੀ, 99 ਮਰ ਗਏ ਅਤੇ ਇੱਕ ਬਚ ਗਿਆ ਜਾਂ ਇੱਕ ਬੱਚਾ ਬਚ ਗਿਆ। ਦੇਖੋ ਜੀ, ਰੱਬ ਨੇ ਬਚਾ ਲਿਆ। 99 ਕਿਉਂ ਮਾਰ ਦਿੱਤੇ? ਹੈ ਨਾ। ਰੋਜ਼ ਇਸ ਕਿਸਮ ਦੀਆਂ ਵਾਰਦਾਤਾਂ ਜਿਹੜੀਆਂ ਵਾਪਰਦੀਆਂ ਰੋਜ਼, ਉਹਦੇ ਬਾਰੇ ਮਤਲਬ ਕਹਿੰਦੇ ਅਸੀਂ ਇਹੀ ਹਾਂ ਵੀ ਪਰਮਾਤਮਾ ਨੇ ਦੇਖੋ ਜੀ ਰੱਖ ਲਿਆ, ਹੈ ਨਾ। ਅਤੇ ਜੇ ਜਿਹੜਾ ਮਰ ਜਾਂਦਾ ਉਹਨੂੰ ਕਹਿੰਦੇ ਦੇਖੋ ਜੀ ਉਹਦੀ ਆ ਲੱਗੀ, ਉਹਦੀ ਖੀਰ ਆ ਗਈ ਸੀ ਨਾ, ਵੱਖਰੇ ਤਰੀਕੇ ਉਹਨੂੰ ਐਕਸਪਲੇਨ ਕਰਨ, ਉਹਦੀ ਲਿਖੀ ਹੋਈ ਸੀ, ਹੈ ਨਾ। ਜਦੋਂ ਮਤਲਬ ਰੱਬ ਨੇ ਉਹਦਾ ਟਾਈਮ ਕਰ ਦਿੱਤਾ। ਸਾਡੇ ਸੁਣਨ ਵਾਲਿਆਂ ਨੂੰ ਵੀ ਮੈਂ ਸ਼ਾਮਿਲ ਕਰਨਾ ਚਾਹੁੰਦੀ ਹਾਂ। 6042040600 ਸਾਡਾ ਟੈਲੀਫੋਨ ਨੰਬਰ ਹੈ, 6042040600। ਹੁਣੇ ਹੀ ਤੁਸੀਂ ਕਾਲ ਕਰਕੇ ਸਟੂਡੀਓ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਇਸ ਵਿਸ਼ੇ ਦੇ ਉੱਤੇ ਤਾਂ ਜ਼ਰੂਰ ਸ਼ਾਮਿਲ ਹੋ ਸਕਦੇ ਹੋ। ਇਸੇ ਹੀ ਨੰਬਰ ਦੇ ਉੱਤੇ ਤੁਸੀਂ ਸਾਨੂੰ ਆਪਣਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ, ਵੀ ਅਸੀਂ ਸ਼ਾਮਿਲ ਕਰਾਂਗੇ। ਪਹਿਲੇ ਕਾਲਰ ਨੇ ਸਾਡੇ ਲੱਖਾ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ 2005 ਦਾ ਜਾਣਦਾ ਕਿ 6 ਦਾ। ਬਹੁਤ ਲੌਂਗ ਟਾਈਮ ਅਸੀਂ ਫੈਨ ਆ ਤੁਹਾਡੇ। ਥੈਂਕ ਯੂ ਜੀ, ਸ਼ੁਕਰੀਆ। ਸਟਿਲ ਫੈਨ ਆ। ਸ਼ੁਕਰੀਆ। ਬਾਕੀ ਗੱਲ ਹੈਗੀ ਆ ਜੋ ਤੇ ਹੋਣਾ ਤਾਂ ਉਦੋਂ ਕੁਦਰਤੀ ਹੋ ਜਾਣਾ ਆ, ਤੇ ਉਹਨੂੰ ਰੁਕਣਾ ਰਕਾਣਾ ਕਹਿੰਦੇ ਆ। ਆਪਾਂ ਨੈਤਿਕਤਾ ਦੀ ਗੱਲ ਕਰ ਰਹੇ ਹਾਂ। ਜਦੋਂ ਆਪਾਂ ਮੋਰਲ ਵੈਲਿਊਜ਼ ਦੀ ਗੱਲ ਕਰਦੇ ਹਾਂ, ਮੋਰੈਲਿਟੀ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਅਕਸਰ ਇਹ ਗੱਲ ਹੁੰਦੀ ਆ ਕਿ ਨੈਤਿਕਤਾ ਦਾ ਜਿਹੜਾ ਪੱਧਰ ਹੈ ਉਹ ਬਹੁਤ ਡਿੱਗਦਾ ਜਾ ਰਿਹਾ, ਨੈਤਿਕ ਕਦਰਾਂ ਕੀਮਤਾਂ ਖਤਮ ਹੋ ਰਹੀਆਂ। ਆਮ ਕਰਕੇ ਇਹ ਗੱਲ ਆਪਾਂ ਸੁਣਦੇ ਹੈਗੇ ਹਾਂ। ਸਾਧੂ ਬਿਨਿੰਗ ਜੀ ਹੁਣੀ ਥੋੜ੍ਹੀ ਦੇਰ ਪਹਿਲਾਂ ਮੈਨਸ਼ਨ ਕਰਕੇ ਹਟਿਆ, ਕਹਿੰਦੇ ਰਾਦਰ ਅਸੀਂ ਜਿੱਦਾਂ ਜਿੱਦਾਂ ਸੋਝੀ ਆ ਰਹੀ ਹੈ, ਇਹ ਕਦਰਾਂ ਕੀਮਤਾਂ ਜਾਂ ਮੋਰੈਲਿਟੀ ਹੈ ਇਹ ਬਿਹਤਰ ਹੋ ਰਹੀ ਹੈ। ਤੁਹਾਡਾ ਕੀ ਖਿਆਲ ਹੈ? ਕੋਈ ਸਵਾਲ ਵੀ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ। ਨਹੀਂ, ਸਵਾਲ ਤਾਂ ਹੈ ਨਹੀਂ, ਹੁਣ ਸੁਧਾਰਨਾ ਚਾਹੀਦਾ ਕੁਛ। ਓਕੇ, ਡਾਊਨ ਤਾਂ ਕੰਮ ਹੋਈ ਜਾਂਦਾ, ਆਪ ਵੀ ਕਰਨਾ। ਥੈਂਕ ਯੂ ਜੀ। ਓਕੇ। ਅਮਰ ਸਿੰਘ ਜੀ। ਹਾਂਜੀ ਅਮਰ ਸਿੰਘ ਜੀ, ਤੁਸੀਂ ਔਨ ਏਅਰ ਹੋ। ਹਾਂਜੀ, ਥੈਂਕ ਯੂ ਜੀ। ਬਹੁਤ ਅੱਛਾ ਤੁਸੀਂ ਕੀਤਾ ਇਹ ਵਿਸ਼ਾ ਲੈ ਕੇ ਆਏ ਹੋ ਜੀ। ਇਹਦੇ ਬਾਰੇ ਕਲੈਰਿਟੀ ਨਹੀਂ ਹੈ ਕਿ ਜ਼ਿੰਦਗੀ ਕਿੱਦਾਂ ਜੀਣੀ ਚਾਹੀਦੀ ਇਨਸਾਨ ਨੂੰ।
ਤੇ ਮੈਂ ਤਾਂ ਬਰੀਫ ਜਿਹਾ ਆਨਸਰ ਦੇਣਾ, ਇਹ ਚੰਗਾ ਕੀਤਾ ਇਹਨਾਂ ਨੂੰ ਤੁਸੀਂ ਲਿਆ ਦੱਸਣਗੇ ਕਿ ਬਰੀਫ ਜਿਹਾ ਆਨਸਰ ਇਹ ਦੇਣਾ ਹੁੰਦਾ ਕਿ ਕਨਕਲੂਸਿਵ ਗੱਲ ਕੀ ਹੈ ਕਿ ਜ਼ਿੰਦਗੀ ਕਿੱਦਾਂ ਜੀਣੀ ਚਾਹੀਦੀ ਹੈ। ਕਿ ਕਈ ਲੋਕ ਰਿਲੀਜੀਅਸ ਆਈਡੀਆ ਫਾਲੋ ਕਰ ਰਹੇ ਨੇ, ਕਈ ਸਾਈਕੋਲੋਜਿਸਟ ਨੂੰ ਵੀ ਇਨ ਟੱਚ ਕਰਦੇ ਨੇ। ਇਹ ਦੋਵੇਂ ਆਪੋ ਆਪਣੀ ਥਾਂ 'ਤੇ ਅਪਡੇਟ ਹੋ ਗਏ। ਰਿਲੀਜਨ ਤੋਂ ਕਾਉਂਸਲਿੰਗ ਅੱਗੇ ਨਹੀਂ ਸੀ ਹੁੰਦੀ, ਪਹਿਲਾਂ ਪਿਛਲੇ ਕੁਛ ਸਾਲਾਂ ਤੋਂ ਹੋ ਗਈ, ਕਾਉਂਸਲਰ ਆ ਗਏ। ਅਤੇ ਇਹਨਾਂ ਦੋਵਾਂ ਤੋਂ ਵੀ ਉੱਤੇ ਜਿਹੜਾ ਕੌਨਸੈਪਟ ਹੈਗਾ ਉਹ ਹੈਗਾ ਨੈਚੁਰਲ ਅਤੇ ਸਪਿਰਿਚੁਅਲ ਕੌਨਸੈਪਟ। ਅਤੇ ਉਹ ਆਈਡੀਆ ਜਿਹੜਾ ਨਾ ਕੁਛ ਬਹੁਤ ਥੋੜ੍ਹੇ ਲੋਕ ਕਰ ਰਹੇ ਨੇ, ਅਤੇ ਉਹੀ ਕਰਨਾ ਬਣਦਾ ਜਿੰਨਾ ਤੁਸੀਂ ਲਾਈਫ ਨੂੰ ਸੈਲੀਬ੍ਰੇਟ ਕਰਕੇ ਜੀ ਸਕਦੇ ਹੋ। ਅਤੇ ਉਹਦਾ ਮਤਲਬ ਇਹ ਹੈ, ਕਨਕਲੂਜ਼ਨ ਮੈਂ ਨਹੀਂ ਕਹਿ ਰਿਹਾ, ਕੈਨੇਡੀਅਨ ਗਵਰਨਮੈਂਟ ਆਪਣੇ ਲਾਅ ਵੀ ਜਿਹੜਾ ਉਹ ਵੀ ਇਹ ਕਹਿ ਰਿਹਾ ਕਿ ਹਰ ਇਨਸਾਨ ਨੂੰ ਫਰੀ ਵਿਲ ਚੁਆਇਸ ਅਤੇ ਫਰੀਡਮ ਆਫ ਐਕਸਪ੍ਰੈਸ਼ਨ ਅਲਾਊਡ ਹੈ। ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਏਗਾ ਅਤੇ ਜੋ ਉਹਨੂੰ ਕਹਿਣਾ ਚਾਹੁੰਦਾ ਜੇ ਕਹਿ ਲੈਂਦੇ ਹੋ। ਜੇ ਅਸੀਂ ਨਹੀਂ ਕਰਦੇ ਤਾਂ ਫਿਰ ਇਹ ਇੱਕ ਕਾਨੂੰਨ ਵੀ ਤੁਸੀਂ ਤੋੜਦੇ ਆ, ਮੈਂ ਤਾਂ ਕਹਿੰਦਾ ਨੇਚਰ ਦਾ ਲਾਅ ਵੀ ਤੁਸੀਂ ਤੋੜਦੇ ਆ, ਅਤੇ ਤੁਸੀਂ ਝਗੜੇ ਪੈਦਾ ਕਰ ਲੈਂਦੇ ਆ। ਸੋ ਇਹ ਕਿ ਕਿਉਂ ਇਹ ਕਰਦਾ ਇਨਸਾਨ, ਇਹਦੀ ਜਿਹੜੀ ਈਗੋਇਸਟਿਕ ਮੈਂਟੈਲਿਟੀ ਹੈ ਨਾ ਕਿ ਮਾਈ ਵੇ ਹਾਈਵੇ ਬਾਰੇ ਇਹਨੂੰ ਚੰਗਾ ਲੱਗਦਾ, ਅਤੇ ਉਹ ਬੜਾ ਆਊਟਡੇਟਿਡ ਆਈਡੀਆ ਹੈਗਾ। ਸੋ ਇਸ ਕਰਕੇ ਲੋਕਾਂ ਨੂੰ ਇਹ ਸ਼ੁਰੂ ਤੋਂ ਸਿਖਾਇਆ ਜਾਣਾ ਚਾਹੀਦਾ ਕਿ ਆਪਣੀ ਮਰਜ਼ੀ ਨਾਲ ਜੀਓ, ਜੀਣ ਅਤੇ ਦੂਜਿਆਂ ਨੂੰ ਜੀਣ ਦਿਓ, ਅਤੇ ਐਜ਼ ਲੌਂਗ ਐਜ਼ ਯੂ ਡੋਂਟ ਹਰਟ ਐਨੀਬਾਡੀ, ਕਿਸੇ ਨਾਲ ਬਦਤਮੀਜ਼ੀ ਨਾ ਕਰੋ, ਅਤੇ ਕਿਸੇ ਦੀ ਜਿਵੇਂ ਕਹਿੰਦੇ ਨੇ ਬੇਇਨਸਾਫੀ ਨਾ ਕਰੋ, ਅਤੇ ਫਿਰ ਜ਼ਿੰਦਗੀ ਤੁਸੀਂ ਸੈਲੀਬ੍ਰੇਟ ਕਰੋਗੇ। ਅਤੇ ਮੈਂ ਹੁਣ ਇਹੀ ਕਹਿਣਾ ਕਿ ਜੇ ਤੁਸੀਂ ਜ਼ਿੰਦਗੀ ਸੈਲੀਬ੍ਰੇਟ ਕਰਨੀ ਨਹੀਂ ਸਿੱਖੀ ਅਤੇ ਡੋਂਟ ਬਲੇਮ ਐਨੀਬਾਡੀ, ਬਲੇਮ ਯੋਰਸੈਲਫ। ਅਤੇ ਕਿਸੇ ਨੂੰ ਇਲਜ਼ਾਮ ਨਾ ਦਿਓ ਕਿ ਉਹਨੇ ਜੀ ਇੰਝ ਕੀਤਾ, ਉਹਨੇ ਇੰਝ ਕੀਤਾ। ਜਿਵੇਂ ਹੁਣ ਫਾਰ ਐਗਜ਼ਾਮਪਲ ਮੈਂ ਕਹਿਣਾ ਹੋਣਾ, ਮੇਰੇ ਨਾਲ ਕਦੀ ਗੱਲ ਹੁੰਦੀ ਜਦੋਂ ਮੇਰੇ ਫਰੈਂਡਸ ਨੂੰ ਇਹੋ ਜਿਹੀਆਂ ਗੱਲਾਂ ਅਸੀਂ ਕਰਦੇ ਹਾਂ, ਅਤੇ ਉਹ ਕਹਿਣਗੇ ਜੀ ਮੇਰੇ ਨਾਲ ਤਾਂ ਮੇਰੇ ਮਾਂ ਪਿਓ ਨੇ ਬੜਾ ਵਿਤਕਰਾ ਕੀਤਾ, ਮੇਰਾ ਪਤੀ ਨਹੀਂ ਕਰਦਾ, ਮੇਰਾ ਪਤਨੀ ਕਰ ਰਹੀ, ਮੇਰੇ ਭੈਣ ਨੇ ਕੋਈ ਭਰਾ। ਸੋ ਇਹ ਸਾਰੀ ਗੱਲ ਦੀ ਕੋਈ ਵੈਲਿਊ ਨਹੀਂ ਹੈ, ਕਿਉਂਕਿ ਤੁਸੀਂ ਐਗਰੀ ਕੀਤਾ ਅਗਲੇ ਨਾਲ, ਅਤੇ ਤਾਂ ਕਰਕੇ ਫਿਰ ਤੁਸੀਂ ਆਖੇ ਲੱਗੇ। ਸੋ ਇਫ ਯੂ ਮੇਕ ਮਿਸਟੇਕ ਯੂ ਪੇ ਦਾ ਪ੍ਰਾਈਸ, ਦੈਟਸ ਦ ਰਿਐਲਿਟੀ ਆਫ ਲਾਈਫ, ਐਂਡ ਡੋਂਟ ਡਿਨਾਈ ਐਂਡ ਡੋਂਟ ਬਲੇਮ ਐਨੀਬਾਡੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਤੁਹਾਡੀ ਕੋਈ ਟਿੱਪਣੀ? ਬਹੁਤ ਵਧੀਆ ਇਹਨਾਂ ਨੇ ਗੱਲਬਾਤ ਕੀਤੀ ਹੈ। ਬਿਲਕੁਲ, ਮਤਲਬ ਜਿਹੜੀ ਇਹਨਾਂ ਨੇ ਕਨਕਲੂਸਿਵ ਜਿਸ ਤਰੀਕੇ ਨਾਲ ਕਿਹਾ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਜ਼ਿੰਦਗੀ ਨੂੰ ਮਤਲਬ ਮਾਣਨਾ ਚਾਹੀਦਾ, ਇੰਜੋਏ ਕਰਨਾ ਚਾਹੀਦਾ। ਅਤੇ ਕਿਉਂਕਿ ਮਤਲਬ ਅਗੇਨ ਜਿਹੜੀ ਵਿਗਿਆਨਕ ਪਾਸਿਓਂ ਇਹ ਬੜੀ ਕਲੀਅਰ ਹੈ ਵੀ ਅਸੀਂ ਆਹ ਹੀ ਲਾਈਫ ਹੈਗੀ ਆ ਫਰੋਮ ਸਟਾਰਟ ਟੂ ਐਂਡ। ਇਹ ਤੋਂ ਨਾ ਪਹਿਲਾਂ ਕੁਛ ਸੀਗਾ ਨਾ ਬਾਅਦ ਦੇ ਵਿੱਚ ਹੈ ਨਾ। ਧਾਰਮਿਕ ਆਪਾਂ ਨੂੰ ਇਹ ਵੀ ਦੱਸਦਾ ਵੀ ਮਤਲਬ ਜੇ ਤੁਸੀਂ ਚੰਗੇ ਕੰਮ ਕਰੋਗੇ, ਕਿਉਂਕਿ ਬਹੁਤੇ ਲੋਕ ਜਿਹੜੇ ਧਾਰਮਿਕ ਲੋਕ ਹੈਗੇ ਆ ਉਹ ਇਸ ਜੀਵਨ ਨਾਲੋਂ ਅਗਲੇ ਬਾਰੇ ਜ਼ਿਆਦਾ ਫਿਕਰਮੰਦ ਰਹਿੰਦੇ ਆ, ਹੈ ਨਾ। ਸੋ ਮੈਂ ਜੇ ਇਹਦੇ ਵਿੱਚ ਕੁਛ ਐਡ ਕਰਨਾ ਹੋਵੇ, ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਚੰਗਾ ਲੱਗੂਗਾ ਜਾਂ ਨਾ, ਉਹ ਮੈਂ ਇਹ ਕਹੂੰਗਾ ਵੀ ਜੇ ਤੁਸੀਂ ਪਹਿਲਾਂ ਦਾ ਅਤੇ ਪਿੱਛੋਂ ਦਾ ਫਿਕਰ ਛੱਡ ਕੇ ਇੱਥੇ ਕੀ ਹੋ ਰਿਹਾ, ਇਸ ਵੇਲੇ ਕੀ ਹੋ ਰਿਹਾ, ਆਪਣੇ ਬਾਰੇ ਵੀ ਸਮਾਜ ਬਾਰੇ ਵੀ, ਜੇ ਤੁਸੀਂ ਉਹਦੇ ਬਾਰੇ ਮਤਲਬ ਸੋਚਦੇ ਹੈਗੇ ਆ, ਉਹਨੂੰ ਸੈਲੀਬ੍ਰੇਟ ਵੀ ਕਰੋ ਅਤੇ ਸਮਾਜ ਨੂੰ ਵੀ ਬਿਹਤਰ ਬਣਾਉਣ ਦੀ ਗੱਲ ਕਰੋ, ਉਹ ਵਧੀਆ ਤਰੀਕਾ ਹੋਊਗਾ ਜਿਹਦਾ ਮੇਰੇ ਖਿਆਲ ਮੁਤਾਬਕ। ਇਸ ਗੱਲ ਬਾਰੇ ਕਿਉਂਕਿ ਮਤਲਬ ਇਸ ਕਿਸਮ ਦੀ ਕੋਈ ਸਾਰੇ ਧਰਮਾਂ ਦਾ ਵੱਖਰਾ ਵੱਖਰਾ ਹੈਗਾ ਵੀ ਇਸ ਤਰੀਕੇ ਦੀ ਸਾਨੂੰ ਅਗਲੇ ਮਤਲਬ ਸਵਰਗ ਇਸ ਕਿਸਮ ਦਾ ਹੋਊਗਾ। ਕਿਸੇ ਨੂੰ ਇਹ ਹੈਗਾ ਵੀ ਉਹ ਤੁਹਾਨੂੰ 72 ਹੂਰਾਂ ਮਿਲ ਜਾਣਗੀਆਂ ਉੱਥੇ, ਹੈ ਨਾ, ਜੇ ਤੁਸੀਂ ਆਹ ਕੰਮ ਕਰੋ, ਇੰਨੇ ਲੋਕੀ ਮਾਰ ਦਿਓ। ਸੋ ਜਿਹੜੀਆਂ ਉਸ ਕਿਸਮ ਦੀਆਂ ਗੱਲਾਂ ਬਾਤਾਂ ਹੈਗੀਆਂ ਉਹਦੇ ਬਾਰੇ ਫਿਕਰ ਕਰਨਾ ਛੱਡ ਕੇ ਇੱਥੇ ਇਸ ਵੇਲੇ ਇਸ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈਗੀ ਆ, ਇੱਕੋ ਹੀ ਚਾਂਸ ਆ, ਉਹਨੂੰ ਵਧੀਆ ਤਰੀਕੇ ਨਾਲ ਜੀਓ ਜਿਵੇਂ ਇਹਨਾਂ ਨੇ ਕਿਹਾ, ਅਤੇ ਉਹ ਸਮਾਜ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਇਹ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਜੀਣ ਦਾ। ਸਾਧੂ ਵਿਨਿੰਗ ਜੀ, ਮੈਂ ਅਗਲਾ ਸਵਾਲ ਤੁਹਾਨੂੰ ਕਰਨ ਤੋਂ ਪਹਿਲਾਂ ਸਾਡੇ ਇੱਕ ਕਾਲਰ ਨੇ ਕਾਫੀ ਦੇਰ ਤੋਂ ਹੋਲਡ 'ਤੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਜਸਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਜੀ, ਅਤੇ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਗੈਸਟ ਸਾਧੂ ਵਿਨਿੰਗ ਜੀ ਦੇ ਨਾਲ ਕਿ ਧਰਮ ਦਾ ਨੈਤਿਕਤਾ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਰਾਜੇ ਕੋਈ ਰਾਜ ਦੂਸਰੇ 'ਤੇ ਹਮਲਾ ਕਰਦੇ ਸੀਗੇ ਤਾਂ ਉਹ ਕੋਈ ਧਾਰਮਿਕ ਹੁੰਦੇ ਸੀ ਅਤੇ ਉਹ ਦੂਸਰੇ ਜਿਹੜੇ ਦੇ ਰਾਜ ਦੀਆਂ ਔਰਤਾਂ ਸੀ ਉਹਨਾਂ ਨੂੰ ਲੈ ਆਉਂਦੇ ਹੁੰਦੇ ਸੀਗੇ। ਅਸੀਂ 84 ਵੀ ਦੇਖਿਆ ਉਦੋਂ ਧਰਮ ਦੇ ਨਾਂ 'ਤੇ, ਅਸੀਂ 92 ਵੀ ਦੇਖਿਆ, ਹੈ ਨਾ। ਅਤੇ ਪਿਛਲੇ ਸਾਲ ਅਸੀਂ ਜਿੰਨੀਆਂ ਇੱਥੇ ਪੋਪ ਨੇ ਹੁਣੇ ਮਾਫੀ ਮੰਗ ਕੇ ਹਟਿਆ ਆ, ਇਹ ਲੋਕ ਧਾਰਮਿਕ ਹੀ ਸੀਗੇ। ਕਿੰਨੀਆਂ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਆ ਉਹ ਪਿੰਜਰ ਮਿਲੇ ਆ ਸਾਨੂੰ। ਸੋ ਚੰਗੇ ਲੋਕ ਜਿਹੜੇ ਹੈਗੇ ਆ, ਨੈਤਿਕਤਾ ਜਿਹੜੀ ਹੈਗੀ ਆ ਉਹ ਗੈਰ ਧਾਰਮਿਕ ਲੋਕਾਂ ਵਿੱਚ ਵੀ ਹੋ ਸਕਦੀ ਅਤੇ ਧਾਰਮਿਕ ਲੋਕਾਂ ਵਿੱਚ ਵੀ, ਭਾਵੇਂ ਕਿ ਰੱਬ ਜਾਂ ਧਰਮ ਜਿਹੜਾ ਬੰਦੇ ਦਾ ਨਿੱਜੀ ਮਾਮਲਾ ਆ। ਪਰ ਇਹਦੇ ਬਾਵਜੂਦ ਵੀ ਇਹ ਦੇਖਣ ਨੂੰ ਮਿਲਿਆ ਕਿ ਅੱਜ ਤੱਕ ਜਿੰਨੀਆਂ ਲੜਾਈਆਂ ਧਰਮ ਦੇ ਨਾਂ 'ਤੇ ਹੋਏ ਆ, ਜਿੰਨੇ ਫਸਾਦ ਖੂਨ ਖਰਾਬਾ ਹੋਇਆ, ਉਹਨਾਂ ਸ਼ਾਇਦ ਜਿਹੜਾ ਹੈਗਾ ਆ ਉਹ ਜਿਹੜੇ ਗੈਰ ਧਾਰਮਿਕ ਲੋਕ ਆ ਉਹਨਾਂ ਨੇ ਨਹੀਂ ਕੀਤਾ।
ਸੋ ਇਹ ਜ਼ਰੂਰੀ ਨਹੀਂ ਹੈਗਾ ਵੀ ਧਰਮ ਜਿਹੜਾ ਧਾਰਮਿਕ ਹੋਊਗਾ ਉਹੀ ਨੈਤਿਕ ਹੋਊਗਾ। ਧਾਰਮਿਕ ਬੰਦੇ ਵੀ ਨੈਤਿਕ ਹੋ ਸਕਦੇ ਆ ਤੇ ਜਿਹੜੇ ਗੈਰ ਧਾਰਮਿਕ ਆ, ਨਾਸਤਿਕ ਆ, ਉਹ ਵੀ ਨੈਤਿਕ, ਉਹਨਾਂ ਦੀਆਂ ਵੀ ਕਦਰਾਂ ਕੀਮਤਾਂ ਜਿਹੜੀਆਂ ਆ ਸਮਾਜ ਨੂੰ ਅਗਾਂਹ ਲੈ ਕੇ ਜਾਣ ਲਈ ਉਸਾਰੂ ਹੋ ਸਕਦੀਆਂ। ਧੰਨਵਾਦ ਜੀ, ਬਹੁਤ 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 ਸ਼ੁਕਰੀਆ ਜੀ। ਬਹੁਤ ਵਧੀਆ ਇਹਨਾਂ ਨੇ ਗੱਲਬਾਤ ਕੀਤੀ ਜੀ, ਇਹਦੇ ਬਾਰੇ ਤਾਂ ਕੁਝ ਹੋਰ ਨਹੀਂ ਕਿਹਾ ਜਾ ਸਕਦਾ। ਧੰਨਵਾਦ ਇਹਨਾਂ ਦਾ। ਸਾਧੂ ਜੀ, ਹੁਣ ਅੱਜ ਜੇ ਅਸੀਂ ਨੈਤਿਕਤਾ ਦੀ ਗੱਲ ਕਰ ਰਹੇ ਹਾਂ, ਇਹਨਾਂ ਨੇ ਹੁਣੇ ਖੂਨ ਖਰਾਬੇ ਦੀ ਗੱਲ ਕੀਤੀ ਹੈ, 84 ਦੀ ਗੱਲ ਕੀਤੀ ਹੈ, 1947 ਵੇਲੇ ਕੀ ਕੁਝ ਹੋਇਆ, ਹੁਣ ਰੀਸੈਂਟਲੀ ਕੀ ਹੋਇਆ। ਜੇ ਮੈਂ ਬਿਲਕੁਲ ਜਿਹੜੀ ਲੇਟੈਸਟ ਖਬਰ ਆਪਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈਗੀ ਆ, ਕਤਲ ਨੂੰ ਕਿਸੇ ਵੀ ਤਰ੍ਹਾਂ ਅਸੀਂ ਠੀਕ ਨਹੀਂ ਠਹਿਰਾ ਸਕਦੇ। ਕਦੇ ਵੀ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਕਤਲ ਹੈ ਉਹਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਹਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਚਰਚਾ ਹੋਰ ਵੀ ਛਿੜ ਪਈ ਹੈ ਕਿ ਉਹ ਕੀ ਗਾਉਂਦਾ ਸੀ ਜਾਂ ਕੀ ਨਹੀਂ ਗਾਉਂਦਾ ਸੀ, ਨੈਤਿਕ ਅਨੈਤਿਕ। ਉਹੀ ਜਦੋਂ ਆਪਾਂ ਗਲਤ ਸਹੀ ਦੀ ਗੱਲ ਕਰਦੇ ਹਾਂ ਜਾਂ ਠੀਕ ਗਲਤ ਦੀ ਗੱਲ ਕਰਦੇ ਹਾਂ ਜਾਂ ਚੰਗੇ ਬੁਰੇ ਦੀ ਗੱਲ ਕਰਦੇ ਹਾਂ, ਕੋਈ ਵੀ ਆਪਾਂ ਸ਼ਬਦਾਂ ਦਾ ਹੇਰ ਫੇਰਿਆ, ਸਵਾਲ ਉੱਥੇ ਹੀ ਖੜਾ ਹੋ ਜਾਂਦਾ ਆ ਕੇ ਕਿ ਕੀ ਉਹ ਸਭ ਕੁਝ ਨੈਤਿਕ ਸੀ ਜਾਂ ਅਨੈਤਿਕ ਸੀ। ਕਤਲ ਜਿਹੜਾ, ਇਸ ਗੱਲ ਦਾ ਆਪਾਂ ਪੱਕਾ ਕਹਿੰਦੇ ਹਾਂ ਕਿ ਵੀ ਇਹ ਬਿਲਕੁਲ ਅਨੈਤਿਕ ਚੀਜ਼ ਸੀ। ਬਿਲਕੁਲ। ਪਰ ਹੁਣ ਬੜਾ ਕੁਝ ਹੋਰ ਚਰਚਾ ਦੇ ਵਿੱਚ ਆ ਗਿਆ ਹੈਗਾ। ਪਰ ਇੰਨੀ ਵੱਡੀ ਉਹਦੀ ਫੈਨ ਫੋਲੋਇੰਗ ਸੀ। ਦੂਸਰੇ ਪਾਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵੀ ਲੋਕ ਸਨ ਜਿਹੜੇ ਪਹਿਲਾਂ ਇਹ ਗੱਲ ਕਹਿੰਦੇ ਸੀ ਕਿ ਵੀ ਜੋ ਕੁਝ ਉਹ ਲਿਖ ਰਿਹਾ ਸੀ, ਗਾ ਰਿਹਾ ਸੀ, ਉਹ ਵੀ ਕੋਈ ਬਹੁਤਾ ਨੈਤਿਕਤਾ ਦੇ ਨੇੜੇ ਨਹੀਂ ਸੀ। ਪਰ ਉਹੀ ਜਿਹੜੇ ਲੋਕ ਨੇ ਉਸ ਚੀਜ਼ ਨੂੰ ਇੰਟਰਪ੍ਰੈਟ ਕਰ ਰਹੇ ਆ ਕਿਸੇ ਹੋਰ ਤਰੀਕੇ ਦੇ ਨਾਲ ਕਿ ਨਹੀਂ, ਉਹਦੇ ਵਿੱਚ ਅਣਖ ਸੀ, ਉਹਦੇ ਵਿੱਚ ਜੋਸ਼ ਸੀ। ਇਹ ਸਾਰੀਆਂ ਚੀਜ਼ਾਂ ਬੜੀ ਹੈਰਾਨੀ ਹੁੰਦੀ ਆ ਇਹ ਸਾਰਾ ਵਰਤਾਰਾ ਦੇਖ ਕੇ ਕਿ ਅਸੀਂ ਖੜ੍ਹੇ ਕਿੱਥੇ ਹਾਂ। ਜੇ ਅਸੀਂ ਅਸੈਸਮੈਂਟ ਕਰਨੀ ਹੋਵੇ ਆਪਣੀ ਵੀ, ਜੇ ਮੈਂ ਅੱਜ ਆਪਣੀ ਗੱਲ ਕਰਨੀ ਚਾਹਾਂ ਕਿ ਵੀ ਮੈਂ ਜੋ ਇਹ ਗੱਲਾਂ ਕਰ ਰਹੀ ਹਾਂ ਇਹ ਨੈਤਿਕ ਨੇ ਅਨੈਤਿਕ ਨੇ, ਕਿਉਂਕਿ ਮੇਰੇ 'ਤੇ ਵੀ ਇਹ ਸਵਾਲ ਆ ਜਾਣਾ ਕਿ ਅੱਜ ਇਹ ਗੱਲਾਂ ਕਰਨ ਦਾ ਮੌਕਾ ਨਹੀਂ ਹੈ, ਇਹ ਗੱਲਾਂ ਤੂੰ ਠਹਿਰ ਕੇ ਕਰੀ ਪਰ ਅੱਜ ਨਹੀਂ ਕੀਤੀਆਂ ਜਾ ਸਕਦੀਆਂ। ਕੀ ਕਹਿਣਾ? ਮੈਂ ਤੁਹਾਡੇ ਨਾਲ ਇਸ ਗੱਲ ਨਾਲ ਤਾਂ ਬਿਲਕੁਲ ਸਹਿਮਤ ਹਾਂ 100% ਵੀ ਜਿਹੜਾ ਕਤਲ ਆ ਉਹ ਕਿਸੇ ਦਾ ਵੀ ਈਵਨ ਮਤਲਬ ਜਿਹੜੀ ਇੱਥੇ ਕੈਪੀਟਲ ਪਨਿਸ਼ਮੈਂਟ ਆ ਉਹਦੇ ਵੀ ਮੈਂ ਤਾਂ ਖਿਲਾਫ ਹੈਗਾ ਹਾਂ ਵੀ ਕਿਸੇ ਨੇ ਮਤਲਬ ਬਿਲਕੁਲ ਉਸ ਕਿਸਮ ਦੀ ਗੱਲ ਕੀਤੀ ਹੋਵੇ ਉਹਨੂੰ ਵੀ ਮਤਲਬ ਉਹਨੂੰ ਅਸੀਂ ਮਾਰਨ ਲਈ ਸਜ਼ਾ ਦੇ ਰਹੇ ਹਾਂ ਅਤੇ ਅਸੀਂ ਖੁਦ ਵੀ ਉਹਨੂੰ ਮਾਰ ਰਹੇ ਹਾਂ। ਸੋ ਕੈਪੀਟਲ ਪਨਿਸ਼ਮੈਂਟ ਵੀ ਆਪਣੇ ਆਪ ਵਿੱਚ ਇੱਕ ਗਲਤ ਗੱਲ ਹੈਗੀ ਆ। ਸੋ ਜਿਹੜੀ ਕਤਲ ਆ ਇੱਕ ਨੌਜਵਾਨ ਦਾ 28 ਸਾਲ ਦੇ ਨੌਜਵਾਨ ਵਿਅਕਤੀ ਦਾ ਕਤਲ, ਉਹ ਕਿਸੇ ਪਾਸਿਓਂ ਵੀ ਠੀਕ ਨਹੀਂ ਠਹਿਰਾਇਆ ਜਾਂਦਾ। ਅਤੇ ਮਤਲਬ ਸਾਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਉਹਦੇ ਮੂਸੇਵਾਲ ਦੇ ਅਤੇ ਪੂਰੀ ਹਮਦਰਦੀ ਆ। ਪਰ ਜਿੱਥੇ ਤੱਕ ਗੱਲ ਬਾਕੀ ਉਹਦੇ ਨਾਲ ਜਿਹੜੀ ਸੰਬੰਧਿਤ ਹੈਗੀ ਆ, ਹੁਣ ਦੇਖੋ ਆਪਾਂ ਇੱਥੇ ਕੈਨੇਡਾ 'ਚ ਰਹਿ ਰਹੇ ਹਾਂ। ਕੈਨੇਡਾ ਦੇ ਵਿੱਚ ਜਿਹੜੀ ਨਸਲਵਾਦ ਦੀ ਗੱਲਬਾਤ ਚੱਲਦੀ ਰਹਿੰਦੀ ਆ, ਪਰ ਇੱਥੋਂ ਦੀ ਸੁਸਾਇਟੀ ਆ, ਜਿਹੜਾ ਸਮਾਜ ਆ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਇਸ ਥਾਂ ਦੇ ਉੱਤੇ ਪਹੁੰਚ ਚੁੱਕੇ ਆ ਵੀ ਜੇ ਅੱਜ ਕਿਸੇ ਰੇਡੀਓ ਸਟੇਸ਼ਨ ਦੇ ਉੱਤੇ ਇਸ ਕਿਸਮ ਦਾ ਕੋਈ ਗਾਣਾ ਚੱਲਦਾ ਹੋਵੇ ਜਿਹੜੇ ਕਹੇ ਵੀ ਵਾਈਟ ਜਿਹੜਾ ਉਹ ਸੁਪਰ ਹੈਗਾ ਆ, ਵਾਈਟ ਦਿਸ ਅਤੇ ਬਾਕੀ ਮਤਲਬ ਉਹਦਾ ਮਤਲਬ ਇਹ ਹੋਊਗਾ ਵੀ ਬਾਕੀ ਤੁਸੀਂ ਸਭ ਕੂੜਾ ਕਰਕਟ ਆ, ਅਸੀਂ ਉਹ ਅਲਾਓ ਨਹੀਂ ਕਰਾਂਗੇ। ਪਰ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਜੱਟ ਜਿਹੜਾ ਸ਼ਬਦ ਆ, ਜਿਸ ਤਰੀਕੇ ਨਾਲ ਉਹਦੇ ਦੁਆਲੇ ਮਤਲਬ ਜੱਟ ਦਾ ਮੋਢਾ, ਜੱਟ ਦਾ ਗੋਡਾ ਜਾਂ ਜੱਟ ਦੇ ਗਿੱਟੇ, ਹਰ ਗੱਲ ਦੇ ਨਾਲ ਜੋੜ ਕੇ ਜੱਟ ਨੂੰ ਜਿਹੜਾ ਉਸ ਤਰੀਕੇ ਨਾਲ ਤੱਕਿਆ ਜਾਂਦਾ, ਇਹ ਕਿਸੇ ਤਰ੍ਹਾਂ ਵੀ ਨੈਤਿਕ ਨਹੀਂ ਹੈ। ਜਿਹੜੀ ਹਥਿਆਰ ਜਿਹੜੇ ਆ ਉਹਦੀ ਕਿਤੇ ਲੋੜ ਪੈ ਜਾਂਦੀ ਆ ਮਤਲਬ ਸੈਲਫ ਡਿਫੈਂਸ ਦੇ ਲਈ, ਜਾਂ ਮਤਲਬ ਕਿਸੇ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਹਥਿਆਰ ਜਿਹੜੇ ਆ ਉਹਨਾਂ ਦੀ ਕੋਈ ਲੋੜ ਨਹੀਂ ਹੈ। ਪਰ ਜਿਸ ਤਰੀਕੇ ਨਾਲ ਜੇ ਤੁਸੀਂ ਮਤਲਬ ਹਥਿਆਰਾਂ ਨੂੰ ਹੀ ਮਤਲਬ ਇੱਕ ਆਪਣਾ ਨਿਸ਼ਾਨਾ ਬਣਾ ਕੇ ਅਤੇ ਮਤਲਬ ਉਹਨਾਂ ਨੂੰ ਇਸ ਤਰੀਕੇ ਨਾਲ ਮਤਲਬ ਗਾਉਣਾ ਸ਼ੁਰੂ ਕਰ ਦੇਵੋ ਤਾਂ ਉਹਨੂੰ ਵੀ ਨੈਤਿਕਤਾ ਨਹੀਂ ਕਿਹਾ ਜਾ ਸਕਦਾ। ਅਤੇ ਇਹਦੇ ਨਾਲ ਹੀ ਗੱਲ ਇਹ ਆ ਕਿ ਜਿਹੜੇ ਲੋਕ ਮਿਲੀਅਨਸ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਮਤਲਬ ਭਾਈਚਾਰੇ ਵਿੱਚ ਲੋਕ ਉਹਦੇ ਗੀਤਾਂ ਨੂੰ ਪਸੰਦ ਕਰਦੇ ਸੀਗੇ, ਉਹ ਵੀ ਮੈਂ ਮਤਲਬ ਮੇਰਾ ਇਹ ਆ ਕਿਉਂਕਿ ਮੈਂ ਕਿਸੇ ਵੀ ਵਿਅਕਤੀ ਦੇ ਮਤਲਬ ਮੈਂ ਜਿਹੜੇ ਉਹਦੇ ਜਾਤੀ ਪੱਧਰ ਦੇ ਉੱਤੇ ਉਹਦੇ ਧਰਮ ਦੇ ਮਤਲਬ ਕਦੀ ਮੈਂ ਖਿਲਾਫ ਨਹੀਂ ਹੁੰਦਾ। ਮੈਨੂੰ ਨਾ ਕਿਸੇ ਦੇ ਨਾਲ ਇਸ ਕਿਸਮ ਦੀ ਕੋਈ ਰੰਜ ਹੁੰਦੀ ਵੀ ਬੰਦਾ ਧਾਰਮਿਕ ਕਿਉਂ, ਉਹ ਵਿਅਕਤੀਗਤ ਗੱਲ ਹੈਗੀ ਆ। ਪਰ ਜਿੱਥੇ ਤੱਕ ਜਿਹੜੀ ਇੱਕ ਸਮਾਜ ਦਾ ਜਿਹੜਾ ਵਰਤਾਰਾ ਹੈ ਨਾ, ਉਹਦੇ 'ਚ ਮੈਂ ਇਹ ਸਮਝਦਾ ਕਿ ਜਿਹੜੇ ਧਾਰਮਿਕ ਲੋਕ ਹੈਗੇ ਆ, ਜਿਹੜੇ ਫਰਜ਼ ਕਰ ਲਓ ਜਦੋਂ ਆਪਣੇ ਇੱਥੇ ਨਗਰ ਕੀਰਤਨ ਹੁੰਦਾ ਤਾਂ ਉੱਥੇ 4-5 ਲੱਖ ਬੰਦਾ ਇਕੱਠਾ ਹੋ ਜਾਂਦਾ, ਉਹ ਸਾਰੇ ਆਪਣੇ ਆਪ ਨੂੰ ਉਹਨਾਂ 'ਚੋਂ ਮੈਜੋਰਿਟੀ ਜਿਹੜੀ ਉਹ ਧਾਰਮਿਕ ਕਹਿੰਦੇ ਆ। ਔਰ ਉਹ ਜਦੋਂ ਮਤਲਬ ਤੁਸੀਂ ਆਪਣਾ ਜਿਹੜਾ ਇੱਕ ਉਹ ਸਾਈਡ ਕਰ ਦਿੰਦੇ ਆ, ਤੁਸੀਂ ਗੁਰਦੁਆਰੇ ਜਾ ਕੇ ਮੱਥਾ ਟੇਕ ਦਿੰਦੇ ਆ, ਚੜਾਵਾ ਚੜਾ ਦਿੰਦੇ ਆ ਅਤੇ ਉਹਨਾਂ ਦੇ ਮੁਤਾਬਕ ਸਭ ਕੁਝ ਠੀਕ ਕਰਦੇ ਆ, ਤੁਸੀਂ ਫਿਰ ਬਾਕੀ ਜਿਹੜੀਆਂ ਲਾਈਫ ਦੀਆਂ ਜਿਹੜੀਆਂ ਇਸ ਕਿਸਮ ਦੀਆਂ ਚੀਜ਼ਾਂ ਉਹਨਾਂ ਬਾਰੇ ਫਿਕਰ ਕਰਨਾ ਛੱਡ ਦਿੰਦੇ ਆ। ਸੋ ਜਿਹੜੀ ਸਾਡਾ ਭਾਈਚਾਰੇ ਦੇ ਵਿੱਚ ਖਾਸ ਤੌਰ 'ਤੇ
ਅਸੀਂ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਕਦੀ ਆਪਣਾ ਐਨਾਲਿਸਿਸ ਨਹੀਂ ਕੀਤਾ, ਆਪਣੇ ਆਪ ਨੂੰ ਮਤਲਬ ਘੋਖਿਆ ਨਹੀਂ ਹੈ ਵੀ ਆਹ ਜਿਹੜੀਆਂ ਗੱਲਾਂ ਆ ਜੇ ਇਹ ਚੰਗੀਆਂ ਜਾਂ ਮਾੜੀਆਂ। ਮੈਂ ਜਦੋਂ UBC ਪੜ੍ਹਾਉਂਦਾ ਸੀਗਾ ਅਤੇ ਕਦੇ ਕਦੇ ਉੱਥੇ ਮਤਲਬ ਡਿਸਕਸਿੰਗ ਗੱਲ ਹੁੰਦੀ ਸੀ। ਮੈਨੂੰ ਇੱਕ ਪੂਰੀ ਯਾਦ ਹੈ ਕਲਾਸ ਦਾ, ਬਾਅਦ ਦੇ ਵਿੱਚ ਤਾਂ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਸੀ ਮੇਰੇ ਕਿੱਦਾਂ ਦੇ ਆਈਡੀਆ। ਇੱਕ ਸਟੂਡੈਂਟ ਆਇਆ, ਉਹਨੇ ਸ਼ਰਟ ਪਾਈ ਸੀ ਪ੍ਰਾਊਡ ਟੂ ਬੀ ਜੱਟ। ਅੱਛਾ, ਹੈ ਨਾ। ਅਤੇ ਮੈਂ ਉਹਨੂੰ ਕਿਹਾ ਵੀ ਮਤਲਬ ਇਹ ਕੀ ਮਤਲਬ ਆ ਵੀ ਜੱਟ ਆਪਣੇ ਆਪ ਦੇ ਵਿੱਚ ਕੀ ਚੀਜ਼ ਆ। ਜੇ ਫਰਜ਼ ਇਕੱਲਾ ਜੱਟਾਂ ਤੋਂ ਜਿਹੜੇ ਥੱਲੇ ਦੇ ਲੋਕ ਆ ਪਿੰਡ ਦੇ ਵਿੱਚ ਉਹ ਨਾ ਹੋਣ ਤਾਂ ਫਿਰ ਜੱਟ ਕਿੱਥੇ, ਮਤਲਬ ਕਿ ਤੂੰ ਖੜਾ ਕੀ ਕਰੂੰਗਾ, ਹੈ ਨਾ। ਖੰਭਿਆਂ ਖੜਾ ਰਹਿ, ਇੱਥੇ ਖੜਾ ਰਹਿ ਤੂੰ। ਉਹ ਇਸ ਕਰਕੇ ਜੱਟ ਜਿਹੜਾ ਆ ਉਹਦੀ ਮਤਲਬ ਹੈਗੀ ਆ ਕਿਉਂਕਿ ਉਹਦੇ ਥੱਲੇ ਲੋਕ ਹੈਗੇ ਆ, ਉਹਨਾਂ ਦੇ ਨਾਲ ਕੰਪੇਅਰ ਕਰਕੇ ਜੱਟ ਜਿਹੜਾ ਆ ਉਹ ਜੱਟ ਆ। ਅਤੇ ਤੂੰ ਇਹ ਕਹਿ ਰਿਹਾ ਵੀ ਮੈਂ ਆ ਜੱਟ ਅਸਲੀ ਆ, ਬਾਕੀ ਕੂੜਾ ਆ। ਇਹ ਗੱਲ ਤੂੰ ਕਹਿ ਚਾਹੇ ਨਾ ਕਹਿ, ਪਰ ਇਹ ਤੇਰੀ ਜਿਹੜੀ ਸਟੇਟਮੈਂਟ ਆ ਪ੍ਰਾਊਡ ਟੂ ਬੀ ਜੱਟ ਇਹੀ ਕਹਿ ਰਹੀ ਆ। ਇੱਦਾਂ ਹੀ ਫਰਕ ਇਕੱਲਾ ਜੇ ਮਤਲਬ ਇਸ ਵੇਲੇ ਕੋਈ ਵਾਈਟ ਦੀ ਗੱਲ ਹੋਵੇ ਤਾਂ ਉਹ ਇਹ ਹੋਊਗਾ ਵੀ ਅਸੀਂ ਆ ਸਭ ਕੁਛ, ਅਸੀਂ ਉਹ ਇੱਥੇ ਕੈਨੇਡਾ ਚਲਾਓ ਨਹੀਂ ਕਰਦੇ ਆ। ਪਰ ਸਾਡੇ ਭਾਈਚਾਰੇ ਦੇ ਵਿੱਚ, ਸਾਡੇ ਮੀਡੀਆ ਦੇ ਵਿੱਚ ਜਿਹੜਾ ਇਹ ਸਭ ਕੁਛ ਇਸ ਤਰੀਕੇ ਨਾਲ ਚੱਲ ਰਿਹਾ ਜਿਵੇਂ, ਕਿਉਂਕਿ ਅਸੀਂ ਉੱਧਰ ਨੂੰ ਅਜੇ ਕਦਮ ਪੁੱਟੇ ਨਹੀਂ ਹੈ ਵੀ ਨੈਤਿਕਤਾ ਹੁੰਦੀ ਕੀ ਆ ਔਰ ਇਹ ਪੈਦਾ ਕਿੱਦਾਂ ਹੁੰਦੀ ਆ। ਸੋ ਇਹ ਜਿਹੜੀ ਮਤਲਬ ਮੈਂ ਸਮਝਦਾ ਕਿ ਸਾਨੂੰ ਸੋਚਣ ਦੀ ਲੋੜ ਹੈਗੀ ਇਹਦੇ ਪੱਖ ਦੇ ਵਿੱਚ। ਅਸੀਂ ਕੁਝ ਕਾਲਰਸ ਆਪਣੇ ਨਾਲ ਸ਼ਾਮਿਲ ਕਰ ਰਹੇ ਹਾਂ। ਅਗਲੇ ਸਾਡੇ ਲਿਸਨਰ ਨੇ ਗੁਰਮੁਖ ਸਿੰਘ ਦਿਓਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਜਿਹੜੀ ਧਰਮ ਤੇ ਨੈਤਿਕਤਾ ਆ ਇਹ ਹਰ ਵਿਅਕਤੀ ਦੀ ਆਪਣੀ ਇੱਕ ਵਿਆਖਿਆ ਆ। ਸਾਧੂ ਬਣੇ ਹੋਣਾ ਦੀ ਹੋਰ ਹੋ ਸਕਦੀ ਆ, ਇਹ ਤੁਹਾਡੀ ਹੋਰ ਹੋ ਸਕਦੀ, ਮੇਰੀ ਹੋਰ। ਤੇ ਜਿਹੜਾ ਧਰਮ ਤੇ ਨੈਤਿਕਤਾ ਦਾ ਵਿਸ਼ਾ ਆ ਇਹ ਵਿਅਕਤੀ ਦੇ ਕਿਰਦਾਰ ਤੇ ਨਿਰਭਰ ਕਰਦਾ, ਇਹ ਵਿਅਕਤੀ ਦੇ ਦਾਅਵੇ ਤੇ ਨਿਰਭਰ ਨਹੀਂ ਕਰਦਾ। ਓਕੇ, ਹੁਣ ਜਿੰਨੀ ਮੈਂ ਇੱਕ ਦੋ ਸਟੇਟਮੈਂਟਾਂ ਪਹਿਲਾਂ ਸ਼ੁਰੂ ਗੱਲ ਕਰਨ ਤੋਂ ਕਰ ਦੇਵਾਂ ਵੀ ਇਹ ਜਿਹੜੀਆਂ ਪਹਿਲਾਂ ਭੈਣ ਜੀ ਸਟੇਟਮੈਂਟ ਦੇਖਦੀ, ਜਿੰਨੀ ਅੱਜ ਤੱਕ ਜਿਹੜੀ ਤੱਥ ਹੁੰਦੇ, ਤੱਥਾਂ ਦੇ ਹਿਸਾਬ ਨਾਲ ਜਿੰਨੀ ਵਾਇਲੈਂਸ ਹੋਈ ਆ ਅੱਜ ਪਿਛਲੇ 200 ਸਾਲ ਦੇ ਵਿੱਚ, ਉਹ ਨੌਨ ਜਿਹੜੇ ਰਿਲੀਜੀਅਸ ਆ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਆ। ਇਹਦੇ ਲਈ 2 ਸੰਸਾਰ ਜੰਗਾਂ ਉਦਾਹਰਨ ਆ, ਤੀਜੀ ਸੰਸਾਰ ਜੰਗ ਆ ਕਿ ਅੱਜ ਲੱਗੀ, ਉਹਦੇ ਤੇ ਕੋਈ ਧਰਮ ਦਾ ਮਸਲਾ ਨਹੀਂ। ਤੇ ਤੀਜੀ ਸਟਾਲਨ ਤੇ ਮਾਓ ਦੇ ਵੱਲੋਂ ਜਿੰਨਾ ਕਤਲੇਆਮ ਦੁਨੀਆ 'ਚ ਸਭ ਤੋਂ ਵੱਧ ਕੀਤਾ ਗਿਆ, ਜਿੰਨੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ, ਯੂਕਰੇਨ ਦੇ ਉੱਤੇ ਕਬਜ਼ੇ ਕੀਤੇ, ਭੁੱਖਮਰੀ ਜੈਨੋਸਾਈਡ ਲਿਆਂਦਾ ਗਿਆ, ਉਹ ਸਾਰਾ ਕੁਛ ਹੀ ਆ। ਉਹ ਕਿਉਂਕਿ ਅਸੀਂ ਇੱਦਾਂ ਵਿਆਖਿਆ ਕਰ ਦਿੰਦੇ ਆ ਬਈ ਇੱਕ ਗੁਰਦੁਆਰੇ ਨੂੰ ਕੋਈ ਪੰਜਾਬੀ ਬੰਦਾ ਆਉਂਦਾ, ਕੋਈ ਨਾਸਤਕ ਜਾਂ ਕਾਮਰੇਡ ਆ, ਉਹ ਸੰਬੋਧਨ ਕਰ ਲੈਂਦਾ, ਉਹਨੂੰ ਇਹ ਵੀ ਦੱਸਣਾ ਚਾਹੀਦਾ ਬਈ ਇੱਥੇ ਕਾਮਰੇਡਾਂ ਦੇ ਵਿੱਚ ਵੀ ਲੈਨਨ ਦੀ ਲਾਸ਼ ਨੂੰ 100 ਸਾਲ ਤੋਂ ਉੱਤੇ ਹੋ ਗਿਆ ਇੱਦਾਂ ਪੂਜਿਆ ਜਾਂਦਾ ਜਿੱਦਾਂ ਉਹ ਆਪਣੇ ਨੂਰ ਮਹਿਲ ਵਾਲੀਆ ਪੂਜਿਆ ਜਾਂਦਾ। ਉੱਥੇ ਵੀ ਕਰੋੜਾਂ ਅਰਬਾਂ ਰੁਪਈਏ ਲੱਗ ਗਏ ਆ। ਇੱਥੇ ਮਾਓ ਦੇ ਵੀ ਹਜ਼ਾਰਾਂ ਬੁੱਤ ਰੱਖੇ ਹੋ ਆ ਬਣਾ ਕੇ ਉੱਥੇ ਚਾਈਨਾ ਦੇ ਵਿੱਚ, ਉਹਨਾਂ ਨੂੰ ਕੋਈ ਉਂਗਲੀ ਨਹੀਂ ਚੱਕ ਸਕਦਾ। ਇੱਥੇ ਧਰਮ ਦੇ ਨਾਂ ਤੇ ਦੰਗੇ, ਇਹ ਮੰਨ ਲਓ ਸਭ ਤੋਂ ਵੱਧ ਕਾਮਰੇਡਾਂ ਦੀ ਸਟੇਟ ਏਰੀਆ ਕੇਰਲਾ ਦੇ ਵਿੱਚ ਹੁੰਦੀ ਜਾਂ ਦਿੱਲੀ 'ਚ ਹੁੰਦੇ, ਪੰਜਾਬ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਅੱਜ ਤੱਕ ਕਿਸੇ ਨੇ, ਭਾਵੇਂ ਤੋਂ ਆਪਣੇ ਨੂੰ ਜੱਟ ਕਹਾਵੇ ਭਾਵੇਂ ਦਲਿਤ ਕਹਾਵੇ, ਪੰਜਾਬ ਇੱਕ ਉਹ ਆ ਵੀ ਜਿਹੜਾ ਖਿੱਤਾ ਕਿਸੇ ਨੂੰ ਅਲਾਓ ਨਹੀਂ ਕਰਦਾ ਧਰਮ ਦੇ ਨਾਂ ਤੇ। ਹਾਂ, ਧਰਮ ਦੀ ਵਿਆਖਿਆ ਜਦੋਂ ਤੁਹਾਡੇ ਕੋਲ ਕੋਈ ਖੁਦ ਮੁਖਤਿਆਰੀ ਦੀ ਸੋਵਰੇਨਟੀ ਨਹੀਂ, ਸਾਰਾ ਕੁਝ ਸਟੇਟ ਆ। ਸਟੇਟ ਤੁਹਾਡਾ ਖਾਣ ਪੀਣ ਤੋਂ ਲੈ ਕੇ ਐਜੂਕੇਸ਼ਨ ਤੱਕ ਸਾਰਾ ਕੁਝ ਉਹ ਤੁਹਾਡਾ ਅਲਾਓ ਕਰਦੀ ਵੀ ਤੁਸੀਂ ਆਹ ਪੜ੍ਹਨਾ। ਜੇ ਸਟੇਟ ਇਹ ਕਹਿੰਦੀ ਬਈ ਜੱਟ ਗਲਤ ਆ ਬੋਲਣਾ, ਹਾਲਾਂਕਿ ਮੈਂ ਜੱਟ ਇਸ ਤਰ੍ਹਾਂ ਨਹੀਂ ਪ੍ਰੋਨਾਊਂਸ ਕੀਤਾ ਜਾਂਦਾ। ਜੱਟ ਇੱਕ ਪ੍ਰਾਊਡ ਦਾ ਵੀ ਹੈ, ਜਦੋਂ ਜੱਟ ਦੂਜਿਆਂ ਦੇ ਹੱਕਾਂ ਲਈ ਲੜਦਾ ਹੈ, ਜਦੋਂ ਖੇਤੀ ਦੀ ਗੱਲ ਕਰਦਾ, ਕਿਸਾਨੀ ਦੀ ਗੱਲ ਕਰਦਾ, ਉਹ ਪ੍ਰਾਊਡ ਆ। ਜੇ ਉਹ ਲੱਚਰਤਾ ਗਾਉਂਦਾ ਆ ਫਿਰ ਉਹ ਗਲਤ ਆ। ਉਹ ਇਕੱਲਾ ਜੱਟ ਨਹੀਂ, ਭਾਵੇਂ ਉਹ ਕਾਮਰੇਡ ਦੇ ਮੂੰਹ 'ਚ ਬੀੜੀ ਪਈ ਹੋਵੇ, ਭਾਵੇਂ ਉੱਥੇ ਪਾਸ਼ਾਰਗ ਨੂੰ ਪ੍ਰਮੋਟ ਕੀਤਾ ਜਾਂਦਾ ਹੋਵੇ, ਜਿਹੜੇ ਮੰਨ ਲਓ ਉੱਦਾਂ ਦੇ, ਫਿਰ ਉਹ ਵੀ ਗਲਤ ਆ। ਉਹ ਵੀ ਉੱਦਾਂ ਦੀ ਕਾਮਰੇਡੀ ਤੋਂ ਵੀ ਸਾਨੂੰ ਉਨਾ ਹੀ ਕਿਨਾਰਾ ਕਰਨਾ ਚਾਹੀਦਾ। ਜਿੱਥੇ ਸਾਡੇ ਕੋਲੇ ਹੋਣਾ ਚਾਹੀਦਾ ਵੀ ਸਾਡਾ ਇੱਕ ਬੈਲੈਂਸ ਹੋਣਾ ਚਾਹੀਦਾ। ਜਦੋਂ ਨੈਤਿਕਤਾ 'ਚ ਤੁਸੀਂ, ਜੇ ਸਾਨੂੰ ਸਕੂਲਾਂ ਦੀ ਕਾਲਜਾਂ ਦੀ ਲੋੜ ਆ, ਸਾਨੂੰ ਗੁਰਦੁਆਰਿਆਂ ਦੀ ਵੀ ਉਨੀ ਹੀ ਲੋੜ ਆ। ਸਾਡਾ ਕੋਈ ਇਹ ਨਹੀਂ ਵਿਰੋਧ ਹੋਣਾ ਚਾਹੀਦਾ ਵੀ ਇੱਥੇ ਧਰਮ ਵਾਲੇ ਗਲਤ ਆ ਤੇ ਇੱਥੇ ਦੂਜੇ ਆ। ਇੱਥੇ ਕੋਈ ਜਿਹੜੀ ਧਰਮ ਦੀ, ਸਾਡੇ ਸੈਕੂਲਰ ਲੈਫਟ ਨੇ ਜਿੰਨੇ ਘਾਣ ਧਰਮ ਦੇ ਨਾਂ ਦੇ ਉੱਤੇ ਨਹੀਂ ਵਾਇਲੈਂਸ ਕੀਤਾ ਲਿਖ ਕੇ, ਹਲੇ ਮੈਂ ਦੂਜੇ ਵਾਇਲੈਂਸ ਨਾਲੋਂ ਵੱਧ 1984 ਤੋਂ ਬਾਅਦ ਸਾਧੂ ਮਹਿੰਗੇ ਹੋਣਾ ਤੋਂ ਕਿਹਨੂੰ ਨਹੀਂ ਪਤਾ। ਹੁਣ ਇਹਨਾਂ ਦੇ ਹੀ ਸਾਰਿਆਂ ਨੇ ਲਿਖਿਓ, ਸਾਡੇ ਕੋਲ ਪ੍ਰੂਫ ਪਏ ਆ। ਉਹ ਹੁਣ ਉੱਥੇ ਆ ਸਾਰਾ ਮੀਡੀਆ ਜਿਹੜਾ ਵਨ ਸਾਈਡਡ ਚੱਲਿਆ, ਜਾਂ ਉਹ ਇੱਥੇ ਹਰਦਿਆਲ ਬੈਂਸ ਵਰਗੇ ਕਾਮਰੇਡ ਵੀ ਆ ਜਿਨ੍ਹਾਂ ਤੇ ਅਸੀਂ ਪ੍ਰਾਊਡ ਕਰਦੇ ਆ, ਤੇ ਉੱਥੇ ਦੂਜੇ ਪਾਸੇ ਵੀ ਆ ਜਿਹੜੇ ਉਹ ਮੰਨ ਲਓ ਇੱਕ ਸਟੇਟ ਦੇ ਜਿਹੜੇ ਸਟੇਟ ਨੂੰ ਸਵਾਲ ਕਰਨ ਦੀ ਬਜਾਏ ਉਹ ਵੀ ਸਟੇਟ ਇੱਕ ਤੁਹਾਡੇ ਰਿਸੋਰਸ ਖੋ ਰਹੀ ਆ। ਹਾਂਜੀ, ਥੋੜਾ ਜਿਹਾ ਆਪਾਂ ਬਰੀਫ ਰੱਖੀਏ, ਮੇਰਾ ਨਾ ਖਬਰਾਂ ਦਾ ਟਾਈਮ ਹੋਣ ਵਾਲਾ। ਕੋਈ ਸਵਾਲ ਵੀ ਪੁੱਛਣਾ ਤੁਸੀਂ ਇਹਨਾਂ ਕੋਲੋਂ? ਮੇਰੇ ਸਵਾਲ ਤਾਂ ਮੈਂ ਇਹ ਆ ਵੀ ਜਿਹੜੀ ਆਪਣੀ ਵਿਆਖਿਆ ਜੇ ਕਰਨੀ ਜਾਂ ਤਾਂ ਫਿਰ ਆਪਾਂ ਕਿਤੇ, ਮੈਂ ਇਹਨਾਂ ਨੂੰ ਅੱਗੇ ਇੱਕ ਦੋ ਵਾਰੀ ਫੇਸਬੁੱਕ ਤੇ ਵੀ ਕਿਹਾ, ਇਹ ਇੱਦਾਂ ਦੇ ਕਮੈਂਟ ਕਰਦੇ ਹੁੰਦੇ, ਸਿੱਖਾਂ ਨੂੰ ਖਾਸ ਕਰਕੇ ਸੰਬੋਧਨ ਹੁੰਦੇ ਵੀ, ਮੈਂ ਕਿਹਾ ਵੀ ਆ ਜਾਓ ਆਪਾਂ ਓਪਨਲੀ ਕਰਦੇ ਡਿਸਕਸ਼ਨ, ਤੁਸੀਂ ਆਪਣੇ ਤੱਥ ਲੈ ਕੇ। ਮੈਂ ਓਪਨਲੀ ਕਹਿੰਦਾ ਵੀ ਜਿੰਨੀ ਨੌਨ ਵਾਇਲੈਂਸ ਅੱਜ ਉੱਥੇ ਹੋਈ ਹੋ ਆ, ਤਾਂ ਖਾਸ ਕਰ ਵੈਸਟ ਨੇ ਕੀਤੀ ਆ। ਵੈਸਟ ਦੀ ਧਰਮ ਦੀ ਆਪਣੀ ਪ੍ਰੈਕਟਿਸ ਸੀਗੀ, ਉਹਦੀ ਪ੍ਰੈਕਟਿਸ ਨੂੰ ਸਾਡੀ ਪ੍ਰੈਕਟਿਸ ਨਾਲ ਨਾ ਠੋਕੋ। ਪੰਜਾਬ ਜਾਂ ਭਾਰਤ ਦੀ ਸਮੱਸਿਆ ਇਹ ਕੋਈ ਧਰਮ ਨਹੀਂ ਹੈਗਾ, ਇਹਦੀ ਸਮੱਸਿਆ ਹੈਗੀ ਕਲੋਨੀਅਲ ਕਲਚਰ, ਜਿਹੜਾ ਮਾਰਕਸਵਾਦ ਰਾਹੀਂ ਆਇਆ ਇੰਡੀਆ ਦੇ ਵਿੱਚ, ਚਾਈਨਾ ਰਾਹੀਂ ਜਾਂ ਇਹ ਆਪਣੇ ਮਾਸਕੋ ਰਾਹੀਂ, ਜਾਂ ਉਹ ਕਲੋਨੀਅਲ, ਉਹ ਸਾਡੀ ਸਮੱਸਿਆ। ਸਾਡੀ
ਅਸੀਂ ਤਾਂ ਸਾਡੇ ਜਦੋਂ ਕਦੇ ਭੀੜ ਪੈਂਦੀ ਅਸੀਂ ਆਪਣੇ ਦੁਸ਼ਮਣਾਂ ਨੂੰ ਵੀ ਖਿਲਾਉਂਦੇ ਆ। ਥੈਂਕ ਯੂ ਗੁਰਮੁਖ ਜੀ, ਸ਼ੁਕਰੀਆ ਤੁਹਾਡਾ ਜਿਹੜੀ ਇਹ ਗੱਲਬਾਤ ਕੀਤੀ ਹੈ। ਮੈਂ ਚਾਹੁੰਦੀ ਹਾਂ ਕਿ ਡੀਟੇਲ ਦੇ ਵਿੱਚ ਜੇ ਸਾਧੂ ਬਿਨਿੰਗ ਜੀ ਇਸ ਬਾਰੇ ਆਪਣੀ ਜਿਹੜੀ ਟਿੱਪਣੀਆਂ ਉਹ ਜ਼ਰੂਰ ਕਰਨ, ਕਿਉਂਕਿ ਜਿਹੜੀ ਮੁੱਖ ਤੌਰ 'ਤੇ ਇਹਨਾਂ ਨੇ ਗੱਲ ਇਹ ਕੀਤੀ ਹੈ ਕਿ ਇਹ ਇੰਟਰਪ੍ਰੀਟੇਸ਼ਨ ਆਪੋ ਆਪਣੀ ਆ। ਜਿਹੜੀ ਇਹਨਾਂ ਨੇ ਪਹਿਲੀ ਇਹ ਗੱਲ ਕੀਤੀ ਹੈਗੀ ਆ ਕਿ ਆਪਾਂ ਜੇ ਧਰਮ ਦੀ ਅਤੇ ਨੈਤਿਕਤਾ ਦੀ ਗੱਲ ਕਰਦੇ ਹਾਂ, ਅਸੀਂ ਇਹ ਗੱਲ ਤਾਂ ਪੱਕੀ ਆ, ਮੈਂ ਇਹ ਆਪਣਾ ਮੇਰਾ ਪਰਸਨਲ ਵੀ ਖਿਆਲ ਹੈਗਾ ਕਿ ਜਦੋਂ ਕਿਤੇ ਧਰਮ ਦਾ ਜਿਹੜਾ ਮਸਲਾ ਆ ਜਾਂਦਾ ਅਸੀਂ ਬਹੁਤ ਜ਼ਿਆਦਾ ਸੈਂਸਿਟਿਵ ਮਹਿਸੂਸ ਕਰਦੇ ਹੈਗੇ ਹਾਂ। ਕੀ ਕਹੋਗੇ? ਬਿਲਕੁਲ, ਇਹਨਾਂ ਦੇ ਆਪਣੇ ਵਿਚਾਰ ਹੈਗੇ ਇਹਨਾਂ ਦੇ, ਮਤਲਬ ਔਰ ਬਹੁਤ ਵਧੀਆ ਤਰੀਕੇ ਨਾਲ ਨੇ ਵਿਚਾਰ ਦੱਸਿਆ। ਮੈਂ ਇਸ ਗੱਲ ਦੀ ਇਹਨਾਂ ਦੀ ਸਤਿਕਾਰ ਕਰਦਾ, ਸਿਫਤ ਕਰਦਾ। ਅਤੇ ਪਰ ਜਿਹੜੀ ਮਤਲਬ ਆਪਾਂ ਆਪੋ ਆਪਣੇ ਤਰੀਕੇ ਨਾਲ ਇਤਿਹਾਸ ਨੂੰ ਵੀ ਆਪਣੇ ਤਰੀਕੇ ਨਾਲ ਦੇਖਦੇ ਹਾਂ ਅਤੇ ਮਤਲਬ ਇਸ ਵੇਲੇ ਜਿਹੜਾ ਮੌਜੂਦਾ ਸਮੇਂ ਨੂੰ ਵੀ। ਸੋ ਜਿਹੜੀ ਇਹਨਾਂ ਨੇ ਮਤਲਬ ਮੈਂ ਮਾੜੀ ਜਿਹੀ ਟਿੱਪਣੀ ਕਰਦਾ, ਫੈਸਲਾ ਇਹਨਾਂ ਨੇ ਦੂਜੀ ਵੱਡੀ ਜੰਗ ਦੀ ਜਿਹੜੀ ਗੱਲ ਕੀਤੀ ਆ, ਉਹ ਨਾਸਤਕ ਨਹੀਂ ਸੀਗੇ। ਹਿਟਲਰ ਜਿਹੜਾ ਹੈ ਜਿਹਨੇ ਉਹ ਜੰਗ ਸ਼ੁਰੂ ਕੀਤੀ ਸੀਗੀ, ਉਹ ਈਸਾਈ ਸੀਗਾ, ਕੈਥੋਲਿਕ ਸੀਗਾ, ਔਰ ਉਹਨੇ ਜਿਊ ਜਿਹੜੇ ਆ ਉਹ ਜਿੰਨੇ ਵੱਡੀ ਗਿਣਤੀ 'ਚ ਮਾਰੇ, ਜਿਪਸੀ ਮਾਰੇ, ਕਾਲੇ ਲੋਕ ਮਾਰੇ, ਉਹ ਮਤਲਬ ਇਸ ਕਰਕੇ ਨਹੀਂ ਮਾਰੇ ਪਏ, ਉਹ ਮਤਲਬ ਉਹ ਨਾਸਤਕ ਸੀਗਾ, ਉਹਨੂੰ ਵੀ ਨਾਸਤਕ ਕਹਿੰਦੇ ਕਈ ਵਾਰੀ। ਉਹ ਪੂਰਾ ਧਾਰਮਿਕ ਬੰਦਾ ਸੀਗਾ, ਧਰਮ ਦੇ ਨਾਲ ਮਾਰੇ। ਜਿਹੜੇ ਦੂਜੇ ਲੋਕ ਫਰਜ਼ ਕਰ ਲਾ, ਉਹਨਾਂ ਦੀ ਗੱਲ ਸਹੀ ਆ ਵੀ ਸਟਾਲਿਨ ਦੇ ਮੌਕੇ ਵੀ ਅਤੇ ਮਾਓ ਦੇ ਮੌਕੇ ਵੀ ਬਹੁਤ ਲੋਕ ਮਰੇ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਉਹਨਾਂ ਦਾ ਕਾਰਨ ਇਹ ਨਹੀਂ ਸੀ ਵੀ ਇਸ ਕਰਕੇ ਨਹੀਂ ਸੀ ਮਾਰੇ ਵੀ ਇਹ ਰੱਬ ਨੂੰ ਮੰਨਦੇ ਆ, ਜਾਂ ਮਤਲਬ ਇੱਕ ਨਾਸਤਕ ਐਂਗਲ ਤੋਂ ਨਹੀਂ ਸੀ ਮਾਰੇ। ਘੱਟੋ ਘੱਟ ਇਤਿਹਾਸ ਸਾਨੂੰ ਇਹ ਦੱਸਦਾ ਵੀ ਇਹ ਐਂਗਲ ਨਹੀਂ ਉਹਨਾਂ ਨੇ ਵਰਤਿਆ, ਇਸ ਕਰਕੇ ਨਹੀਂ ਮਾਰੇ ਵੀ ਮੈਂ ਨਾਸਤਕ ਹਾਂ ਅਤੇ ਇਹ ਰੱਬ ਨੂੰ ਮੰਨਦਾ, ਇਸ ਕਰਕੇ ਨਹੀਂ। ਉਹ ਆਸਤਿਕਤਾ ਅਤੇ ਨਾਸਤਿਕਤਾ ਦੀ ਲੜਾਈ ਨਹੀਂ ਸੀ, ਉਹ ਬਿਲਕੁਲ ਨਹੀਂ ਸੀਗੀ। ਪਰ ਦੂਜੇ ਪਾਸੇ ਇਹ ਹੈ ਵੀ ਜੇ ਤੁਸੀਂ ਫਰਜ਼ ਕਰ ਲਓ, ਮਤਲਬ ਜਿਵੇਂ ਜਸਵੀਰ ਨੇ ਕਿਹਾ ਸੀਗਾ, ਜੇ ਤੁਸੀਂ ਇਤਿਹਾਸ ਦੇ ਵਿੱਚ ਨਿਗਾਹ ਮਾਰੋ ਤਾਂ ਬਹੁਤੀਆਂ ਜਿਹੜੀਆਂ ਲੜਾਈਆਂ ਹੈਗੀਆਂ ਆ ਉਹ ਧਰਮ ਦੇ ਕਰਕੇ ਹੋਈਆਂ। ਕਿਉਂਕਿ ਮਤਲਬ ਇਸ ਵੇਲੇ ਵੀ ਦੁਨੀਆ ਦੇ ਵਿੱਚ ਮਤਲਬ ਹਿੰਦੁਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਆ ਉਹ ਤੁਸੀਂ ਉਹਨੂੰ ਡਿਨਾਈ ਨਹੀਂ ਕਰ ਸਕਦੇ ਹੈ, ਮਤਲਬ ਜਿਸ ਤਰੀਕੇ ਨਾਲ ਹੋ ਰਿਹਾ। ਔਰ ਅਫਰੀਕਾ 'ਚ ਦੇਖ ਲਓ, ਮਤਲਬ ਉੱਥੇ ਕੋਈ ਨਾ ਕੋਈ ਤੁਹਾਨੂੰ ਇਸ ਕਿਸਮ ਦੀ ਖਬਰ ਸੁਣਨ ਨੂੰ ਮਿਲਦੀ ਰਹਿੰਦੀ ਆ ਵੀ ਧਾਰਮਿਕ ਲੋਕਾਂ ਨੇ ਮਤਲਬ ਉਹ ਕੀਤਾ ਜਾਂ ਉਹ ਕੀਤਾ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਇਹ ਮਤਲਬ ਹੁੰਦੀਆਂ। ਦੂਜੀ ਗੱਲ ਇਹ ਆ ਵੀ ਕਿਉਂਕਿ ਵਿਸ਼ਵਾਸ ਆ ਜਿਹੜਾ ਉਹ ਤੁਹਾਨੂੰ ਖੁਦ ਸੋਚਣ ਤੋਂ ਰੋਕਦਾ ਆ, ਅਤੇ ਜਿਹੜੀ ਫਿਰ ਤੁਹਾਨੂੰ ਗੱਲ ਦੱਸੀ ਜਾਂਦੀ ਆ ਤੁਸੀਂ ਉਹਨੂੰ ਠੀਕ ਮੰਨ ਕੇ ਤੁਰ ਪੈਂਦੇ। ਇਸੇ ਕਰਕੇ ਮਤਲਬ ਜਿਹੜੇ ਜਦੋਂ ਵੀ ਕਿਤੇ ਲੋੜ ਹੁੰਦੀ ਸਿਆਸੀ ਤੌਰ 'ਤੇ ਅਤੇ ਲੋਕ ਧਰਮ ਨੂੰ ਵਰਤਦੇ ਹੈਗੇ ਆ, ਹੈ ਨਾ। ਮਤਲਬ ਆਲੇ ਦੁਆਲੇ ਅਸੀਂ ਹਰ ਥਾਂ ਦੇਖਦੇ ਆਏ ਹਾਂ। ਬਿਲਕੁਲ, ਮਤਲਬ ਇਸ ਕਰਕੇ ਜਿਹੜਾ ਇਹ ਇਤਿਹਾਸ ਆ ਉਹ ਬਿਲਕੁਲ ਸਹੀ ਹੈ। ਮੈਂ ਉਹਦੇ ਨਾਲ ਜਸਵੀਰ ਨਾਲ ਸਹਿਮਤ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਦੁਨੀਆ ਦੇ ਵਿੱਚ ਹੋਈਆਂ, ਮਤਲਬ ਪਿਛਲੇ 2000 ਸਾਲ ਦੇ ਵਿੱਚ ਜਦੋਂ ਤੱਕ ਵੀ ਸਾਡਾ ਅਸੀਂ ਇਤਿਹਾਸ ਦੇਖ ਸਕਦੇ ਹਾਂ, ਜਿਹੜਾ ਉਹਨਾਂ ਦੇ ਕਾਰਨ ਜਿਹੜੇ ਆ ਉਹ ਧਾਰਮਿਕ ਸੀਗੇ। ਭਾਵੇਂ ਮਤਲਬ ਜਾਂ ਘੱਟੋ ਘੱਟ ਧਰਮ ਵਰਤਿਆ ਗਿਆ ਉਹਦੇ 'ਚ। ਕਾਰਨ ਤਾਂ ਜਿਵੇਂ ਹੁਣ ਵੀ ਆ ਜਾਂ ਪਹਿਲਾਂ ਵੀ ਸੀਗੇ, ਉਹ ਮਤਲਬ ਪਾਵਰ ਜਾਂ ਜਿਹਨੂੰ ਆਪਾਂ ਆਰਥਿਕ ਕਹਿ ਦਿੰਦੇ ਆ, ਉਹ ਕਾਰਨ ਹੈਗੇ ਆ। ਪਰ ਧਰਮ ਦੀ ਵਰਤੋਂ ਜ਼ਰੂਰ ਮਤਲਬ ਹੋਈ ਹੈਗੀ ਆ ਇਹਨਾਂ ਗੱਲਾਂ ਦੇ ਲਈ। ਅਤੇ ਪਰ ਮਤਲਬ ਇਹ ਮੇਰਾ ਵਿਚਾਰ ਹੈਗਾ ਆ, ਅਤੇ ਇਹ ਗੁਰਮੁਖ ਸਿੰਘ ਦਾ ਆਪਣਾ ਵਿਚਾਰ ਸੀ ਉਹਨਾਂ ਦਾ। ਪਰ ਇਹੀ ਗੱਲ ਹੈ ਨਾ, ਹੁਣ ਧਰਮ ਦੀ ਵੀ ਜੇ ਆਪਾਂ ਹੋਰ ਅੱਗੇ ਚੱਲ ਜਾਈਏ, ਉਹਦੀ ਵੀ ਇੰਟਰਪ੍ਰੀਟੇਸ਼ਨ ਆਪੋ ਆਪਣੀ ਆ। ਹੁਣ ਧਰਮ ਕਿਸੇ ਦੇ ਲਈ ਕੋਈ ਚੀਜ਼ ਹੈ, ਕਿਸੇ ਦੇ ਲਈ ਕੋਈ ਹੈ। ਕੋਈ ਕਹਿੰਦਾ ਧਰਮ ਦੇ ਜ਼ਰੀਏ ਮੈਂ ਕਰਮ ਕਰ ਰਿਹਾ, ਚੰਗੇ ਕਰਮ ਕਰ ਰਿਹਾ। ਕੋਈ ਇਹ ਕਹਿ ਰਿਹਾ ਕਿ ਧਰਮ ਦੇ ਜ਼ਰੀਏ ਮੈਂ ਰੱਬ ਪਾ ਰਿਹਾ, ਠੀਕ ਹੈ। ਕੋਈ ਇਹ ਕਹਿ ਰਿਹਾ ਕਿ ਮੇਰਾ ਧਰਮ ਸਭ ਤੋਂ ਉੱਪਰ ਹੈ। ਬਿਲਕੁਲ ਬਿਲਕੁਲ। ਕੋਈ ਇਹ ਕਹਿ ਰਿਹਾ ਕਿ ਵੀ ਮੇਰੇ ਧਰਮ ਦੇ ਜਿਹੜੇ ਗਲਬੇ ਦੇ ਵਿੱਚ ਸਾਰੇ ਲੋਕ ਆ ਜਾਂਦੇ ਹੈਗੇ ਆ ਕਿਉਂਕਿ ਮੇਰਾ ਧਰਮ ਸਭ ਤੋਂ ਉੱਪਰ ਹੈ। ਖੈਰ ਇਹ ਇੰਟਰਪ੍ਰੀਟੇਸ਼ਨ ਹੈ ਆਪੋ ਆਪਣੀ। ਜਿੱਥੇ ਇਹ ਗੱਲ ਸਵਾਲ ਬਣਦਾ ਕਿ ਕਈ ਸਾਰੇ ਲੋਕ ਜਿਹੜੇ ਧਾਰਮਿਕ ਨੇ ਕੀ ਉਹ ਸਾਰੇ ਹੀ ਨੈਤਿਕ ਨੇ? ਇਹਨਾਂ ਸਵਾਲਾਂ ਦੇ ਮੇਰੇ ਖਿਆਲ ਜਵਾਬ ਦੇ ਵਿੱਚ ਇਹ ਗੱਲ ਤਾਂ ਪੱਕੀ ਕਹੀ ਜਾ ਸਕਦੀ ਹੈ, ਆਪਣੇ ਸਾਹਮਣੇ ਬਹੁਤ ਕੁਝ ਹੈ ਜਿਹੜਾ ਧਰਮ ਦੇ ਨਾਂ 'ਤੇ, ਜਿਵੇਂ ਤੁਸੀਂ ਕਿਹਾ ਕਿ ਮਿਸਯੂਜ਼ ਹੋਇਆ। ਧਰਮ ਦੇ ਸ਼ਬਦ ਨੂੰ ਵੀ, ਧਾਰਮਿਕ ਥਾਵਾਂ ਨੂੰ ਵੀ, ਧਾਰਮਿਕ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਵੀ। ਹੁਣ ਆਪਾਂ ਮੈਨੂੰ ਲੱਗਦਾ ਕਿ ਜੇ ਲਿਸਟ ਇਹਦੀ ਗਣਾਉਣੀ ਸ਼ੁਰੂ ਹੋਈਏ ਤਾਂ ਸਾਡੇ ਕੋਲ ਸਮਾਂ ਥੁੜ ਜਾਣਾ ਇਸ ਚੀਜ਼ ਦੇ ਲਈ। ਸਾਧੂ ਬਿਨਿੰਗ ਜੀ, ਸਾਡੇ ਬਹੁਤ ਸਾਰੇ ਕਾਲਰਸ ਹੋਲਡ 'ਤੇ ਨੇ, ਪਹਿਲਾਂ ਉਹਨਾਂ ਦੀ ਆਪਾਂ ਗੱਲ ਸੁਣ ਲਈਏ। ਅਮਰਜੀਤ ਚਾਹਲ ਜੀ, ਅਮਰਜੀਤ ਚਾਹਲ ਜੀ, ਹਾਂਜੀ ਤੁਸੀਂ ਔਨ ਏਅਰ ਹੋ। ਨਵਜੋਤ ਤੁਹਾਨੂੰ ਹੈਲੋ, ਅਤੇ ਸਾਧੂ ਜੀ ਨੂੰ ਵੀ ਹੈਲੋ। ਹੈਲੋ ਜੀ। ਹੈਲੋ। ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਮੈਨੂੰ ਕੁਛ ਮੌਕਾ ਮਿਲਿਆ ਤੁਹਾਡਾ ਸ਼ੋਅ ਸੁਣਨ ਦਾ ਜੀ, ਤੇ ਅੱਧ ਵਿਚਕਾਰ ਵੀ ਸੁਣ ਰਿਹਾ। ਤੇ ਸਾਧੂ ਹੁਣਾਂ ਨੇ ਜਿਹੜਾ ਗੱਲਬਾਤ ਕੀਤੀ ਆ ਨੈਤਿਕਤਾ ਬਾਰੇ, ਉਹ ਬੜੀ ਚੰਗੀ ਲੱਗੀ ਆ। ਤੇ
ਇਹਨਾਂ ਨੇ ਬੜੀ ਦਲੇਰੀ ਨਾਲ ਤੇ ਖੁੱਲ੍ਹਦਿਲੀ ਦੇ ਨਾਲ ਉੱਤੇ ਆਪਦੇ ਵਿਚਾਰ ਪ੍ਰਗਟ ਕੀਤੇ ਆ। ਜੀ ਤੇ ਮੈਨੂੰ ਲੱਗਦਾ ਕਿ ਨੈਤਿਕਤਾ ਨੂੰ ਐਸਟੈਬਲਿਸ਼ ਜਿਹੜੇ ਕਰਨ ਵਾਲੇ ਲੋਕ ਆ ਉਹ ਮੁੱਖ ਤਿੰਨ ਅਦਾਰੇ ਹੈਗੇ ਆ। ਇੱਕ ਤਾਂ ਸਭ ਤੋਂ ਪਹਿਲਾਂ ਰਾਜਨੀਤਿਕ ਆ ਜਾਂਦਾ ਆ, ਉਦੋਂ ਬਾਅਦ ਫਿਰ ਧਾਰਮਿਕ ਆ ਜਾਂਦਾ ਆ, ਤੇ ਉਦੋਂ ਬਾਅਦ ਫਿਰ ਆ ਜਾਂਦਾ ਆ ਵਪਾਰਕ ਜੋ ਲੋਕ ਆ। ਤੇ ਇਹ ਤਿੰਨੇ ਲੋਕ ਨੈਤਿਕਤਾ ਦੀਆਂ ਧੱਜੀਆਂ ਵੀ ਉਡਾਉਂਦੇ ਆ। ਜਦੋਂ ਵੀ ਕੋਈ ਨੈਤਿਕਤਾ ਦੀ ਗੱਲ ਜਿਵੇਂ ਇਹ ਚਾਹੁੰਦੇ ਨਾ ਹੋਵੇ ਤਾਂ ਫਿਰ ਇਹ ਅਨੈਤਿਕ ਹੋਣ ਲੱਗੇ ਮਿੰਟ ਨਹੀਂ ਲਾਉਂਦੇ। ਮੈਨੂੰ ਇਉਂ ਲੱਗਦਾ ਕਿ ਕੁਛ ਲੋਕਾਂ ਨੂੰ ਜਿਵੇਂ ਲੱਗਦਾ ਕਿ ਧਰਮ ਤੋਂ ਬਿਨਾਂ ਇਸ ਦੁਨੀਆ ਨੂੰ ਦੇਖਿਆ ਨਹੀਂ ਜਾ ਸਕਦਾ, ਤੇ ਇਸੇ ਤਰ੍ਹਾਂ ਹੀ ਕੁਛ ਲੋਕਾਂ ਨੂੰ ਲੱਗਦਾ ਕਿ ਧਾਰਮਿਕ ਲੋਕ ਜਿਹੜੇ ਆ ਉਹ ਵੀ ਸ਼ਾਇਦ ਅਨੈਤਿਕਤਾ ਫੈਲਾ ਰਹੇ ਆ, ਜਾਂ ਰਾਜਨੀਤਿਕ ਲੋਕ ਹੀ ਅਨੈਤਿਕਤਾ ਫੈਲਾ ਰਹੇ ਆ। ਜੀ ਇਸੇ ਤਰ੍ਹਾਂ ਹੀ ਕੁਛ ਲੋਕਾਂ ਨੂੰ ਕਾਮਰੇਡਾਂ ਤੋਂ ਬੜੀ ਖਿੱਚ ਆ, ਨਫ਼ਰਤ ਆ। ਉਹ ਇਹ ਭੁੱਲ ਜਾਂਦੇ ਆ ਗੱਲ ਕਰਦੇ ਕਰਦੇ ਕਿ ਅਸੀਂ ਕਾਮਰੇਡਾਂ ਨੇ ਜੋ ਵੀ ਕੁਛ ਕੀਤਾ ਆ ਉਹ ਕਿਸੇ ਨਾ ਕਿਸੇ ਕਾਇਦੇ ਕਾਨੂੰਨ ਦੇ ਥੱਲੇ ਜੋ ਉਸ ਸਮੇਂ ਐਸਟੈਬਲਿਸ਼ ਕੀਤਾ ਗਿਆ ਸੀ ਉਹਦੇ ਅਧੀਨ ਹੀ ਕੀਤਾ ਆ। ਇਸੇ ਤਰ੍ਹਾਂ ਜੇ ਦੇਖੀਏ ਸਜ਼ਾ ਕੀ ਆ, ਉਹ ਚਾਹੇ ਕਿਸੇ ਨੂੰ ਕਤਲ ਕਰਨ ਦੀ ਆ, ਚਾਹੇ ਕਿਸੇ ਨੂੰ ਕੈਦ ਕਰਨ ਦੀ ਆ, ਜਾਂ ਕਿਸੇ ਨੂੰ ਸ਼ਰੇਆਮ ਫਾਹੇ ਟੰਗਣ ਦੀ ਆ। ਉਹ ਕਿਉਂ ਆ? ਔਰ ਉਹ ਸਾਰਿਆਂ ਤੋਂ ਵੱਧ ਕਿਹਨਾਂ ਲੋਕਾਂ ਨੇ ਕੀਤੀ ਹੈ? ਮੈਨੂੰ ਸਾਧੂ ਹੁਣਾਂ ਦੇ ਵਿਚਾਰ ਸੁਣ ਕੇ ਖੁਸ਼ੀ ਹੋਈ ਆ, ਤੇ ਮੈਂ ਚਾਹੁੰਦਾ ਕਿ ਇਹ ਆਪਣੇ ਵਿਚਾਰਾਂ ਨੂੰ ਇਸੇ ਤਰ੍ਹਾਂ ਹੀ ਲੋਕਾਂ ਤੱਕ ਪਹੁੰਚਾਉਂਦੇ ਰਹਿਣ, ਤੇ ਤੁਹਾਡਾ ਰੇਡੀਓ ਜਿਹੜਾ ਆ ਇਹ ਉਹਦਾ ਜ਼ਰੀਆ ਬਣਦਾ ਰਹੇ। ਸ਼ੁਕਰੀਆ ਤੁਹਾਡਾ ਬਹੁਤ ਬਹੁਤ ਅਮਰਜੀਤ ਚਾਹਲ ਜੀ। ਹੁਣ ਜਿਹੜੀ ਗੱਲ ਥੋੜ੍ਹੀ ਜਿਹੀ ਐਡ ਹੋ ਰਹੀ ਆ ਵਿੱਚ, ਉਹਦੇ ਵਿੱਚ ਜ਼ਿਕਰ ਇਹਨਾਂ ਨੇ ਵੀ ਕੀਤਾ ਕਿ ਸਜ਼ਾ ਦੀ ਗੱਲ ਹੈ, ਕਤਲ ਦੀ ਗੱਲ ਹੈ। ਦੇਖੋ, ਇੱਕ ਕਤਲ, ਇੱਕ ਸਜ਼ਾ, ਜਿਹਦੇ ਵਿੱਚ ਅਸੀਂ ਕਾਨੂੰਨ ਦੀ ਗੱਲ ਕਰਨ ਲੱਗ ਪੈਂਦੇ ਹਾਂ। ਨੈਤਿਕਤਾ ਅਤੇ ਕਾਨੂੰਨ ਦਾ ਆਪਸ 'ਚ ਕਿਹੋ ਜਿਹਾ ਸੰਬੰਧ ਹੈ, ਆਪਾਂ ਹਾਲੇ ਤੱਕ ਇਹ ਚੀਜ਼ ਟੱਚ ਨਹੀਂ ਕੀਤੀ, ਆਪਾਂ ਕਰਾਂਗੇ। ਪਰ ਜਿਹੜੇ ਇਸ ਵੇਲੇ ਮੇਰੇ ਨਾਲ ਦੂਸਰੇ ਕਾਲਰਸ ਨੇ, ਇਹ 3-4 ਵਾਰੀ ਇਹਨਾਂ ਦੀ ਕਾਲ ਡਰੋਪ ਹੋ ਗਈ ਆ, ਇਸ ਕਰਕੇ ਆਪਾਂ ਪਹਿਲਾਂ ਉਹਨਾਂ ਦੀ ਗੱਲ ਸੁਣੀਏ। ਮੈਂ ਅਮਰਜੀਤ ਹੋਣਾ ਦਾ ਧੰਨਵਾਦ ਕਰਦਾ ਜੀ, ਬਹੁਤ ਬਹੁਤ ਧੰਨਵਾਦ ਅਮਰਜੀਤ ਚਾਹਲ ਦਾ। ਹਾਂਜੀ, ਸਾਡੇ ਨੈਕਸਟ ਲਿਸਨਰ ਨੇ ਨਿਰਮਲ ਜੀ, ਨਹੀਂ ਮਿਸਟਰ ਪੌਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿਸਟਰ ਪੌਲ। ਹਾਂਜੀ ਵੀ ਮੈਂ ਕਹਿਣਾ ਚਾਹੁੰਦਾ, ਜਿਹੜਾ ਆਪਾਂ ਕਹਿੰਦੇ ਕਮਿਊਨਿਜ਼ਮ, ਇਹ ਬੜੀ ਛੇਤੀ ਫੈਲਿਆ ਦੁਨੀਆ ਦੇ, ਬੜੀ ਛੇਤੀ ਖਤਮ ਹੋ ਜਾ ਰਿਹਾ। ਜਿਹੜੇ ਧਰਮ ਆ ਉਹ ਮੇਰਾ ਖਿਆਲ ਜਦੋਂ ਬੰਦੇ ਨੇ ਜਨਮ ਲਿਆ ਹੈ ਉਦੋਂ ਤੋਂ ਤੁਹਾਡੇ ਨਾਲ ਰਹਿੰਦੇ, ਤੇ ਮਰਦੇ ਆਪਣੀ ਦੁਨੀਆ ਤੇ ਖਤਮ ਹੋਣੀ ਉਦੋਂ ਤੱਕ ਹੀ ਆਪਣੇ ਨਾਲ ਰਹਿਣਾ ਹੈ। ਹੁਣ ਬਾਕੀ ਜਿਹੜੀ ਨੈਤਿਕਤਾ, ਮੇਰਾ ਆਪਾਂ ਕਹਿੰਦੇ ਕਿ ਵੀ ਕੀ ਧਾਰਮੀ ਲੋਕ ਵੀ ਚੰਗੇ ਹੋ ਸਕਦੇ, ਜਾਂ ਵੀ ਜ਼ਰੂਰੀ ਆ ਵੀ ਜਿਹੜੇ ਰਿਲੀਜੀਅਸ ਲੋਕ ਆ ਉਹੀ ਚੰਗੇ ਹੋ ਸਕਦੇ ਨੇ? ਆਪਾਂ ਥੋੜ੍ਹੀ ਜਿਹੀ ਇੱਕ ਹੋਰ ਜੇ ਐਂਗਲ ਤੋਂ ਗੱਲ ਕਰ ਲਈਏ ਮਿਸਟਰ ਪੌਲ, ਮੈਂ ਤੁਹਾਨੂੰ ਵੀ ਇਸ ਚੀਜ਼ 'ਚ ਸ਼ਾਮਿਲ ਕਰਨਾ ਚਾਹੁੰਦੀ, ਜੇ ਇੱਥੇ ਫੋਕਸ ਕਰੀਏ ਕਿ ਪਹਿਲਾਂ ਧਰਮ ਆਏ ਜਾਂ ਨੈਤਿਕਤਾ ਆਈ? ਨਹੀਂ, ਐਡੇ ਤਾਂ ਆਪਾਂ ਫਿਲਾਸਫਰ ਨਹੀਂ ਗਏ ਜੀ ਆਪਾਂ। ਮੈਨੂੰ ਜਿਹੜੀ ਮੈਂ ਗੱਲ ਕਰਨ ਚਾਹੁੰਦਾ ਉਹ ਨਹੀਂ ਕਿ ਮੈਨੂੰ ਕਰ ਲੈਣ ਤੋਂ ਜ਼ਰੂਰ। ਹਾਂਜੀ ਜੀ, ਹਾਂਜੀ ਹਾਂਜੀ। ਹੁਣ ਜਿਵੇਂ ਆਪਣੇ ਜੇ ਆਪਾਂ ਕਹਿੰਦੇ ਸੜਕ 'ਤੇ ਆਪਣੇ ਰੂਲ ਹੈਗੇ, ਰੈਗੂਲੇਸ਼ਨ, ਸਪੀਡਿੰਗ ਆ ਜਾਂ ਹੋਰ ਰੈਗੂਲੇਸ਼ਨ, ਰਾਈਟ। ਹੁਣ ਹਰ ਇੱਕ ਆਏ ਨਹੀਂ, ਜ਼ਰੂਰੀ ਨਹੀਂ ਵੀ ਉਹ ਵੀ ਆਪਾਂ ਲਾਇਸੈਂਸ ਖੋਇਆ ਜਾਊਗਾ ਜਾਂ ਆਪਾਂ ਨੂੰ ਫਾਈਨ ਹੋਊਗਾ ਤਾਂ ਹੀ ਆਪਾਂ ਫੋਲੋ ਕਰਦੇ, ਰਾਈਟ। ਪਰ ਉੱਤੇ ਉਹਦੇ ਕੁੰਡਾ ਹੈਗਾ ਵੀ ਤੁਸੀਂ ਜੇ ਤੁਸੀਂ ਨਹੀਂ ਕਰੋਗੇ ਇੱਦਾਂ ਧਰਮਾਂ ਦੇ ਉੱਤੇ, ਧਰਮੀ ਜੇ ਤੁਸੀਂ ਚੰਗੇ ਕੰਮ, ਤੁਸੀਂ ਸ਼ਾਇਦ ਤੁਸੀਂ ਚੰਗੇ ਬੰਦੇ ਹੋ ਸਕਦੇ ਹੋ, ਪਰ ਜੇ ਧਰਮ ਦਾ ਤੁਹਾਡੇ ਉੱਤੇ ਹੈਗਾ, ਡਰ ਹੈਗਾ, ਫਿਰ ਤੁਸੀਂ ਉਹ ਵੀ ਲੌਂਗ ਟਰਮ ਉਹ ਚੱਲ ਸਕਦਾ ਕੰਮ। ਨਹੀਂ ਤੁਸੀਂ ਕਹਿ ਸਕਦੇ ਮੇਰੀ ਮਰਜ਼ੀ, ਮੈਂ ਚੰਗਾ ਬਣਾ ਜਾਂ ਮੈਂ ਡਿਫਾਈਨ ਕਰਦਾ ਨਾ। ਅਤੇ ਬਾਕੀ ਜਿਹੜੇ ਆਪਣੇ ਵੀ ਇਕਨੋਮਿਕ ਬੇਸ ਸਿਸਟਮ ਆ ਜਾਂ ਕਮਿਊਨਿਜ਼ਮ, ਆਈ ਥਿੰਕ ਵੀ ਉਹ ਵੀ ਆਪਾਂ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਦੇ। ਜੇ ਆਪਾਂ ਧਰਮ ਦੀ ਕਦੇ ਆਪਣੀ ਤਾਂ ਆਪਾਂ ਧਰਮ ਦੀ ਰਿਲੀਜੀਅਸ ਜਾਂ ਵੈਲਿਊ ਦੀ ਗੱਲ ਨਹੀਂ ਕਰਦੇ, ਰਾਈਟ। ਆਪਾਂ 24 ਘੰਟੇ ਇਹੀ ਕਰਦੇ ਨੇ, ਆਪਾਂ ਗੇਇਜ਼ਮ, ਆਪਾਂ ਫਲਾਨਾ, ਅਤੇ ਇਹਨੂੰ ਆਪਾਂ ਪ੍ਰਮੋਟ। ਜੇ ਆਪਾਂ ਕਿਤੇ ਵੈਲਿਊ ਦੀ ਗੱਲ ਵੀ ਕਰਦੇ ਉਹਨੂੰ ਆਪਾਂ ਕ੍ਰਿਟੀਸਾਈਜ਼ ਜ਼ਿਆਦਾ ਕਰਦੇ ਹਾਂ। ਆਪਾਂ ਕਹਿੰਦੇ ਜੀ ਧਰਮਾਂ ਨੂੰ ਵੀ ਕ੍ਰਿਟੀਸਾਈਜ਼ ਕਰੋ, ਆਪਣੀਆਂ ਸੋਸ਼ਲ ਵੈਲਿਊਜ਼ ਨੂੰ ਵੀ, ਅਤੇ
ਬਾਕੀ ਅੱਗੇ ਜਿਹੜੀ ਜੱਟ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਰਹੇ ਨਹੀਂ ਮੈਨੂੰ ਲੱਗਦਾ ਆਪਾਂ ਨੈਤਿਕਤਾ 'ਤੇ ਆ ਜਾਈਏ। ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਸਾਧੂ ਬਿਨਿੰਗ ਜੀ, ਮੇਰਾ ਖਿਆਲ ਇਹਨਾਂ ਦੀ ਗੱਲਬਾਤ ਜਿਹੜੀ ਇੱਕ ਫਰਕ ਇਹਨਾਂ ਦਾ ਕਮੈਂਟ ਸੀਗਾ ਵੀ ਕਮਿਊਨਿਜ਼ਮ ਸ਼ੁਰੂ ਵੀ ਹੋ ਗਿਆ ਬੜੀ ਕਾਹਲੀ ਨਾਲ ਅਤੇ ਖ਼ਤਮ ਵੀ ਹੋ ਗਿਆ। ਮੇਰਾ ਖਿਆਲ ਇੱਦਾਂ ਦੀ ਗੱਲ ਨਹੀਂ ਹੈ। ਜਦੋਂ ਪਿੱਛੇ ਸਦੀ ਸ਼ੁਰੂ ਹੋਈ ਆ ਉਦੋਂ ਜਿਹੜਾ ਇੱਕ ਸਰਵੇ ਕਰਾਇਆ ਸੀ ਉਹਨੇ ਪਿਛਲੇ 100 ਸਾਲ ਦਾ 1000 ਸਾਲ ਦਾ, ਉਹਦੇ ਵਿੱਚ ਸਭ ਤੋਂ ਵੱਧ ਲੋਕਾਂ ਦੀ ਸੋਚ ਦੇ ਉੱਤੇ ਅਸਰ ਪਾਉਣ ਵਾਲਾ ਜਿਹੜਾ ਥਿੰਕਰ ਸੀ, ਚਿੰਤਕ ਸੀ, ਉਹ ਮਾਰਕਸ ਸੀਗਾ। ਸੋ ਜਿਹੜੀ ਉਹਦੀ ਸੋਚ ਆ ਇਹਦੇ 'ਚ ਕੋਈ ਸ਼ੱਕ ਨਹੀਂ ਸਿਆਸਤ ਦੇ ਵਿੱਚ, ਅਤੇ ਜਿਹੜੀ ਇਸ ਵੇਲੇ ਮਤਲਬ ਜਿਸ ਕਿਸਮ ਦੀ ਗਲੋਬਲ ਹੈਗੀ ਆ ਸਥਿਤੀ, ਉਹਦੇ ਵਿੱਚ ਬਹੁਤ ਕੁਛ ਜਿਹੜਾ ਆ ਉਹ ਜੋ ਕੁਛ ਕਮਿਊਨਿਜ਼ਮ ਦਾ ਜਿਹੜਾ ਸ਼ੁਰੂ ਹੋਇਆ ਸੀ ਉਸ ਤਰੀਕੇ ਨਾਲ ਨਹੀਂ ਚੱਲਿਆ ਔਰ ਉਹਦੇ 'ਚ ਬਹੁਤ ਗਲਤ ਪਾਸੇ ਨੂੰ ਹੋ ਗਿਆ ਹੈਗਾ, ਜਾ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜੀ ਉਹ ਸੋਚ ਸੀਗੀ ਫਤਕਰਾ ਸੀ ਜੇ ਇਸ ਸਮਾਜ ਨੂੰ ਸਮਝਣਾ ਆ ਅਤੇ ਜਿਹੜੀ ਇੱਕ ਉਹਨੇ ਮਤਲਬ ਦੱਸਿਆ ਸਾਨੂੰ ਤਰੀਕਾ ਜਿੱਦਾਂ ਫਤਕਲਾ ਡਾਰਵਨ ਨੇ ਸਾਨੂੰ ਜਿਹੜੀ ਕੁਦਰਤ ਨੂੰ ਸਮਝਣ ਦਾ ਅਤੇ ਇਨਸਾਨ ਦਾ ਉਹਦੇ ਵਿੱਚ ਕੀ ਸਥਾਨ ਆ ਉਹਦੇ ਬਾਰੇ ਸਾਨੂੰ ਦੱਸਿਆ। ਉਹ ਆਪਣੇ ਆਪ 'ਚ ਉਹ ਤੋਂ ਕੋਈ ਬਿਹਤਰ ਹੋਰ ਤਰੀਕਾ ਨਹੀਂ ਹੈ ਇਹਨੂੰ ਜਾਣਨ ਦਾ, ਸਮਝਣ ਦਾ। ਇਸੇ ਤਰੀਕੇ ਨਾਲ ਜਿਹੜਾ ਮਾਰਕਸ ਦਾ ਮਤਲਬ ਉਹਨੇ ਤਰੀਕਾ ਦੱਸਿਆ ਜਿਹੜਾ ਜਿਹਨੂੰ ਆਪਾਂ ਜਮਾਤਾਂ ਕਹਿੰਦੇ ਹਾਂ ਸਮਾਜ ਦੇ ਵਿੱਚ, ਕਲਾਸ ਸਿਸਟਮ ਜਿਹੜਾ ਆ ਉਹ ਤੁਸੀਂ ਉਹਦੇ ਨਾਲ ਨਾ ਇੱਕ ਤਰੀਕਾ ਆ ਉਹ ਜਾਣਨ ਦਾ ਵੀ ਸਮਾਜ ਕੀ ਚੀਜ਼ ਆ। ਸੋ ਉਹ ਆਪਣੇ ਆਪ ਦੇ ਵਿੱਚ ਮਤਲਬ ਉਹਦੀ ਕੋਈ ਵੈਲਿਊ ਖਤਮ ਨਹੀਂ ਹੋਈ। ਹਾਂ ਮਤਲਬ ਬਹੁਤ ਕੁਛ ਜਿਹੜੀ ਕੋਸ਼ਿਸ਼ ਕੀਤੀ ਗਈ ਉਸ ਤਰੀਕੇ ਨਾਲ ਨਹੀਂ ਤੁਰੇ, ਕੋਈ ਵੱਖਰੇ ਵੱਖਰੇ ਉਹਦੇ ਕਾਰਨ ਹੈਗੇ ਆ। ਮਤਲਬ ਉਹ ਠੀਕ ਹੈ ਧਰਮ ਆ ਜਿਹੜੇ ਉਹ ਹੁਣ ਜਿਹੜੀ ਵਿਗਿਆਨਕ ਸੋਚ ਆ ਉਹਦੇ ਨਾਲ ਧਰਮ ਜਿਹੜੇ ਆ ਉਹ ਹੌਲੀ ਹੌਲੀ ਥੱਲੇ ਜਾ ਰਹੇ ਆ। ਮਤਲਬ ਇਹ ਤਾਂ ਗੱਲ ਨਹੀਂ ਠੀਕ ਹੈ ਵੀ ਖਤਮ ਨਹੀਂ ਹੋਣੇ, ਉਹਨਾਂ ਮੈਂ ਨਹੀਂ ਚਾਹੁੰਦਾ ਵੀ ਖਤਮ ਹੋਣ, ਕਿਉਂਕਿ ਮਤਲਬ ਇਹਨਾਂ ਦੀ ਆਪਣੀ ਸਾਰਥਕਤਾ ਹੈ। ਅਸੀਂ ਬਹੁਤ ਕੁਛ ਚੰਗਾ ਵੀ ਦੇਖਦੇ ਹਾਂ ਸਮਾਜ ਦੇ ਵਿੱਚ ਇਹਨਾਂ ਦੇ ਕਰਕੇ। ਪਰ ਯੂਰਪ ਦੇ ਵਿੱਚ ਕੁਛ ਇਸ ਕਿਸਮ ਦੇ ਮੁਲਕ ਹੈਗੇ ਆ ਜਿੱਥੇ 80-85% ਲੋਕ ਜਿਹੜੇ ਆ ਉਹ ਧਰਮ ਨਾਲ ਕੋਈ ਵਾਸਤਾ ਨਹੀਂ ਰੱਖਦੇ ਆ ਔਰ ਉਹ ਸਾਰੀ ਦੁਨੀਆ 'ਚੋਂ ਸੋਹਣੇ ਮੁਲਕ ਆ। ਮਤਲਬ ਬਹੁਤ ਪੱਖਾਂ ਤੋਂ ਦਾਨ ਕਰਨ ਦੇ ਪੱਖ 'ਚ ਕਈ ਵਾਰੀ ਤੁਸੀਂ ਕਹਿੰਦੇ ਜਦ ਮਤਲਬ ਜਿਹੜੇ ਧਾਰਮਿਕ ਲੋਕ ਜ਼ਿਆਦਾ ਦਾਨ ਕਰਦੇ ਆ। ਤੁਸੀਂ ਜਿਹੜੇ ਡੈਨਮਾਰਕ ਆ ਜਿਸ ਆਪਣਾ ਹੈਗਾ ਸਵੀਡਨ ਆ, ਉਹਨਾਂ ਦੀਆਂ ਦੇਖੋ ਵੀ ਸਾਰੀ ਦੁਨੀਆ ਨਾਲੋਂ ਜ਼ਿਆਦਾ ਉਹ ਦਾਨ ਕਰਦੇ ਹੈਗੇ ਆ ਔਰ 85% ਮਤਲਬ ਡਿਕਲੇਅਰਡ ਨਾਸਤਕ ਆ ਉੱਥੇ ਲੋਕ ਜਿਹੜੇ ਆ। ਸੋ ਜਿਹੜੀ ਮਤਲਬ ਜਿਹੜੇ ਲੋਕ ਦੁਨੀਆ ਦੇ ਵਿੱਚ ਮਤਲਬ ਪਿੱਛੇ ਜਿਹੇ ਖਬਰ ਆਈ ਸੀ ਵੀ ਅਮਰੀਕਾ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਜਿਹੜਾ ਧਰਮ ਆ ਉਹ ਹੌਲੀ ਹੌਲੀ ਪਿੱਛੇ ਜਾ ਰਿਹਾ। ਸਾਡੇ ਆਪਣੇ ਭਾਈਚਾਰੇ ਦੇ ਵਿੱਚ ਮਤਲਬ ਇੱਕ ਜਿਹੜੀ ਰਿਵਾਜ ਦੇ ਪੱਖੋਂ ਜਾਂ ਇੱਕ ਮਤਲਬ ਸੋਸ਼ਲ ਦੇ ਪੱਖੋਂ ਸਾਡੀ ਜਿਹੜੀ ਗਾਹਾਂ ਦੀ ਪੀੜ੍ਹੀ ਆ ਉਹ ਜ਼ਰੂਰ ਧਰਮ ਨਾਲ ਜੁੜੀ ਹੋਈ। ਮਤਲਬ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਜਦੋਂ ਸਾਡਾ ਨਗਰ ਕੀਰਤਨ ਹੁੰਦਾ ਤਾਂ ਉਹ ਮੇਲਿਆਂ ਬਹੁਤ ਲੋਕ ਇਕੱਠੇ ਹੋ ਜਾਂਦੇ ਆ, ਪਰ ਸਹੀ ਮਾਇਨਿਆਂ ਦੇ ਵਿੱਚ ਧਾਰਮਿਕ ਲੋਕ ਆ ਜਿਹੜੇ ਉਹ ਘੱਟ ਰਹੇ ਆ। ਸੋ ਧਰਮ ਜਿਹੜਾ ਉਹ ਵਿਗਿਆਨ ਦੇ ਮੂਹਰੇ ਨਹੀਂ ਖੜ੍ਹ ਸਕਦਾ। ਮਤਲਬ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਈਸਾਈ ਧਰਮ ਨੇ ਬਹੁਤ ਵਿਗਿਆਨੀ ਮਾਰੇ ਯੂਰਪ ਦੇ ਵਿੱਚ, ਬਹੁਤ ਵੱਡੀ ਪੱਧਰ ਦੇ ਉੱਤੇ ਮਤਲਬ ਇਹਨਾਂ ਨੇ ਉਹਨਾਂ ਨੂੰ ਮਤਲਬ ਤਸੀਹੇ ਦਿੱਤੇ, ਮਾਰੇ। ਕਈ ਵੱਡੇ ਵੀ ਮਤਲਬ ਮਤਲਬ ਉਹ ਹੈਗੇ ਆ ਬਰੂਨੋ ਵਗੈਰਾ ਜਿਹੜੇ ਉਸ ਕਿਸਮ ਦੇ ਸੀਗੇ। ਸੋ ਜਿਹੜੀ ਇਹ ਸੋਚ ਆ ਨਾ ਇਹਨੇ ਚੱਲਦੀ ਰਹਿਣਾ ਆ ਔਰ ਇਹ ਸੋਚ ਜਿੱਥੇ ਤੱਕ ਮਤਲਬ ਤੁਸੀਂ ਵਿਗਿਆਨ ਦੇ ਪੱਖੋਂ ਦੇਖਦੇ ਆ ਧਰਮ ਜਿਹੜਾ ਆ ਉਹ ਜੇ ਤਾਂ ਜਾਤੀ ਪੱਧਰ 'ਤੇ ਹੈਗਾ, ਮੈਨੂੰ ਇਸ ਗੱਲ ਦੀ ਸ਼ਾਂਤੀ ਮਿਲਦੀ ਆ, ਕਿਸੇ ਬੰਦੇ ਨੂੰ ਮਿਲਦੀ ਆ ਤਾਂ ਉਹ ਬਹੁਤ ਵਧੀਆ ਗੱਲ ਆ। ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੈ। ਜੇ ਤੁਹਾਨੂੰ ਇਸ ਤਰੀਕੇ ਨਾਲ ਤੁਹਾਨੂੰ ਸੰਗੀਤ ਦੇ ਨਾਲ, ਤੁਹਾਨੂੰ ਆਰਟ ਦੇ ਨਾਲ, ਤੁਹਾਨੂੰ ਆਪਣੇ ਧਾਰਮਿਕ ਵਿਸ਼ਵਾਸ ਦੇ ਨਾਲ ਸ਼ਾਂਤੀ ਮਿਲਦੀ ਆ ਤਾਂ ਕਿਸੇ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਮਤਲਬ। ਪਰ ਜਦੋਂ ਸਮਾਜਿਕ ਪੱਧਰ 'ਤੇ ਜਿਹਨੂੰ ਅਸੀਂ ਜਥੇਬੰਦ ਧਰਮ ਕਹਿੰਦੇ ਹਾਂ ਉਹਦੇ ਨਾਲ ਬੜੀ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਆ ਉਹ ਸਮੱਸਿਆਵਾਂ ਅਸੀਂ ਆਲੇ ਦੁਆਲੇ ਸਾਰੇ ਦੇਖਦੇ ਹਾਂ ਅਤੇ ਉਹ ਜਿਹੜਾ ਉਹਨਾਂ ਦਾ ਅਸਰ ਜਿਹੜਾ ਮਤਲਬ ਉਹ ਘਟ ਰਿਹਾ, ਘਟੂਗਾ ਨਹੀਂ ਤਾਂ ਮਤਲਬ ਜਿਹੜਾ ਮਤਲਬ ਸਾਡਾ ਸਮਾਜ ਆ ਉਹ ਬਿਹਤਰ ਨਹੀਂ ਹੋ ਸਕਦਾ। ਸੋ ਇਹ ਗੱਲ ਤੁਹਾਡੀ ਮੈਂ ਕਿਸੇ ਹੱਦ ਤੱਕ ਸਹਿਮਤ ਹਾਂ ਜਦੋਂ ਇਹ ਕਹਿ ਰਹੇ ਕਿ ਔਰਗੇਨਾਈਜ਼ਡ ਰਿਲੀਜਨ ਹੈ ਜਿਹੜਾ, ਕਿਉਂਕਿ ਹੁਣ ਜਿਸ ਹਿਸਾਬ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਗਾਂਹ ਹੋਰ ਜ਼ਿਆਦਾ ਸਾਇੰਟੀਫਿਕ ਸੋਚ ਆ ਰਹੀ ਆ ਜਾਂ ਤੁਹਾਡੇ ਬੱਚੇ ਕੁਐਸਚਨਸ ਕਰਨ ਲੱਗ ਪਏ ਨੇ, ਉਹਦੇ ਹਿਸਾਬ ਦੇ ਨਾਲ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਜਾਂ ਜਿਹੜੇ ਅੰਕੜੇ ਵੀ ਦੱਸ ਰਹੇ ਆ ਕਿ ਔਰਗੇਨਾਈਜ਼ਡ ਰਿਲੀਜਨ ਜਿਹੜਾ ਉਹ ਘਟ ਰਿਹਾ ਆ, ਉਹਦੇ ਵਿਸ਼ਵਾਸ ਕਰਨ ਵਾਲੇ ਲੋਕ ਘਟ ਰਹੇ ਹੈਗੇ ਆ। ਐਟ ਦ ਸੇਮ ਟਾਈਮ ਇੱਕ ਜਿਹੜਾ ਹੋਰ ਕੌਨਸੈਪਟ ਆ ਜਿਹੜਾ ਐਕਚੁਅਲੀ ਉਹ ਵੀ ਧਰਮ ਦੇ ਨਾਲ ਭਾਵੇਂ ਜੁੜਿਆ ਹੋਇਆ, ਸ਼ਾਇਦ ਧਰਮ ਤੋਂ ਵੀ ਉਹ ਉੱਤੇ ਹੈ, ਉਹ ਸਪਿਰਿਚੁਅਲਿਟੀ ਵੱਲ ਲੋਕ ਬਹੁਤ ਜ਼ਿਆਦਾ ਮੁੜਨਾ ਸ਼ੁਰੂ ਹੋ ਗਏ ਆ। ਉਹ ਆਪਣੇ ਆਪ ਨੂੰ ਕਿਸੇ ਸਪੈਸੀਫਿਕ ਸੈਕਟ ਦੇ ਨਾਲ ਜਾਂ ਕਿਸੇ ਔਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਨਹੀਂ ਮੈਂ ਦੱਸਣਾ ਚਾਹੁੰਦੇ, ਉਹ ਸਪਿਰਿਚੁਅਲਿਟੀ ਦੇ ਕੌਨਸੈਪਟ ਨੂੰ ਫੋਲੋ ਕਰ ਰਹੇ ਆ। ਖੈਰ ਉਹ ਇੱਕ ਵੱਖਰਾ ਵਿਸ਼ਾ ਹੈ। ਮੈਂ ਇਸ ਵੇਲੇ ਮੇਰੇ ਕੋਲ ਕਾਲਰਸ 1 2 3 4 5 ਮੈਂ ਸੱਚੀ ਮਾफ़ੀ ਚਾਹੁੰਦੀ ਹਾਂ ਸਾਰੇ ਕਾਲਰਸ ਕੋਲੋਂ ਕਿਉਂਕਿ ਮੇਰੇ ਕੋਲ ਸਮਾਂ ਹੋਰ ਜ਼ਿਆਦਾ ਨਹੀਂ ਹੈ ਕਿ ਮੈਂ ਇਹ ਤੁਹਾਡੀਆਂ ਕਾਲਸ ਲੈ ਸਕਾਂ। ਗੱਲ ਸੁਣਨਾ ਜ਼ਰੂਰ ਚਾਹੁੰਦੀ ਸੀ, ਕਿਸੇ ਦਿਨ ਮੌਕਾ ਲੱਗਾ ਫਿਰ ਜ਼ਰੂਰ ਗੱਲ ਕਰ ਲਾਂਗੇ।
ਕਾਰਨ ਇਹ ਹੈ ਕਿ ਵੀ ਇੱਕ ਦੋ ਗੱਲਾਂ ਜਿਹੜੀਆਂ ਮੈਂ ਹੁਣ ਆਪਣੇ ਗੈਸਟ ਕੋਲੋਂ ਹੋਰ ਪੁੱਛਣਾ ਚਾਹੁੰਦੀ ਹਾਂ। ਇੱਕ ਤਾਂ ਉਹੀ ਸਵਾਲ ਜਿਹੜਾ ਪੈਂਡਿੰਗ ਪਿਆ, ਮੈਂ ਕਹਿ ਰਹੀ ਸੀ ਕਿ ਇੱਕ ਪਾਸੇ ਨੈਤਿਕਤਾ ਦੀ ਗੱਲ ਆ ਗਈ, ਇੱਕ ਪਾਸੇ ਧਰਮ ਦੀ ਗੱਲ ਆ ਗਈ, ਤੀਜਾ ਜਿਹੜਾ ਪੱਖ ਹੈ ਉਹ ਕਾਨੂੰਨ ਦਾ ਵੀ ਹੈ। ਇਹ ਕਿੱਦਾਂ ਹੁਣ ਆਪਾਂ ਜੋੜ ਕੇ ਦੇਖੀਏ? ਦੇਖੋ, ਜਿਹੜੇ ਸਾਰੇ ਲੋਕ ਹੈ ਨਾ ਉਹ ਇੱਕੋ ਤਰੀਕੇ ਨਾਲ ਨਹੀਂ ਉਹ ਬਿਹੇਵ ਕਰਦੇ, ਵਰਤਾਵ ਕਰਦੇ। ਬਹੁਤ ਵਾਰੀ ਜਿਹੜੀਆਂ ਮਤਲਬ ਸਮਾਜ ਦੇ ਵਿੱਚ ਤਾਂ ਪਹਿਲਾਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਸੀ, ਜਿਹੜੀਆਂ ਸਾਰੇ ਲੋਕਾਂ ਦੇ ਨਾਲ ਲਈ ਮਤਲਬ ਉਹ ਬਿਹਤਰ ਹੋਣ, ਸਾਰੇ ਲੋਕਾਂ ਦੇ ਫਾਇਦੇ ਲਈ ਹੋਣ, ਉਹ ਕਈ ਵਾਰੀ ਗੱਲਾਂ ਜਿਹੜੀਆਂ ਆ ਉਹ ਜਦੋਂ ਸਮਾਜ ਦੇ ਵਿੱਚ ਉਹ ਪਈ ਇਸ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ, ਸਾਰੇ ਲੋਕ ਉਹਨੂੰ ਫੋਲੋ ਨਹੀਂ ਕਰਦੇ ਹੈ। ਉਹਦੇ ਲਈ ਜਿਹੜਾ ਕਾਨੂੰਨ ਆ ਉਹ ਬਹੁਤ ਜ਼ਰੂਰੀ ਹੈਗਾ ਆ। ਮਤਲਬ ਕਾਨੂੰਨ ਦੇ ਨਾਲ ਫਿਰ ਤੁਸੀਂ ਮਤਲਬ ਉਹ ਤੁਹਾਡੇ 'ਤੇ ਬੰਦਿਸ਼ ਹੋ ਜਾਂਦੀ ਆ, ਜੇ ਨਾ ਕਰੋਗੇ ਤਾਂ ਤੁਹਾਨੂੰ ਨੁਕਸਾਨ ਹੋਊਗਾ ਉਹਦੇ ਵਿੱਚੋਂ, ਹੈ ਨਾ। ਸੋ ਜਿਹੜੀ ਕਾਨੂੰਨ ਹੈਗਾ ਆ ਉਹ ਜਿਹੜੇ ਲੋਕੀ ਖੁਦ ਆਪ ਮਤਲਬ ਆਪਣੇ ਆਪ ਨੂੰ ਉਸ ਪੱਧਰ 'ਤੇ ਨਹੀਂ ਲਿਆ ਸਕਦੇ ਵੀ ਉਹਨਾਂ ਨੇ ਮਤਲਬ ਜਿਹਨੂੰ ਆਪਾਂ ਨੈਤਿਕਤਾ ਕਹਿ ਸਕਦੇ ਹਾਂ, ਜਾਂ ਮਤਲਬ ਜਿਹੜਾ ਪ੍ਰੋਪਰ ਬਿਹੇਵੀਅਰ ਮਤਲਬ ਸਮਾਜ ਦੇ ਵਿੱਚ ਹੋਣਾ ਚਾਹੀਦਾ ਹੈ, ਉਹ ਫਿਰ ਕਾਨੂੰਨ ਹੈ ਜਿਹੜਾ ਉਹ ਮਤਲਬ ਕੰਮ ਕਰਦਾ ਤੁਹਾਨੂੰ ਜਿੱਦਾਂ ਫਰਜ਼ ਕਰੋ ਜਿਹੜਾ ਪਹਿਲਾਂ ਧਰਮ ਕਰਦਾ ਸੀਗਾ, ਹੈ ਨਾ, ਜਿਹੜੀ ਆਪਾਂ ਡਰ ਦੀ ਗੱਲ ਕਰਦੇ ਸੀਗੇ, ਉਹ ਵੀ ਤਕਰੀਬਨ ਉਸੇ ਕਿਸਮ ਦੀ ਚੀਜ਼ ਸੀ ਕਿ ਜੇ ਤੁਸੀਂ ਆਹ ਗੱਲ ਮਤਲਬ ਇਸ ਤਰੀਕੇ ਨਾਲ ਨਾ ਕੀਤੀ ਤਾਂ ਮਤਲਬ ਤੁਹਾਨੂੰ ਆਹ ਸਜ਼ਾ ਮਿਲ ਸਕਦੀ ਹੈ ਪਰਮਾਤਮਾ ਕੋਲੋਂ, ਜਾਂ ਤੁਹਾਨੂੰ ਮਰਨ ਤੋਂ ਬਾਅਦ, ਜਾਂ ਮਤਲਬ ਜਾਂ ਤੁਹਾਨੂੰ ਇੱਥੇ ਵੀ ਕੋਈ ਨਾ ਕੋਈ ਤੁਹਾਡਾ ਮਤਲਬ ਆਹ ਹੋ ਸਕਦਾ ਜਾਂ ਉਹ ਹੋ ਸਕਦਾ। ਉਹ ਵੀ ਉਸੇ ਕਿਸਮ ਦੀ ਗੱਲ ਸੀ ਤੁਹਾਨੂੰ ਸਿਹਤ 'ਚ ਰੱਖਣ ਦੀ। ਸੋ ਕਾਨੂੰਨ ਵੀ ਹੈ ਜਿਹੜਾ ਉਹ ਲੋਕਾਂ ਨੂੰ ਸਿਹਤ 'ਚ ਰੱਖਣ ਦੇ ਲਈ ਜ਼ਰੂਰੀ ਹੈਗਾ, ਕਿਉਂਕਿ ਨਹੀਂ ਤਾਂ ਮਤਲਬ ਸਾਰੇ ਲੋਕ ਉਸ ਤਰੀਕੇ ਨਾਲ ਜਿਹੜੀ ਉਹ ਨਹੀਂ ਬਿਹੇਵ ਕਰਦੇ। ਮਤਲਬ ਜਿਹੜੀ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ, ਆਪਾਂ ਜਿਹੜੀ ਗੱਲ ਕਰ ਰਹੇ ਸੀ ਗੀਤਕਾਰ ਦੀ, ਉਹਦੇ ਵਿੱਚ ਜੇ ਉਹਦੇ ਮਤਲਬ ਲੱਖਾਂ ਹੀ ਲੋਕ ਉਹਦੇ ਫੋਲੋਅਰ ਆ ਜਿਹੜੇ, ਉਹਨਾਂ ਨੇ ਖੁਦ ਆਪਣੇ ਆਪ ਨੂੰ ਇਸ ਬਾਰੇ ਮਤਲਬ ਕਦੀ ਖੁਦ ਨਾਲ ਡਿਸਕਸ਼ਨ ਨਹੀਂ ਕੀਤੀ ਹੈ, ਖੁਦ ਨਾਲ ਵਾਰਤਾਲਾਪ ਨਹੀਂ ਕੀਤੀ ਹੈ ਵੀ ਉਹ ਕੀ ਕਰ ਰਹੇ ਹੈਗੇ। ਉਹਨਾਂ ਨੂੰ ਮਤਲਬ ਉਹ ਜੋ ਕੁਛ ਛੁੱਟਿਆ ਹੁੰਦੇ ਨੇ ਸੁਣਿਆ ਜੱਟਾਂ ਦੀਆਂ ਗੱਲਾਂ ਜਾਂ ਹਥਿਆਰਾਂ ਦੀਆਂ ਗੱਲਾਂ ਵੀ ਇਹ ਬਹੁਤ ਵਧੀਆ ਹੈਗੀ ਆ, ਮਤਲਬ ਹੈ ਨਾ, ਉਹਦੇ ਕਰਕੇ ਉਹ ਮਤਲਬ ਦੱਬੀ ਜਾਂਦੇ ਲਾਈਕ, ਜਾਂ ਉਹਨੂੰ ਫੋਲੋ ਕਰੀ ਜਾਂਦੇ, ਜਾਂ ਉਹਨੂੰ ਸੁਣੀ ਜਾਂਦੇ, ਜਾਂ ਉਹਦੇ ਸ਼ੋਹਾਂ 'ਚ ਜਾਂਦੇ ਆ। ਜੇ ਉਹ ਇਹਨਾਂ ਚੀਜ਼ਾਂ ਬਾਰੇ ਖੁਦ ਵਿਚਾਰ ਕਰਦੇ ਹੋਣ ਆਪਣੇ ਆਪ ਨਾਲ, ਜਿਹੜਾ ਕਿ ਮਤਲਬ ਮੈਂ ਸਮਝਦਾ ਕਿ ਇੱਥੇ ਥੋੜ੍ਹਾ ਜਿਹਾ ਇਨਡਾਇਰੈਕਟਲੀ ਜਿਹੜਾ ਧਰਮ ਆ ਉਹ ਉਹਨਾਂ 'ਤੇ ਅਸਰ ਪਾਉਂਦਾ ਹੈ ਵੀ ਉਹ ਮਤਲਬ ਕਿਉਂਕਿ ਧਾਰਮਿਕ ਹੈਗੇ ਆ, ਉਹ ਸਮਝਦੇ ਪਏ ਅਸੀਂ ਠੀਕ ਆ, ਹੈ ਨਾ, ਉਹ ਲੋੜ ਨਹੀਂ ਮਹਿਸੂਸ ਕਰਦੇ ਆ ਖੁਦ ਨੂੰ ਮਤਲਬ ਫੋਲਣ ਦੀ, ਜਾਂ ਖੁਦ ਕਹਿੰਦੇ ਉਹਦੇ ਨਾਲ ਫਿਰ ਵਿਕਾਸ ਨਹੀਂ ਹੁੰਦਾ ਇਨਸਾਨ ਦਾ। ਮੈਂ ਇੱਦਾਂ ਸਮਝਦਾ। ਮੈਂ ਇੱਥੇ ਇਹੀ ਸਵਾਲ ਫਿਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ। ਅੱਜ ਹੁਣ ਅਸੀਂ ਚਲੋ ਧਰਮ ਦੀ ਵੀ ਗੱਲ ਕਰ ਲਈ ਆ, ਅਸੀਂ ਬੇਸ਼ੱਕ ਰਾਜਨੀਤੀ ਦੀ ਵੀ ਗੱਲ ਹੋਈ ਆ, ਅਮਰਜੀਤ ਚਾਹਲ ਦੀ ਗੱਲ ਕਰਕੇ ਗਏ ਆ, ਵਪਾਰਾਂ ਦੀ ਗੱਲ, ਕਹਿੰਦੇ ਕਿ ਇਹ ਰਾਜਨੀਤਿਕ, ਧਾਰਮਿਕ ਜਾਂ ਵਪਾਰਿਕ ਅਦਾਰੇ ਆਮ ਕਰਕੇ ਇਹ ਨੈਤਿਕਤਾ ਨੂੰ ਤੈਅ ਕਰਦੇ ਆ, ਅਤੇ ਜਦੋਂ ਇਹਨਾਂ ਨੇ ਤਹਿਸ ਨਹਿਸ ਕਰਨਾ ਉਹਨਾਂ ਨੇ ਮੌਕੇ ਦੇ ਹਿਸਾਬ ਨਾਲ ਉਹ ਵੀ ਉਹਨਾਂ ਨੇ ਨੈਤਿਕਤਾ ਵੀ ਢਹਿ ਢੇਰੀ ਕਰ ਦੇਣੀ ਹੈਗੀ ਆ। ਜੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅਸੈਸ ਕਰਨਾ ਹੋਵੇ, ਜਿੱਦਾਂ ਹੁਣੇ ਤੁਸੀਂ ਗੱਲ ਕਰਕੇ ਹਟੇ ਆ ਕਿ ਵੀ ਜਿਹੜੇ ਫੈਨਸ ਸੀ ਉਹਨਾਂ ਨੇ ਸ਼ਾਇਦ ਆਪਣੇ ਆਪ ਨਾਲ ਗੱਲਾਂ ਨਹੀਂ ਕੀਤੀਆਂ, ਉਹਨਾਂ ਨੇ ਅਸੈਸ ਨਹੀਂ ਕੀਤਾ। ਅਸੀਂ ਜੇ ਅੱਜ ਆਪਣੇ ਆਪ ਨੂੰ ਇਸ ਮੋੜ 'ਤੇ ਖੜ੍ਹੇ ਅਸੈਸਮੈਂਟ ਕਰਨੀ ਹੋਵੇ, ਮੈਂ ਹੀ ਫਰਜ਼ ਕਰੋ ਕਰਨੀ ਹੋਵੇ ਕਿ ਵੀ ਮੈਂ ਕਿੰਨੀ ਕੁ ਨੈਤਿਕ ਹਾਂ, ਮੈਂ ਕਿੰਨੀ ਕੁ ਅਨੈਤਿਕ ਹਾਂ, ਅਤੇ ਉਹ ਕਿੱਦਾਂ ਕੀਤੀ ਜਾ ਸਕਦੀ ਆ? ਦੇਖੋ, ਮੇਰੇ ਖਿਆਲ ਪਹਿਲਾ ਸਵਾਲ ਤਾਂ ਜਿਹੜਾ ਆਪਣੇ ਆਪ ਨੂੰ ਕਰਨਾ ਚਾਹੀਦਾ ਹੈ ਵੀ ਤੁਹਾਡੀ ਜਿਹੜੀ ਸੋਚ ਉਹ ਆਈ ਕਿੱਥੋਂ ਆ, ਹੈ ਨਾ, ਉਹਦਾ ਸੋਮਾ ਕੀ ਹੈ? ਕੀ ਤੁਸੀਂ ਮਤਲਬ ਆਪ ਹੀ ਇਹ ਸੋਚੀ ਆ? ਕੁਛ ਲੋਕ ਇੱਦਾਂ ਵੀ ਮਹਿਸੂਸ ਕਰਦੇ ਆ ਵੀ ਜਿਹੜੀਆਂ ਗੱਲਾਂ ਕਰਦਾ ਜਾਂ ਮੈਂ ਜੋ ਕੁਝ ਵੀ ਸੋਚਦਾ ਹਾਂ ਉਹ ਮੇਰੇ ਆਪਣੇ ਵਿਚਾਰ ਹੈਗੇ। ਕਿਸੇ ਦੇ ਆਪਣੇ ਵਿਚਾਰ ਜਿਹੜੇ ਆ ਉਹ ਮਤਲਬ ਤੁਸੀਂ ਉਹਨਾਂ ਨੂੰ ਮੋਡੀਫਾਈ ਕਰਕੇ ਕਰ ਲੈਂਦੇ ਹਾਂ, ਪਰ ਅਸੀਂ ਜਿਸ ਤਰ੍ਹਾਂ ਅਸੀਂ ਆਪਣੀ ਜ਼ੁਬਾਨ ਸਿੱਖੀ ਹੈਗੀ ਆ ਛੋਟਿਆਂ ਹੁੰਦਿਆਂ ਨੇ, ਉਹ ਸਾਰੇ ਸ਼ਬਦ ਸਿੱਖੇ ਹੈਗੇ ਆ, ਦੂਜਾ ਜਿਹੜੇ ਮਤਲਬ ਸਮਾਜ ਦੇ ਰਸਮ ਰਿਵਾਜ ਸਿੱਖੇ ਆ, ਇੱਦਾਂ ਹੀ ਜਿਹੜੀ ਸੋਚ ਉਹ ਵੀ ਸਾਨੂੰ ਆਲੇ ਦੁਆਲੇ ਆਈ ਆ। ਸੋ ਪਹਿਲਾਂ ਤਾਂ ਕੁਐਸਚਨ ਹੋਊਗਾ ਵੀ ਤੁਹਾਡੀ ਸੋਚ ਦਾ ਜਿਹੜਾ ਸੋਮਾ ਕੀ ਆ? ਕੀ ਉਹ ਸਿਰਫ ਤੁਸੀਂ ਆਪਣੇ ਆਪ ਹੀ ਆ, ਜਾਂ ਤੁਸੀਂ ਜੋ ਕੁਛ ਆਲੇ ਦੁਆਲੇ ਆਪਣੇ ਮਤਲਬ ਪਿੰਡ ਦੇ ਵਿੱਚ ਜਾਂ ਆਪਣੇ ਮਹੱਲੇ ਜਿੱਥੇ ਵੀ ਤੁਸੀਂ ਪਲੇ ਆ, ਵੱਡੇ ਹੋਏ ਆ, ਉੱਥੋਂ ਦੀ ਸੋਚ ਆ, ਜਾਂ ਧਰਮ ਮਤਲਬ ਉਹਦਾ ਆਧਾਰ ਹੈਗਾ ਆ, ਉਹ ਕਿਹੜੀ ਆ? ਫਿਰ ਤੁਸੀਂ ਦੇਖੋ ਵੀ ਮਤਲਬ ਉਹ ਜਿਹੜੀ ਚੀਜ਼ ਆ ਮਤਲਬ ਜੇ ਫਰਜ਼ ਕਰ ਲਓ ਤੁਸੀਂ ਉਹਨੂੰ ਦੂਜਿਆਂ ਲੋਕਾਂ ਦੇ ਨਾਲ ਮੁਕਾਬਲਾ ਕਰਕੇ, ਜਾਂ ਜਿਹੜੇ ਤੁਸੀਂ ਕੁਛ ਨਾ ਕੁਛ ਤੁਹਾਨੂੰ ਆਲੇ ਦੁਆਲੇ ਨੂੰ ਦੇਖਣਾ ਹੋਊਗਾ, ਆਪਣੇ ਆਪ ਨੂੰ ਕੰਪੇਅਰ ਕਰਨੇ ਨੂੰ, ਹੈ ਨਾ। ਅਤੇ ਜੇ ਤਾਂ ਤੁਸੀਂ ਮਤਲਬ ਲੱਗਦਾ ਤੁਹਾਨੂੰ ਵੀ ਮੈਂ ਜੋ ਕੁਛ ਹੈਗਾ ਮੈਂ ਪਰਫੈਕਟ ਹਾਂ, ਫਿਰ ਤੁਹਾਡਾ ਵਿਕਾਸ ਨਹੀਂ ਹੋ ਸਕਦਾ, ਹੈ ਨਾ। ਤੁਸੀਂ ਮਤਲਬ ਦੇਖੋ ਜਿਹੜੇ ਲੋਕ ਅਸੀਂ ਸਭ ਤੋਂ ਵੱਧ ਜਿਹੜਾ ਮਤਲਬ ਵਿਕਾਸ ਕਰਨ ਵਾਲਾ ਮੇਰੇ ਖਿਆਲ ਦੇ ਵਿੱਚ ਉਹ ਹੈਗਾ ਦੂਜਿਆਂ ਲੋਕਾਂ ਦੇ ਵਿਚਾਰ ਸੁਣਨੇ, ਪੜ੍ਹਨੇ, ਖਾਸ ਤੌਰ 'ਤੇ ਪੜ੍ਹਨ ਦਾ ਜਿਹੜਾ ਉਹ ਮਤਲਬ ਜਿਹੜੇ ਲੋਕ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵਧੀਆ ਕੰਮ ਕੀਤੇ ਆ, ਜਿਹੜੇ ਮਤਲਬ ਹੋਏ ਆ, ਉਹਨਾਂ ਨੇ ਪਹਿਲਾਂ ਜਿਹੜੇ ਉਹਨਾਂ ਤੋਂ ਲੋਕ ਹੋਏ ਸੀ ਉਹਨਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜਾਣਿਆ, ਉਹਨਾਂ ਦੇ ਵਿਚਾਰਾਂ ਦੇ ਮਤਲਬ ਕ੍ਰਿਟਿਸਿਜ਼ਮ ਦੇ ਵਿੱਚੋਂ, ਹੈ ਨਾ। ਇੱਕ ਤਾਂ ਇੱਥੇ ਮਤਲਬ ਫਿਰ ਮਤਲਬ ਮੈਂ ਵਾਰ-ਵਾਰ ਇਹ ਨਹੀਂ ਬਲਾਈਂਡਲੀ ਫੋਲੋ ਕਰਨ ਵਾਲੀ ਗੱਲ ਨਹੀਂ ਹੈ, ਮਤਲਬ ਵਿਸ਼ਵਾਸ ਜਿਹੜਾ ਹੁੰਦਾ ਨਾ, ਵਿਸ਼ਵਾਸ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਵੀ ਤੁਸੀਂ ਕਿੰਤੂ ਪਰੰਤੂ ਨਹੀਂ ਕਰਨਾ ਕੋਈ ਵੀ,
ਵਿਸ਼ਵਾਸ ਦਾ ਜਿਹੜਾ ਪਹਿਲਾ ਹੀ ਮਤਲਬ ਲੈਸਨ ਜਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਸਬਕ ਆ ਉਹ ਇਹ ਹੁੰਦਾ ਵੀ ਤੁਸੀਂ ਮਤਲਬ ਕਿੰਤੂ ਨਹੀਂ ਕਰਨਾ ਕੋਈ ਵੀ। ਅਤੇ ਇਹ ਤੋਂ ਉਲਟ ਇਹ ਗੱਲ ਆ ਵੀ ਤੁਸੀਂ ਜਿਹੜੀ ਹਰ ਗੱਲ ਦੇ ਉੱਤੇ ਕਿੰਤੂ ਕਰੋ ਔਰ ਹਰ ਗੱਲ ਨੂੰ ਘੋਖੋ, ਉਹਨੂੰ ਦੇਖੋ ਵੀ ਇਹ ਜੇ ਸਹੀ ਆ ਤਾਂ ਕਿੱਦਾਂ ਸਹੀ ਆ, ਜੇ ਗਲਤ ਹੈ ਤਾਂ ਕਿੱਦਾਂ ਗਲਤ ਆ। ਠੀਕ ਹੈ। ਸੋ ਉਹ ਤੁਹਾਨੂੰ ਨਵੀਆਂ ਜਿਹੜੀਆਂ ਚੀਜ਼ਾਂ ਮਤਲਬ ਉਹ ਪੜ੍ਹ ਕੇ ਹੀ ਪਤਾ ਲੱਗੂ। ਦੁਨੀਆ ਦੇ ਵਿੱਚ ਬਹੁਤ ਮਤਲਬ ਲੋਕ ਹੋਏ ਸਿਆਣੇ ਜਿਨ੍ਹਾਂ ਨੇ ਜਦੋਂ ਮੈਂ ਪਹਿਲਾਂ ਗੱਲ ਕਰਦਾ ਸੀਗਾ ਵੀ ਇੱਕ ਉਹ ਜਿਹੜੀ ਕਿਤਾਬ ਦੀ ਮੈਂ ਮੈਂਸ਼ਨ ਕੀਤਾ ਸੀ ਮੋਰਲ ਆਰਕ, ਤੁਸੀਂ ਦੇਖੋ ਵੀ ਉਹ ਕਹਿ ਰਿਹਾ ਵੀ ਪਿਛਲੇ 400-500 ਸਾਲ ਦੇ ਵਿੱਚ ਇਨਸਾਨ ਨੇ ਮਤਲਬ ਕੀਤਾ ਹੈਗਾ ਵਿਕਾਸ ਔਰ ਇਹ ਚੰਗੇ ਪਾਸੇ ਨੂੰ ਜਾ ਰਿਹਾ ਔਰ ਇਹ ਸਹੀ ਗੱਲ ਆ, ਹੈ ਨਾ। ਇਸ ਵੇਲੇ ਅਸੀਂ ਇੱਕ ਵੱਖਰੇ ਮੁਲਕ 'ਚ ਬੈਠੇ ਹਾਂ, ਮਤਲਬ ਦੁਨੀਆ ਦੇ ਵਿੱਚ ਮਤਲਬ ਪਹਿਲਾਂ ਨਾਲੋਂ ਮਤਲਬ ਬਹੁਤ ਕਈਆਂ ਗੱਲਾਂ ਦੇ ਵਿੱਚ ਫ਼ਰਕ ਹੈਗਾ। ਪਰ ਕਈ ਵਾਰੀ ਇੱਦਾਂ ਲੱਗਦਾ ਵੀ ਨਹੀਂ ਬਿਲਕੁਲ ਮੁੜ ਕੇ ਗੱਲ ਪਿਛਣ ਜਾ ਰਹੀ, ਇੱਦਾਂ ਦੀ ਗੱਲ ਨਹੀਂ ਹੈ। ਬਹੁਤ ਲੋਕ ਹੈ ਜਿਹੜੇ ਉਹ ਪਹਿਲਾਂ ਨਾਲੋਂ ਬਹੁਤ ਚੰਗਾ ਬਿਹੇਵ ਕਰ ਰਹੇ ਆ ਹਰ ਗੱਲ ਪਾਸੇ ਦੇ ਵਿੱਚ ਨਾ। ਅਸੀਂ ਮਤਲਬ ਹਜੇ ਹੁਣ ਪਹਿਲਾਂ ਤਾਂ ਪਿੰਡ 'ਚ ਹੀ ਹੁੰਦੇ ਸੀਗੇ, ਹੁਣ ਅਸੀਂ ਗਲੋਬਲ ਵੀ ਹਾਂ, ਹੈ ਨਾ। ਅਸੀਂ ਮਤਲਬ ਉਸ ਪੱਧਰ 'ਤੇ ਵੀ ਸੋਚਦੇ ਹਾਂ ਵੀ ਆਹ ਗੱਲ ਬਈ ਹੁਣ ਉਹ ਤੋਂ ਵੀ ਅੱਗੇ ਅਸੀਂ ਇਨਵਾਇਰਮੈਂਟਲਿਸਟ ਵੀ ਹਾਂ ਸਾਰੇ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਹੁਣ ਹੌਲੀ ਹੌਲੀ ਪਤਾ ਲੱਗੀ ਜਾਂਦਾ ਅਤੇ ਫਿਕਰ ਵੀ ਹੋਈ ਜਾਂਦਾ ਹਾਂ ਬਈ ਅਸੀਂ ਕੀ ਇਹਦੇ ਵਿੱਚ ਕੀ ਰੋਲ ਨਿਭਾ ਸਕਦੇ ਹਾਂ। ਜਿਹੜੀ ਇਨਵਾਇਰਮੈਂਟ ਆ ਉਹ ਜਿੰਨਾ ਉਹਦਾ ਬੁਰਾ ਹਾਲ ਹੋ ਰਿਹਾ ਆ ਉਹਦੇ ਵਿੱਚ ਸਾਡਾ ਵੀ ਹੱਕ ਆ ਜੀ। ਅਸੀਂ ਕਾਰ ਚਲਾਉਂਦੇ ਹਾਂ ਜਾਂ ਜਿਸ ਤਰੀਕੇ ਨਾਲ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਆਪਣਾ ਐਨਾਲਿਸਿਸ ਮਤਲਬ ਕਰਨ ਲਈ ਤੁਹਾਨੂੰ ਜਿਹੜੇ ਦੂਜੇ ਲੋਕਾਂ ਦੇ ਵਿਚਾਰ ਜ਼ਰੂਰ ਜਾਣਨੇ ਪੈਣਗੇ। ਬਹੁਤ ਬਹੁਤ ਸ਼ੁਕਰੀਆ ਇਸ ਗੱਲਬਾਤ ਦੇ ਲਈ ਸਾਧੂ ਵਿਨਿੰਗ ਜੀ। ਮੈਂ ਤਾਂ ਇਹ ਮਹਿਸੂਸ ਕਰਦੀ ਹਾਂ ਕਿ ਹੁਣ ਆਪਾਂ ਹਰ ਦੂਸਰੇ ਤੀਸਰੇ ਵਿਅਕਤੀ ਦੇ ਨਾਲ ਜਦੋਂ ਇਹ ਗੱਲਬਾਤ ਕਰਦੇ ਹਾਂ ਅਤੇ ਆਪਾਂ ਇੱਕ ਦੂਸਰੇ ਨੂੰ ਇਹ ਕਹਿੰਦਿਆਂ ਜ਼ਰੂਰ ਸੁਣਦੇ ਹਾਂ ਕਿ ਹੁਣ ਜੀ ਨੈਤਿਕਤਾ ਦਾ ਪੱਧਰ ਬਹੁਤ ਹੇਠਾਂ ਆ ਰਿਹਾ, ਕਦਰਾਂ ਕੀਮਤਾਂ ਡਿੱਗ ਰਹੀਆਂ ਆ, ਅਸੀਂ ਸ਼ਾਇਦ ਜਿਹੜਾ ਸਾਡਾ ਸਮਾਜ ਹੈ ਉਹ ਗਿਰਾਵਟ ਵੱਲ ਨੂੰ ਜਾ ਰਿਹਾ ਹੈ। ਪਰ ਅੱਜ ਜਿਹੜੀ ਗੱਲਬਾਤ ਹੋਈ ਹੈ ਮੈਨੂੰ ਲੱਗਦਾ ਇਹਦੇ ਤੋਂ ਇੱਕ ਹੋਰ ਪਰਸਪੈਕਟਿਵ ਸਾਨੂੰ ਦੇਖਣ ਨੂੰ ਮਿਲਿਆ ਕਿ ਜੇ ਸਾਡੀ ਗਰੋਥ ਹੋ ਰਹੀ ਹੈ ਤਾਂ ਕਿਹੜੇ ਫੈਕਟਰਸ ਕੰਟਰੀਬਿਊਟ ਕਰ ਰਹੇ ਆ। ਹੋਰ ਜ਼ਿਆਦਾ ਪੜ੍ਹੀਏ, ਹੋਰ ਜ਼ਿਆਦਾ ਦੂਸਰਿਆਂ ਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਵਿਚਾਰ ਵਟਾਂਦਰਾ ਕਰੀਏ, ਉਹਦੇ ਵਿੱਚੋਂ ਨਵੀਂ ਜਿਹੜੀ ਚੀਜ਼ ਹੈ ਉਹ ਨਵੀਂ ਸੋਝੀ ਵੀ ਆ ਸਕਦੀ ਆ, ਨਵੇਂ ਰਾਹ ਵੀ ਦਿਸ ਸਕਦੇ ਆ, ਨਵੀਆਂ ਮੰਜ਼ਿਲਾਂ ਵੀ ਸਾਡੇ ਲਈ ਦਿਖ ਸਕਦੀਆਂ ਨੇ। ਇੱਕ ਵਾਰੀ ਫਿਰ ਸਾਧੂ ਵਿਨਿੰਗ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਮੈਂ ਅਖੀਰ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਇੱਕ ਦੂਜੇ ਦੇ ਸਤਿਕਾਰ ਦੇ ਨਾਲ, ਅਤੇ ਹਮੇਸ਼ਾ ਮੈਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਮਤਲਬ ਨੈਤਿਕਤਾ ਦੀ ਆਪਾਂ ਗੱਲ ਕਰਦੇ ਹਾਂ ਵੀ ਮੈਂ ਕਿਸੇ ਵੀ ਆਪਣੇ ਵਿਰੋਧੀ ਵਿਚਾਰਾਂ ਨਾਲ ਵੀ ਜੇ ਗੱਲ ਕਰਦਾ ਹਾਂ ਤਾਂ ਮੈਂ ਸਤਿਕਾਰ ਕਾਇਮ ਰੱਖਾਂ, ਕਿਉਂਕਿ ਉਹ ਵੀ ਇਨਸਾਨ ਆ, ਉਹਦੇ ਵਿਚਾਰ ਵੱਖਰੇ ਆ ਪਰ ਇਨਸਾਨ ਆ। ਸੋ ਅਸੀਂ ਜੇ ਇਸ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰੀਏ ਤਾਂ ਮੈਂ ਸਮਝਦਾ ਕਿ ਆਪਾਂ ਸਾਰੇ ਹੀ ਇੱਕ ਬਿਹਤਰ ਹੋ ਸਕਦੇ ਹਾਂ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਅੱਜ ਇਸ ਗੱਲਬਾਤ ਦੇ ਲਈ। ਕੋਈ ਤੁਸੀਂ ਫੀਡਬੈਕ ਦੇਣੀ ਹੋਵੇ, ਮੈਂ ਆਪਣੇ ਸੁਣਨ ਵਾਲਿਆਂ ਨੂੰ ਕਹੂੰਗੀ ਕਿ navjot@sherpunjabradio.ca 'ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ।